ਚਾਰਲਸ ਡਿਕਨਜ਼ ਇੱਕ ਅੰਗਰੇਜ਼ੀ ਦਾ ਲੇਖਕ ਹੋਇਆ ਹੈ। ਉਸਨੇ ਦੁਨੀਆ ਦੇ ਕਈ ਬਿਹਤਰੀਨ ਕਾਲਪਨਿਕ ਕਿਰਦਾਰ ਪੈਦਾ ਕੀਤੇ ਕਿ ਉਹ ਵਿਕਟੋਰੀਅਨ ਏਰਾ ਦਾ ਮਸ਼ਹੂਰ ਨਾਵਲਕਾਰ ਹੋ ਨਿਬੜਿਆ। ਉਹ 7 ਫਰਵਰੀ 1812 ਨੂੰ ਇੰਗਲੈਂਡ ਵਿੱਚ ਪੈਦਾ ਹੋਇਆ ਅਤੇ 58 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਗਿਆ। ਉਸਨੇ 15 ਦੇ ਕਰੀਬ ਨਾਵਲ ਲਿਖੇ ਅਤੇ ਸੈਂਕੜੇ ਹੀ ਮਿੰਨੀ ਕਹਾਣੀਆਂ ਅਤੇ ਹੋਰ ਆਰਟੀਕਲਸ ਅਤੇ ਲੈਕਚਰ ਲਿਖੇ। ਉਹ ਆਪਣੇ ਨਾਵਲ ਦੇ ਕਿਰਦਾਰਾਂ ਨੂੰ ਮੋਡੀਫਾਈ ਕਰਨ ਵਿੱਚ ਕਮਾਲ ਦੀ ਮੁਹਾਰਤ ਰੱਖਦਾ ਸੀ। ਡੇਵਿਡ ਕਾਪਰਫੀਲਡ ਵਿੱਚ ਉਸਦੀ ਸਵੈ ਜੀਵਨੀ ਦੀ ਝਲਕ ਮਿਲਦੀ ਹੈ। ਇਸ ਤੋਂ ਇਲਾਵਾ ਦ ਪਿਕਵਿਕ ਪੇਪਰਸ, ਓਲੀਵਰ ਟਵਿਸਟ, ਅ ਕ੍ਰਿਸਮਸ ਕੈਰੋਲ, ਬੈਲੈਕ ਹਾਊਸ, ਅ ਟੇਲ ਆਫ ਟੂ ਸਿਟੀਜ਼ ਅਤੇ ਗ੍ਰੇਟ ਐਕਸਪੈਕਟੇਸ਼ਨਸ ਉਸਦੀਆਂ ਸ਼ਾਹਕਾਰ ਰਚਨਾਵਾਂ ਹਨ। ਡੇਵਿਡ ਕਾਪਰਫੀਲਡ ਵਿੱਚ ਵਿਸਥਾਰਪੂਰਵਕ ਉਸਦੇ ਅਨਪੋਲ ਉਮਰ ਤੋਂ ਸਿਆਣੇ ਹੋਣ ਤੱਕ ਦਾ ਸਫ਼ਰ ਬੜੇ ਵਧੀਆ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਕਿਤਾਬ ਵਜੋਂ ਇਹ ਨਾਵਲ 1850 ਵਿੱਚ ਛਪਿਆ। ਇੱਕ ਮਾਸੂਮ ਯਤੀਮ ਵਜੋਂ ਪਲਿਆ ਲੇਖਕ ਅਜਿਹੇ ਸਮਾਜ ਵਿੱਚ ਹੋਸ਼ ਸੰਭਾਲਦਾ ਹੈ ਜੋ ਪਿਆਰ ਵਿਹੂਣਾ ਹੈ। ਉਸ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਹਦੀ ਮਾਂ ਦੁਬਾਰਾ ਵਿਆਹ ਕਰ ਲੈਂਦੀ ਹੈ ਅਤੇ ਸੰਖੇਪ ਜਿਹੀ ਬਿਮਾਰੀ ਪਿੱਛੋਂ ਮਰ ਜਾਂਦੀ ਹੈ। ਸਾਰੇ ਨਾਵਲ ਵਿੱਚ ਡੇਵਿਡ ਕਾਪਰਫੀਲਡ ਸਖਤ ਅਤਿਆਚਾਰ, ਭਾਵਨਾਤਮਕ ਸ਼ੋਸ਼ਣ, ਕਮਜ਼ੋਰ ਅਤੇ ਲਾਚਾਰ ਰਹਿੰਦਾ ਹੈ। ਇਸ ਨਾਵਲ ਵਿੱਚ ਚਾਰਲਸ ਨੇ ਸੰਵੇਦਨਸ਼ੀਲ ਵਿਸ਼ੇ ਜਿਵੇਂ ਯਤੀਮ, ਔਰਤਾਂ ਅਤੇ ਦਿਮਾਗੀ ਤੌਰ 'ਤੇ ਅਪਾਹਜ ਲੋਕਾਂ ਦੀ ਗੱਲ ਵੀ ਕੀਤੀ ਹੈ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਪਿਆਰ, ਖਿਮਾ ਅਤੇ ਦਇਆ ਅਲੋਪ ਹੈ ਅਤੇ ਨਾ ਦੇ ਬਰਾਬਰ ਹੀ ਹੈ। ਮਨੁੱਖ ਹਰ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ। ਆਓ ਅੱਜ ਅਸੀਂ ਚਾਰਲਸ ਡਿਕਨਜ਼ ਦੇ ਮਸ਼ਹੂਰ ਨਾਵਲ ਡੇਵਿਡ ਕਾਪਰਫੀਲਡ ਦੇ ਪੰਜਾਬੀ ਅਨੁਵਾਦ ਦਾ ਆਨੰਦ ਮਾਣੀਏ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬੰਗਲਾ। ਡੇਵਿਡ ਕਾਪਰਫੀਲਡ। ਮੇਰਾ ਜਨਮ ਸਫੋਲਕ ਦੇ ਇੱਕ ਕਸਬੇ ਬਲੰਡਰਸਟੋਨ ਵਿੱਚ ਹੋਇਆ। ਮੇਰੇ ਪਿਤਾ ਮੇਰੇ ਜਨਮ ਤੋਂ 6 ਮਹੀਨੇ ਪਹਿਲੋਂ ਹੀ ਗੁਜ਼ਰ ਚੁੱਕਾ ਸੀ। ਮੇਰੇ ਪਿਤਾ ਦੇ ਸੰਬੰਧੀਆਂ ਵਿੱਚੋਂ ਉਹਦੀ ਇੱਕ ਬੁੱਢੀ ਭੂਆ ਸੀ। ਉਹ ਚੰਗੀ ਪੈਸੇ ਵਾਲੀ ਸੀ। ਉਸ ਦਾ ਨਾਂ ਬੈਟਸੀ ਟ੍ਰੌਟਵੁੱਡ ਸੀ। ਉਹ ਸੁਭਾਅ ਦੀ ਬੜੀ ਸਖਤ ਅਤੇ ਬੜਬੋਲੀ ਸੀ। ਜਵਾਨੀ ਸਮੇਂ ਜਿਸ ਮਨੁੱਖ ਨਾਲ ਉਹਦਾ ਵਿਆਹ ਹੋਇਆ ਸੀ ਉਹ ਵੈਸੇ ਤਾਂ ਬੜਾ ਸਜੀਲਾ ਜਵਾਨ ਸੀ, ਪਰ ਉਮਰ ਵਿੱਚ ਮਿਸ ਟ੍ਰੌਟਵੁੱਡ ਤੋਂ ਬਹੁਤ ਛੋਟਾ ਸੀ। ਕਿਸੇ ਕਾਰਨ ਉਹਨਾਂ ਦੀ ਆਪਸ ਵਿੱਚ ਨਾ ਬਣੀ, ਇਸ ਲਈ ਦੋਵੇਂ ਛੱਡ ਛਡਾ ਕੇ ਕਰਨ 'ਤੇ ਰਾਜ਼ੀ ਹੋ ਗਏ। ਉਹਦਾ ਪਤੀ ਇੰਗਲੈਂਡ ਤੋਂ ਹਿੰਦੁਸਤਾਨ ਵੱਲ ਚਲਾ ਗਿਆ ਅਤੇ ਉੱਥੇ ਸ਼ਹਿਜ਼ਾਦਿਆਂ ਵਾਂਗ ਖੂਬ ਠਾਠ ਬਾਠ ਵਿੱਚ ਰਹਿੰਦਾ ਰਿਹਾ, ਪਰ 10 ਕੁ ਸਾਲਾਂ ਪਿੱਛੋਂ ਕਿਸੇ ਦੁਰਘਟਨਾ ਵਸ ਉਹ ਮਰ ਗਿਆ। ਉਧਰ ਮਿਸ ਟ੍ਰੌਟਵੁੱਡ ਡੋਵਰ ਦੀ ਬੰਦਰਗਾਹ ਵਿੱਚ ਇੱਕ ਮਕਾਨ ਖਰੀਦ ਕੇ ਜੀਵਨ ਦੇ ਦਿਨ ਇੱਕ ਪੂਰਨ ਏਕਾਂਤਵਾਸ ਵਿੱਚ ਕੱਟਣ ਲੱਗ ਪਈ। ਮਿਸ ਟ੍ਰੌਟਵੁੱਡ ਸ਼ੁਰੂ ਵਿੱਚ ਮੇਰੇ ਪਿਤਾ ਦਾ ਬੜਾ ਖਿਆਲ ਰੱਖਦੀ ਰਹੀ, ਪਰ ਮੇਰੇ ਪਿਤਾ ਦੇ ਆਪਣੇ ਹਾਨ ਦੀ ਇਸਤਰੀ ਨਾਲ ਵਿਆਹ ਕਰਾਉਣ ਦੀ ਥਾਂ ਇੱਕ ਗੁੱਡੀ ਜਿਹੀ ਨਾਲ ਵਿਆਹ ਕਰਾਉਣ 'ਤੇ ਉਹ ਨਾਰਾਜ਼ ਹੋ ਗਈ। ਮੇਰੀ ਮਾਤਾ ਨਾ ਕੇਵਲ ਮੇਰੇ ਪਿਤਾ ਤੋਂ ਅੱਧੀ ਉਮਰ ਦੀ ਸੀ, ਬਲਕਿ ਸਰੀਰ ਦੀ ਵੀ ਬੜੀ ਦੁਬਲੀ ਪਤਲੀ ਅਤੇ ਸੋਹਲ ਸੀ। ਇਸ ਨਾਰਾਜ਼ਗੀ ਤੋਂ ਪਿੱਛੋਂ ਮੇਰੇ ਪਿਤਾ ਦੀ ਫਿਰ ਮਿਸ ਬੈਟਸੀ ਨਾਲ ਕਦੀ ਵੀ ਮੁਲਾਕਾਤ ਨਹੀਂ ਸੀ ਹੋਈ। ਉਸ ਸ਼ਾਮ ਜਿਸ ਦਿਨ ਮੇਰਾ ਜਨਮ ਹੋਣਾ ਸੀ, ਮੇਰੀ ਮਾਤਾ ਕਮਰੇ ਅੰਦਰ ਅੱਗ ਲਾਗੇ ਉਦਾਸ ਜਿਹੀ ਬੈਠੀ ਸੀ। ਅਚਾਨਕ ਉਹਦੀ ਨਜ਼ਰ ਬਾਰੀ ਵੱਲ ਪਈ। ਉਹਨੂੰ ਬਾਹਰ ਬਾਗ ਵੱਲੋਂ ਘਰ ਵੱਲ ਆ ਰਹੇ ਕਿਸੇ ਅਜਨਬੀ ਦਾ ਝੌਲਾ ਪਿਆ। ਧਿਆਨ ਨਾਲ ਵੇਖਣ 'ਤੇ ਉਹ ਤਾੜ ਗਈ ਕਿ ਉਹ ਜ਼ਰੂਰ ਮਿਸ ਬੈਟਸੀ ਹੀ ਹੋਣੀ ਹੈ। ਮੇਰੇ ਪਿਤਾ ਨੇ ਮਿਸ ਬੈਟਸੀ ਦੀਆਂ ਗੱਲਾਂ ਦੱਸ ਕੇ ਮੇਰੀ ਮਾਤਾ 'ਤੇ ਉਹਨਾਂ ਇਤਨਾ ਰੋਅਬ ਬਿਠਾਇਆ ਹੋਇਆ ਸੀ ਕਿ ਉਹ ਮਿਸ ਬੈਟਸੀ ਨੂੰ ਵੇਖਦਿਆਂ ਹੀ ਘਬਰਾ ਗਈ। ਮਿਸ ਬੈਟਸੀ ਨੇ ਅੰਦਰ ਆ ਕੇ ਮੇਰੀ ਮਾਤਾ ਵੱਲ ਬੜਾ ਘੂਰ ਕੇ ਤੱਕਦਿਆਂ ਕਿਹਾ, ਮੇਰਾ ਖਿਆਲ ਹੈ ਕਿ ਤੂੰ ਕਾਪਰਫੀਲਡ ਦੇ ਘਰੋਂ ਹੈ। ਮੇਰੀ ਮਾਤਾ ਨੇ ਸਹਿਮੀ ਹੋਈ ਆਵਾਜ਼ ਵਿੱਚ ਉੱਤਰ ਦਿੱਤਾ, ਹਾਂ, ਅਤੇ ਤੂੰ ਵੀ ਸ਼ਾਇਦ ਮੈਨੂੰ ਪਛਾਣ ਲਿਆ ਹੋਣਾ ਹੈ। ਮਿਸ ਬੈਟਸੀ ਨੇ ਕਿਹਾ। ਮੈਂ ਆਪਣੇ ਸਿਰ ਤੋਂ ਜ਼ਰਾ ਟੋਪੀ ਲਾਈ ਤਾਂ ਜੋ ਮੈਂ ਤੈਨੂੰ ਚੰਗੀ ਤਰ੍ਹਾਂ ਵੇਖ ਸਕਾਂ। ਮੇਰੀ ਮਾਤਾ ਨੇ ਡਰਦੇ ਮਾਰੇ ਟੋਪੀ ਲਾਈ। ਉਹਨੂੰ ਸਿਰ ਤੋਂ ਪੈਰਾਂ ਤੱਕ ਵੇਖ ਕੇ ਮਿਸ ਬੈਟਸੀ ਬੜੀ ਹੈਰਾਨੀ ਵਿੱਚ ਕਹਿਣ ਲੱਗੀ, ਤੂੰ ਤਾਂ ਬਿਲਕੁਲ ਹਯਾਨੀ ਹੈ, ਪਰ ਤੂੰ ਕੰਬ ਕਿਉਂ ਰਹੀ ਹੈ? ਤੇਰੀ ਤਬੀਅਤ ਕੁਝ ਢਿੱਲੀ ਲੱਗਦੀ ਹੈ। ਨੌਕਰਾਨੀ ਦਾ ਕੀ ਨਾਂ ਹੈ? ਮੈਂ ਉਹਨੂੰ ਚਾਹ ਬਣਾਉਣ ਲਈ ਆਵਾਜ਼ ਮਾਰਾਂ। ਮੇਰੀ ਮਾਤਾ ਨੇ ਕਿਹਾ, ਉਹਦਾ ਨਾਂ ਪੈਗੋਟੀ ਹੈ। ਬੜਾ ਅਜੀਬ ਜਿਹਾ ਨਾਂ ਹੈ। ਫਿਰ ਉਹ ਪੈਗੋਟੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, ਪੈਗੋਟੀ ਇੱਧਰ ਆ, ਆਪਣੀ ਬੀਬੀ ਲਈ ਜਲਦੀ ਚਾਹ ਬਣਾ ਕੇ ਲਿਆ। ਤੈਨੂੰ ਪਤਾ ਨਹੀਂ ਉਹਦੀ ਤਬੀਅਤ ਕਿੰਨੀ ਖਰਾਬ ਹੈ। ਫਿਰ ਮੇਰੀ ਮਾਤਾ ਵੱਲ ਮੂੰਹ ਕਰਕੇ ਕਹਿਣ ਲੱਗੀ, ਮੇਰਾ ਖਿਆਲ ਹੈ ਕਿ ਤੇਰੇ ਘਰ ਜ਼ਰੂਰ ਲੜਕੀ ਹੋਏਗੀ। ਕੀ ਪਤਾ ਇਹ ਲੜਕਾ ਹੀ ਹੋ ਜਾਏ। ਰੱਬ ਦੇ ਭਾਣੇ ਨੂੰ ਕੌਣ ਜਾਣ ਸਕਦਾ ਹੈ। ਮੇਰੀ ਮਾਤਾ ਨੇ ਉੱਤਰ ਦਿੱਤਾ, ਨਹੀਂ, ਮੈਨੂੰ ਖੁੜਕਦਾ ਏ, ਜ਼ਰੂਰ ਲੜਕੀ ਹੀ ਹੋਏਗੀ। ਗੱਲ ਨੂੰ ਟੋਕੀ। ਮੈਂ ਚਾਹੁੰਦੀ ਹਾਂ ਉਹਦੀ ਪਾਲਣਾ ਠੀਕ ਢੰਗ ਨਾਲ ਹੋਏ। ਇਹ ਕੰਮ ਤੂੰ ਮੇਰੇ 'ਤੇ ਛੱਡ ਦੇਈਂ। ਬੈਟਸੀ ਟ੍ਰੌਟਵੁੱਡ ਨੇ ਮੇਰੀ ਮਾਤਾ ਦੀ ਗੱਲ ਨੂੰ ਰੱਦ ਕਰਦਿਆਂ ਕਿਹਾ। ਥੋੜ੍ਹਾ ਚਿਰ ਚੁੱਪ ਛਾਈ ਰਹੀ। ਫਿਰ ਬੈਟਸੀ ਟ੍ਰੌਟਵੁੱਡ ਚੁੱਪ ਨੂੰ ਤੋੜਦਿਆਂ ਕਹਿਣ ਲੱਗੀ ਕਿ ਤੇਰਾ ਪਤੀ ਤੇਰਾ ਕੁਝ ਖਿਆਲ ਵੀ ਰੱਖਦਾ ਸੀ ਕਿ ਨਹੀਂ?
ਉਹ ਬੜੇ ਨੇਕ ਸਨ ਤੇ ਮੇਰਾ ਬੜਾ ਖਿਆਲ ਰੱਖਦੇ ਸਨ। ਇਹ ਕਹਿੰਦਿਆਂ ਹੀ ਮੇਰੀ ਮਾਤਾ ਦਾ ਰੋਣ ਨਿਕਲ ਗਿਆ। ਇਤਨੇ ਨੂੰ ਮੇਰੀ ਮਾਤਾ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ। ਉਹਨੂੰ ਚੁਬਾਰੇ ਵਾਲੇ ਕਮਰੇ ਵਿੱਚ ਲਿਜਾਂਦਾ ਗਿਆ ਤੇ ਡਾਕਟਰ ਨੂੰ ਬੁਲਾ ਭੇਜਿਆ ਗਿਆ। ਜਲਦੀ ਹੀ ਡਾਕਟਰ, ਜਿਸ ਦਾ ਨਾਂ ਚਲਪ ਸੀ ਤੇ ਜੋ ਬੜੇ ਸਿੱਧੇ ਸਾਦੇ ਸੁਭਾਅ ਦਾ ਬੰਦਾ ਸੀ, ਆ ਗਿਆ। ਉਹਨੂੰ ਮੇਰੀ ਮਾਤਾ ਨੂੰ ਵੇਖਣ ਪਿੱਛੋਂ ਮੇਰੀ ਦਾਦੀ ਬੈਟਸੀ ਪਾਸ ਬੈਠਣਾ ਪਿਆ, ਕਿਉਂਕਿ ਮੇਰੇ ਜਨਮ ਹੋਣ ਵਿੱਚ ਹਾਲੀ ਕੁਝ ਸਮਾਂ ਬਾਕੀ ਸੀ। ਡਾਕਟਰ ਬੈਟਸੀ ਦੇ ਲਾਗੇ ਹੀ ਕੁਰਸੀ ਤੇ ਬੈਠ ਗਿਆ। ਬੈਟਸੀ ਨੇ ਉਹਦੀ ਵੱਲ ਐਸਾ ਘੂਰੀ ਵੱਟ ਕੇ ਵੇਖਿਆ ਕਿ ਉਹਦੀ ਬੈਟਸੀ ਨਾਲ ਗੱਲ ਕਰਨ ਦੀ ਹਿੰਮਤ ਤੱਕ ਨਾ ਪਈ। ਅੱਧੇ ਕੁ ਘੰਟੇ ਪਿੱਛੋਂ ਉਹ ਫੇਰ ਉੱਪਰ ਚੁਬਾਰੇ ਵਿੱਚ ਮੇਰੀ ਮਾਤਾ ਨੂੰ ਵੇਖਣ ਗਿਆ ਅਤੇ ਕੁਝ ਚਿਰ ਪਿੱਛੋਂ ਆ ਕੇ ਬੈਟਸੀ ਨੂੰ ਕਹਿਣ ਲੱਗਾ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਬੈਟਸੀ ਨੇ ਡਾਕਟਰ ਵੱਲ ਤਿੱਖੀ ਨਜ਼ਰ ਫੇਰਦਿਆਂ ਕਿਹਾ, ਕਿਉਂ, ਕਾਦੀ? ਡਾਕਟਰ ਮੇਰੀ ਦਾਦੀ ਦੇ ਰੁੱਖੇ ਜਿਹੇ ਵਤੀਰੇ ਤੇ ਫਿਰ ਕੁਝ ਘਬਰਾ ਗਿਆ ਤੇ ਉਹਨੂੰ ਖੁਸ਼ ਕਰਨ ਲਈ ਉਹਨੇ ਆਪਣੇ ਮੂੰਹ ਤੇ ਮਸਾਂ ਜਿਹੀ ਮੁਸਕਰਾਹਟ ਲਿਆਂਦੀ। ਮੇਰੀ ਦਾਦੀ ਨੂੰ ਉਹਦੀ ਮੁਸਕਰਾਹਟ ਤੇ ਹੋਰ ਵੀ ਗੁੱਸਾ ਆਇਆ ਤੇ ਉਹ ਕਹਿਣ ਲੱਗੀ ਕਿ ਤੇਰੇ ਮੂੰਹ ਵਿੱਚ ਜ਼ਬਾਨ ਨਹੀਂ, ਦੱਸਦਾ ਕਿਉਂ ਨਹੀਂ, ਲੜਕੀ ਦਾ ਕੀ ਹਾਲ ਹੈ? ਡਾਕਟਰ ਨੇ ਕਿਹਾ, ਹੁਣੇ ਜਾ ਕੇ ਵੇਖ ਲੈਣਾ, ਤੁਹਾਨੂੰ ਵੇਖ ਕੇ ਸਗੋਂ ਉਹਦੀ ਤਬੀਅਤ ਵੀ ਕੁਝ ਠੀਕ ਹੋ ਜਾਏਗੀ। ਮੇਰੀ ਦਾਦੀ ਨੇ ਫਿਰ ਘੂਰ ਕੇ ਡਾਕਟਰ ਨੂੰ ਪੁੱਛਿਆ, ਮੈਂ ਪੁੱਛ ਰਹੀ ਹਾਂ ਲੜਕੀ ਦਾ ਕੀ ਹਾਲ ਹੈ, ਲੜਕੀ ਦਾ। ਡਾਕਟਰ ਨੂੰ ਸਮਝ ਨਾ ਆਈ ਕਿ ਮੇਰੀ ਦਾਦੀ ਦਾ ਭਾਵ ਕੀ ਹੈ ਤੇ ਉਹ ਹੋਰ ਵੀ ਘਬਰਾ ਕੇ ਕਹਿਣ ਲੱਗਾ, ਮੈਂ ਦੱਸਿਆ ਜੋ ਹੈ ਉਹ ਹੁਣ ਆਰਾਮ ਕਰ ਰਹੀ ਹੈ। ਤੂੰ ਵੀ ਖੂਬ ਕੰਨ ਚੱਕਰ ਹੈ। ਮੈਂ ਪੁੱਛਦੀ ਕੁਝ ਹਾਂ, ਤੂੰ ਦੱਸਦਾ ਕੁਝ ਹੈ। ਮੈਂ ਪੁੱਛ ਰਹੀ ਹਾਂ ਨਵੀਂ ਜਨਮੀ ਲੜਕੀ ਦਾ ਕੀ ਹਾਲ ਹੈ। ਡਾਕਟਰ ਨੇ ਉੱਤਰ ਦਿੱਤਾ, ਮੇਰਾ ਤਾਂ ਖਿਆਲ ਸੀ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ, ਲੜਕੀ ਨਹੀਂ ਲੜਕਾ ਹੋਇਆ ਹੈ। ਇਸ ਪਿੱਛੋਂ ਮੇਰੀ ਦਾਦੀ ਨੇ ਬਿਨਾਂ ਕੁਝ ਉੱਤਰ ਦਿੱਤੇ ਬੋਲੇ ਥੈਲੇ ਵਿੱਚੋਂ ਆਪਣੀ ਟੋਪੀ ਚੁੱਕੀ ਤੇ ਡਾਕਟਰ ਵੱਲ ਇੰਜ ਤੱਕਿਆ ਜਿਵੇਂ ਉਹਨੂੰ ਖਾ ਜਾਣਾ ਹੁੰਦਾ ਹੈ ਤੇ ਉੱਥੋਂ ਸਦਾ ਲਈ ਚਲਦੀ ਬਣੀ। ਮੇਰਾ ਘਰ ਤੇ ਆਲਾ ਦੁਆਲਾ। ਜਦ ਮੈਂ ਆਪਣੇ ਬਚਪਨ ਵੱਲ ਝਾਤੀ ਮਾਰਦਾ ਹਾਂ ਤਾਂ ਮੈਨੂੰ ਕਈ ਗੱਲਾਂ ਯਾਦ ਆਉਂਦੀਆਂ ਹਨ। ਮੇਰੀ ਮਾਤਾ ਨੈਣ ਨਕਸ਼ ਦੀ ਬੜੀ ਸੁੰਦਰ ਤੇ ਚੁੱਪ ਕੀਤੀ, ਸਿੱਧੀ ਸਾਦੀ ਤੇ ਨੇਕ ਦਿਲ ਇਸਤਰੀ ਸੀ। ਪੈਗੋਟੀ ਬੜੀ ਮੋਟੀ ਤਾਜ਼ੀ ਤੇ ਹਸਮੁਖ ਸੁਭਾਅ ਦੀ ਸੀ। ਉਹਦੀਆਂ ਅੱਖਾਂ ਕਾਲੀਆਂ ਸਨ ਤੇ ਗੱਲਾਂ ਸੇਬ ਵਾਂਗ ਸੂਈਆਂ ਲਾਲ ਸਨ। ਮੈਨੂੰ ਆਪਣੀ ਰਸੋਈ ਤੇ ਵਿਹੜੇ ਬਾਰੇ ਵੀ ਥੋੜ੍ਹਾ ਯਾਦ ਹੈ। ਵਿਹੜੇ ਵਿੱਚ ਕੁੱਕੜ ਕੁੱਕੜੀਆਂ ਸਾਰਾ ਦਿਨ ਦਾਣੇ ਚੁਗਦੇ ਰਹਿੰਦੇ ਸਨ। ਮੈਨੂੰ ਉਸ ਕਮਰੇ ਬਾਰੇ ਵੀ ਮਾੜਾ ਮਾੜਾ ਯਾਦ ਹੈ ਜਿੱਥੇ ਮੇਰੀ ਮਾਤਾ ਅਤੇ ਪੈਗੋਟੀ ਸ਼ਾਮ ਨੂੰ ਗੱਪਸ਼ਪ ਮਾਰਨ ਲਈ ਬੈਠਦੀਆਂ ਸਨ। ਸਾਡੇ ਘਰ ਵਿੱਚ ਇੱਕ ਬਾਗ ਵੀ ਸੀ ਜਿਸ ਵਿੱਚ ਫਲ ਦਾ ਰੁੱਖ ਲੱਗੇ ਹੋਏ ਸਨ। ਜਦ ਫਲ ਪੱਕ ਜਾਂਦੇ ਸਨ ਤਾਂ ਮੇਰੀ ਮਾਤਾ ਉਹਨਾਂ ਵਿੱਚੋਂ ਇੱਕ ਟੋਕਰੀ ਵਿੱਚ ਫਲ ਲਾਉਂਦੀ ਹੁੰਦੀ ਸੀ। ਮੈਂ ਤੇ ਮੇਰੀ ਮਾਤਾ ਦੋਵੇਂ ਪੈਗੋਟੀ ਕੋਲ ਯਰਕਦੇ ਸਾਂ। ਇੱਕ ਦਿਨ ਮੈਂ ਬੈਠਕ ਵਿੱਚ ਪੈਗੋਟੀ ਕੋਲ ਬੈਠਾ ਹੋਇਆ ਸਾਂ। ਮੈਂ ਉਹਨੂੰ ਇੱਕ ਨਿੱਕੀ ਜਿਹੀ ਕਿਤਾਬ ਵਿੱਚੋਂ ਕੁਝ ਪੜ੍ਹ ਕੇ ਸੁਣਾ ਰਿਹਾ ਸਾਂ। ਮੈਂ ਪੜ੍ਹਦੇ ਪੜ੍ਹਦੇ ਬੜਾ ਥੱਕ ਗਿਆ ਤੇ ਮੇਰੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। ਪੈਗੋਟੀ ਲਾਗੇ ਬੈਠੀ ਕੁਝ ਸੀਂ ਪਰੋ ਰਹੀ ਸੀ। ਅਚਾਨਕ ਮੇਰੀ ਨਜ਼ਰ ਪੈਗੋਟੀ ਤੇ ਪਈ। ਉਹ ਉਸ ਵੇਲੇ ਮੈਨੂੰ ਬੜੀ ਸੋਹਣੀ ਲੱਗੀ। ਮੈਂ ਜਾਗੋ ਮੀਟੇ ਵਿੱਚ ਉਸ ਤੋਂ ਪੁੱਛਿਆ, ਪੈਗੋਟੀ, ਕੀ ਅਜੇ ਤੇਰਾ ਵਿਆਹ ਨਹੀਂ ਹੋਇਆ? ਉਹ ਹੈਰਾਨ ਹੋ ਕੇ ਕਿਹਾ, ਕਿਉਂ ਡੇਵਿਡ, ਮੇਰੇ ਵਿਆਹ ਦਾ ਤੈਨੂੰ ਕਿੱਥੋਂ ਯਾਦ ਆ ਗਿਆ ਹੈ? ਉਹਨੇ ਇਹ ਗੱਲ ਇਤਨੀ ਕਾਹਲੀ ਵਿੱਚ ਕਹੀ ਕਿ ਮੇਰੀਆਂ ਅੱਧ-ਮਿੱਟੀਆਂ ਅੱਖਾਂ ਚੌੜ ਚਪੱਟ ਖੁੱਲ੍ਹ ਗਈਆਂ। ਮੈਂ ਫਿਰ ਕਿਹਾ, ਤੂੰ ਇੰਨੀ ਸੋਹਣੀ ਹੈ ਕਿ ਹਾਲੀ ਤੇਰਾ ਵਿਆਹ ਨਹੀਂ ਹੋਇਆ? ਮੈਂ ਸੋਹਣੀ ਨਹੀਂ, ਪੈਗੋਟੀ ਨੇ ਉੱਤਰ ਦਿੱਤਾ ਤੇ ਫਿਰ ਚੁੱਪਚਾਪ ਸਿਉਣ ਪਰੋਣ ਵਿੱਚ ਲੱਗ ਗਈ। ਥੋੜ੍ਹੇ ਚਿਰ ਪਿੱਛੋਂ ਮੈਂ ਪੈਗੋਟੀ ਤੋਂ ਫਿਰ ਪੁੱਛਿਆ, ਜੇ ਕੋਈ ਕਿਸੇ ਨਾਲ ਵਿਆਹ ਕਰਵਾਏ ਤੇ ਉਹ ਮਰ ਜਾਏ ਤਾਂ ਉਹਨੂੰ ਹੋਰ ਵਿਆਹ ਕਰਵਾ ਲੈਣਾ ਚਾਹੀਦਾ ਹੈ ਕਿ ਨਹੀਂ ਪੈਗੋਟੀ? ਇਹ ਤਾਂ ਆਪੋ ਆਪਣੀ ਮਰਜ਼ੀ ਹੁੰਦੀ ਹੈ, ਪੈਗੋਟੀ ਨੇ ਕਿਹਾ। ਤੇਰਾ ਕੀ ਵਿਚਾਰ ਹੈ? ਪੈਗੋਟੀ ਤੋਂ ਮੈਂ ਫਿਰ ਪੁੱਛਿਆ। ਪੈਗੋਟੀ ਕੁਝ ਸੋਚੀ ਪੈ ਗਈ, ਫਿਰ ਬੜੀ ਅਨੋਖੀ ਜਿਹੀ ਆਵਾਜ਼ ਵਿੱਚ ਕਹਿਣ ਲੱਗੀ, ਮੇਰਾ ਵਿਚਾਰ ਹੈ ਕਿ ਤੈਨੂੰ ਇੱਧਰ ਉੱਧਰ ਦੀਆਂ ਮਾਰਨ ਦੀ ਥਾਂ ਆਪਣਾ ਧਿਆਨ ਕਿਤਾਬ ਵੱਲ ਲਾਉਣਾ ਚਾਹੀਦਾ ਹੈ। ਮੈਂ ਉਹਦੀ ਵੱਲ ਬੜੇ ਧਿਆਨ ਨਾਲ ਵੇਖ ਕੇ ਪੁੱਛਿਆ, ਕਿਉਂ ਪੈਗੋਟੀ, ਤੂੰ ਮੇਰੇ ਨਾਲ ਗੁੱਸੇ ਤਾਂ ਨਹੀਂ? ਉਹਨੇ ਮੇਰੀਆਂ ਗੱਲਾਂ ਤੇ ਪਟੋਕੀ ਮਾਰਦਿਆਂ ਕਿਹਾ, ਨਹੀਂ ਬੇਟਾ, ਗੁੱਸੇ ਵਾਲੀ ਗੱਲ ਕਿਹੜੀ ਹੈ? ਪਰ ਹੁਣ ਤੂੰ ਮੈਨੂੰ ਉਹ ਕਹਾਣੀ ਪੜ੍ਹ ਕੇ ਸੁਣਾ ਜੋ ਤੂੰ ਸ਼ੁਰੂ ਕੀਤੀ ਹੋਈ ਸੀ। ਮੈਂ ਫਿਰ ਕਹਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਤਨੇ ਨੂੰ ਬੂਹੇ ਦੀ ਟੱਲੀ ਵੱਜੀ। ਅਸੀਂ ਬੂਹਾ ਖੋਲ੍ਹਿਆ। ਮੇਰੀ ਮਾਤਾ ਅੰਦਰ ਆਈ। ਇਸ ਵੇਲੇ ਉਹ ਬਹੁਤ ਹੀ ਸੱਜੀ ਹੋਈ ਸੀ ਤੇ ਉਹਦੇ ਨਾਲ ਇੱਕ ਅਜਨਬੀ ਵੀ ਸੀ। ਉਹਨੂੰ ਮੈਂ 1-2 ਵਾਰੀ ਪਹਿਲਾਂ ਵੀ ਵੇਖਿਆ ਹੋਇਆ ਸੀ। ਉਹ ਕੁਝ ਦਿਨਾਂ ਤੋਂ ਹਰ ਐਤਵਾਰ ਗਿਰਜੇ ਘਰੋਂ ਵਾਪਸੀ ਤੇ ਮੇਰੀ ਮਾਤਾ ਨਾਲ ਆਉਂਦਾ ਹੁੰਦਾ ਸੀ ਤੇ ਉਹਨੂੰ ਘਰ ਤੱਕ ਪਹੁੰਚਾ ਕੇ ਵਾਪਸ ਚਲਾ ਜਾਂਦਾ ਸੀ। ਇਸ ਦਾ ਨਾਂ ਮਰਡਸਟੋਨ ਸੀ। ਮੇਰੀ ਮਾਤਾ ਨੇ ਬੜੇ ਪਿਆਰ ਨਾਲ ਮੇਰਾ ਮੱਥਾ ਚੁੰਮਿਆ। ਇਸ ਤੇ ਉਸ ਅਜਨਬੀ ਨੇ ਇਹ ਕਹਿੰਦਿਆਂ ਕਿ ਇਹ ਕਿੱਡਾ ਭਾਗਾਂ ਵਾਲਾ ਬੱਚਾ ਹੈ, ਮੇਰੇ ਸਿਰ ਤੇ ਇਸ ਤਰ੍ਹਾਂ ਹੱਥ ਰੱਖਿਆ ਕਿ ਉਹਦਾ ਹੱਥ ਮੇਰੀ ਮਾਤਾ ਦੇ ਹੱਥ ਨਾਲ ਛੂਹ ਗਿਆ। ਪਤਾ ਨਹੀਂ ਕਿਉਂ ਮੈਨੂੰ ਉਹ ਆਦਮੀ ਚੰਗਾ ਨਾ ਲੱਗਾ। ਮੈਂ ਉਹਦਾ ਹੱਥ ਝੱਟ ਆਪਣੇ ਸਿਰ ਤੋਂ ਪਰੇ ਕਰ ਦਿੱਤਾ। ਮੇਰੀ ਮਾਤਾ ਨੇ ਇਹ ਵੇਖ ਕੇ ਕਿਹਾ, ਬੇਟਾ, ਚੰਗੇ ਬੱਚੇ ਇਸ ਤਰ੍ਹਾਂ ਨਹੀਂ ਕਰਦੇ। ਇਸ ਪਿੱਛੋਂ ਉਹ ਚਲਾ ਗਿਆ। ਪੈਗੋਟੀ ਨੇ ਮੇਰੀ ਮਾਤਾ ਨੂੰ ਪੁੱਛਿਆ, ਮਿਸਿਸ ਕਾਪਰਫੀਲਡ, ਮੇਰਾ ਵਿਚਾਰ ਹੈ ਅੱਜ ਸ਼ਾਮ ਬੜੀ ਸੋਹਣੀ ਲੰਘੀ ਹੋਣੀ ਹੈ। ਹਾਂ, ਮੇਰੀ ਮਾਤਾ ਨੇ ਉੱਤਰ ਦਿੱਤਾ, ਅੱਜ ਸ਼ਾਮ ਹੈ ਹੀ ਬੜੀ ਸੋਹਣੀ ਸੀ।
ਪੈਗੋਟੀ ਨੇ ਫਿਰ ਕਿਹਾ, ਹਾਂ ਕਈ ਵਾਰ ਕਿਸੇ ਅਜਨਬੀ ਨਾਲ ਗੱਪਸ਼ਪ ਹੋ ਜਾਏ ਤਾਂ ਖੂਬ ਦਿਲ ਲੱਗ ਜਾਂਦਾ ਹੈ। ਹਾਂ, ਮੇਰੀ ਮਾਤਾ ਨੇ ਬੜੀ ਖੁਸ਼ੀ ਵਿੱਚ ਉੱਤਰ ਦਿੱਤਾ। ਮੈਂ ਕੁਰਸੀ 'ਤੇ ਬੈਠਾ ਬੈਠਾ ਹੀ ਸੌਂ ਗਿਆ। ਕੁਝ ਚਿਰ ਪਿੱਛੋਂ ਜਦ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਮਾਤਾ ਅਤੇ ਪੈਗੋਟੀ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਅਤੇ ਦੋਹਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਪੈਗੋਟੀ ਕਹਿ ਰਹੀ ਸੀ, ਤੇਰਾ ਪਤੀ ਇਹੋ ਜਿਹੇ ਆਦਮੀ ਨੂੰ ਕਦੀ ਪਸੰਦ ਨਾ ਕਰਦਾ। ਮੇਰੀ ਮਾਤਾ ਨੇ ਸੁੱਜੀਆਂ ਹੋਈਆਂ ਅੱਖਾਂ ਨਾਲ ਉੱਤਰ ਦਿੱਤਾ, ਤੂੰ ਤਾਂ ਪੈਗੋਟੀ ਕਿਸੇ ਨਾ ਕਿਸੇ ਦਿਨ ਮੈਨੂੰ ਪਾਗਲ ਬਣਾ ਦੇਵੇਂਗੀ। ਮੈਂ ਤੇਰਾ ਕੀ ਲਿਆ ਹੈ ਜੋ ਤੂੰ ਮੇਰੇ ਇਸ ਤਰ੍ਹਾਂ ਪੇਸ਼ ਪੈ ਗਈ ਹੈ? ਤੈਨੂੰ ਪਤਾ ਨਹੀਂ ਮੇਰਾ ਦੁਨੀਆ ਵਿੱਚ ਹੈ ਕੌਣ? ਐਸੇ ਕਰਕੇ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਜ਼ਰੂਰੀ ਸਮਝਦੀ ਹਾਂ। ਤੁਹਾਨੂੰ ਉਹਦੇ ਨਾਲ ਫਿਰਨਾ ਨਹੀਂ ਚਾਹੀਦਾ, ਪੈਗੋਟੀ ਨੇ ਕਿਹਾ। ਪਰ ਜੇ ਦੂਜੇ ਮੈਨੂੰ ਪਸੰਦ ਕਰਨ ਤਾਂ ਇਸ ਵਿੱਚ ਮੇਰਾ ਕੀ ਦੋਸ਼ ਹੈ? ਮੈਂ ਉਹਨੂੰ ਕਿਵੇਂ ਕਹਾਂ ਕਿ ਮੇਰੇ ਕੋਲ ਨਾ ਆ? ਇਸ ਤਰ੍ਹਾਂ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਮੈਂ ਆਪਣੇ ਆਪ ਨੂੰ ਕਰੂਪ ਅਤੇ ਬਦਸ਼ਕਲ ਬਣਾ ਲਵਾਂ। ਇਹ ਕਹਿ ਕੇ ਮੇਰੀ ਮਾਤਾ ਮੇਰੇ ਪਾਸ ਆਈ ਅਤੇ ਕਹਿਣ ਲੱਗੀ, ਬੇਟਾ ਡੇਵਿਡ, ਇਹ ਕਹਿੰਦੀ ਹੈ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ, ਤੇਰੀ ਰੱਤਾ ਪ੍ਰਵਾਹ ਨਹੀਂ ਕਰਦੀ। ਪੈਗੋਟੀ ਨੇ ਕਿਹਾ, ਇਹ ਮੈਂ ਕਦੋਂ ਕਿਹਾ? ਤੂੰ ਆਖਿਆ ਹੈ। ਮੇਰੀ ਮਾਤਾ ਨੇ ਰੋਂਦਿਆਂ ਕਿਹਾ, ਡੇਵਿਡ, ਕੀ ਤੂੰ ਮੈਨੂੰ ਭੈੜੀ ਸਮਝਦਾ ਹੈ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ? ਡੇਵਿਡ। ਇਸੇ ਤਰ੍ਹਾਂ ਅਸੀਂ ਤਿੰਨੇ ਜਣੇ ਰੋਣ ਲੱਗ ਪਏ ਅਤੇ ਮੈਨੂੰ ਡੁਸਕਦਿਆਂ ਨੀਂਦ ਆ ਗਈ। ਅਗਲੇ ਦਿਨ ਫਿਰ ਮਰਡਸਟੋਨ ਗਿਰਜੇ ਤੋਂ ਮੇਰੀ ਮਾਤਾ ਦੇ ਨਾਲ ਆਇਆ। ਇਸ ਪਿੱਛੋਂ ਕਿਸੇ ਨਾ ਕਿਸੇ ਬਹਾਨੇ ਜ਼ਰੂਰ ਸਾਡੇ ਘਰ ਫੇਰਾ ਮਾਰ ਜਾਂਦਾ, ਪਰ ਪਤਾ ਨਹੀਂ ਕਿਉਂ ਮੈਨੂੰ ਬਿਲਕੁਲ ਚੰਗਾ ਹੀ ਨਹੀਂ ਸੀ ਲੱਗਦਾ। ਇੱਕ ਦਿਨ ਜਦ ਮੈਂ ਆਪਣੀ ਮਾਤਾ ਨਾਲ ਬਾਗ ਵਿੱਚ ਬੈਠਾ ਸਾਂ ਤਾਂ ਮਰਡਸਟੋਨ ਉੱਥੇ ਆ ਪਹੁੰਚਿਆ ਅਤੇ ਮੇਰੀ ਮਾਤਾ ਨੂੰ ਨਾਲ ਲੈ ਕੇ ਬਾਹਰ ਸੜਕ 'ਤੇ ਟਹਿਲਣ ਲੱਗ ਪਿਆ ਅਤੇ ਕਿਤਨਾ ਚਿਰ ਕੁਝ ਖੁਸਰ ਮੁਸਰ ਕਰਦਾ ਰਿਹਾ। ਪੈਗੋਟੀ ਨੂੰ ਸਖਤ ਗੁੱਸਾ ਆਇਆ। ਉਹ ਮੇਰਾ ਸਿਰ ਵਾਹ ਰਹੀ ਸੀ। ਮੈਨੂੰ ਸਮਝ ਨਾ ਲੱਗੀ ਕਿ ਉਹ ਮੇਰੇ ਵਾਲਾਂ ਨੂੰ ਇਤਨੀ ਜ਼ੋਰ ਦੀ ਬਰਸ਼ ਕਰ ਰਹੀ ਸੀ ਜਿਸ ਨਾਲ ਕਿ ਮੈਨੂੰ ਪੀੜ ਹੋਣ ਲੱਗ ਪਈ। ਇਸ ਘਟਨਾ ਤੋਂ ਇੱਕਦਮ ਪਿੱਛੋਂ ਪੈਗੋਟੀ ਨੇ ਕਿਹਾ, ਡੇਵਿਡ, ਮੇਰਾ ਭਰਾ ਯਾਰਮਿਊਥ ਵਿੱਚ ਰਹਿੰਦਾ ਹੈ, ਕੀ ਤੂੰ ਮੇਰੇ ਨਾਲ ਉੱਥੇ ਜਾਣਾ ਪਸੰਦ ਕਰੇਗਾ? ਮੈਂ ਉਸ ਪਾਸ 2 ਹਫ਼ਤਿਆਂ ਲਈ ਜਾ ਰਹੀ ਹਾਂ। ਮੈਂ ਪੁੱਛਿਆ, ਪੈਗੋਟੀ, ਕਿ ਤੇਰਾ ਭਰਾ ਚੰਗਾ ਆਦਮੀ ਹੈ? ਹਾਂ, ਉਹ ਬੜਾ ਚੰਗਾ ਹੈ। ਯਾਰਮਊਥ ਦੇ ਸਮੁੰਦਰ ਦੇ ਕਿਨਾਰੇ 'ਤੇ ਹੈ ਅਤੇ ਉੱਥੇ ਸਾਰਾ ਦਿਨ ਬੇੜੀਆਂ, ਜਹਾਜ਼ਾਂ, ਮਾਛੀਆਂ ਆਦਿ ਦੀ ਰੌਣਕ ਲੱਗੀ ਰਹਿੰਦੀ ਹੈ ਅਤੇ ਉੱਥੇ ਤੇਰੇ ਨਾਲ ਖੇਡਣ ਲਈ ਤੇਰੇ ਹਾਨ ਦਾ ਇੱਕ ਮੁੰਡਾ ਵੀ ਹੈ। ਮੈਂ ਪੁੱਛਿਆ ਕਿ ਮਾਤਾ ਜੀ ਆਗਿਆ ਦੇ ਦੇਣਗੇ? ਉਹਨੇ ਕਿਹਾ, ਹਾਂ, ਮੇਰਾ ਖਿਆਲ ਹੈ ਉਹ ਜ਼ਰੂਰ ਮੰਨ ਜਾਣਗੇ। ਸੱਚੀ ਮੁੱਚੀ ਮੈਨੂੰ ਯਾਰਮਊਥ ਜਾਣ ਦਾ ਇੰਨਾ ਚਾਅ ਚੜ੍ਹ ਗਿਆ ਕਿ ਮੈਨੂੰ ਹੋਰ ਸਭ ਕੁਝ ਭੁੱਲ ਗਿਆ। ਮੈਂ ਇਹ ਨਹੀਂ ਸੀ ਪਤਾ ਯਾਰਮਊਥ ਜਾਣ ਨਾਲ ਮੈਂ ਪਿਆਰ ਦੇ ਸਵਰਗ ਵਿੱਚੋਂ ਸਦਾ ਲਈ ਕੱਢਿਆ ਜਾਵਾਂਗਾ। ਸਭ ਤਿਆਰੀ ਮੁਕੰਮਲ ਹੋ ਗਈ। ਜਾਣ ਲੱਗਿਆ ਮੇਰੀ ਮਾਤਾ ਨੇ ਮੈਨੂੰ ਬੜਾ ਪਿਆਰ ਕੀਤਾ। ਮੈਨੂੰ ਵੀ ਜਾਣ ਲੱਗਿਆ ਬੜਾ ਰੋਣ ਆਇਆ। ਜਦ ਗੱਡੀ ਚੱਲ ਪਈ, ਮੇਰੀ ਮਾਤਾ ਨੇ ਕੋਚਵਾਨ ਨੂੰ ਠਹਿਰਨ ਲਈ ਕਿਹਾ ਤਾਂ ਜੋ ਮੈਨੂੰ ਜਾਣ ਲੱਗਿਆ ਇੱਕ ਵਾਰ ਹੋਰ ਪਿਆਰ ਕਰ ਲਵੇ। ਮੈਂ ਪਿਛਾਂਹ ਝਾਤੀ ਮਾਰੀ। ਮੇਰੀ ਮਾਤਾ ਦੂਰ ਸੜਕ 'ਤੇ ਉਦਾਸ ਚਿੱਤ ਖੜੀ ਮੇਰੇ ਵੱਲ ਤੱਕ ਰਹੀ ਸੀ। ਮਰਡਸਟੋਨ ਉਹਦੇ ਕੋਲ ਆ ਖੜਾ ਹੋਇਆ। ਉਹ ਮੇਰੀ ਮਾਤਾ ਨਾਲ ਨਾਰਾਜ਼ ਹੋ ਰਿਹਾ ਸੀ। ਉਹ ਮੇਰੇ ਜਾਣ 'ਤੇ ਇਤਨਾ ਦੁਖੀ ਕਿਉਂ ਹੋ ਰਹੀ ਹੈ? ਮੈਂ ਸੋਚ ਰਿਹਾ ਸਾਂ ਕਿ ਮੇਰੀ ਮਾਤਾ ਨੂੰ ਇਸ ਤਰ੍ਹਾਂ ਕਹਿਣ ਦਾ ਕੀ ਹੱਕ ਹੈ। ਯਾਰਮਊਥ ਦੀ ਸੈਰ। ਯੱਕੇ ਦਾ ਘੋੜਾ ਬੜਾ ਸੁਸਤ ਸੀ। ਉਹ ਸਿਰ ਥੱਲੇ ਸੁੱਟੀ ਟਿਚਕ ਚਾਲ ਨਾਲ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਉਹਨੂੰ ਦੁਨੀਆ ਦੀ ਕੋਈ ਸੁੱਧ ਬੁੱਧ ਹੀ ਨਹੀਂ ਸੀ ਹੁੰਦੀ। ਉਹ ਗਲੀ ਕੁਚਿਆਂ ਵਿੱਚੋਂ ਲੰਘਦਾ ਹੋਇਆ ਥਾਂ 'ਤੇ ਸਮਾਨ ਉਤਾਰੀ ਜਾਂਦਾ ਸੀ। ਪੈਗੋਟੀ ਖਾਣੇ ਵਾਲੀ ਟੋਕਰੀ ਆਪਣੇ ਗੋਡੇ ਕੋਲ ਰੱਖ ਕੇ ਮੇਰੇ ਲਾਗੇ ਹੀ ਬੈਠੀ ਹੋਈ ਸੀ। ਜਿੱਥੇ ਰਾਹ ਵਿੱਚ ਭੁੱਖ ਲੱਗ ਜਾਂਦੀ ਅਸੀਂ ਖੂਬ ਪੇਟ ਭਰ ਕੇ ਖਾਂਦੇ, ਜਿੱਥੇ ਨੀਂਦ ਆ ਜਾਂਦੀ ਉਂਘਣ ਲੱਗ ਜਾਂਦੇ। ਪਰ ਸਫ਼ਰ ਇਤਨਾ ਲੰਮਾ ਸੀ ਕਿ ਮੈਂ ਬੈਠ ਕੇ ਤੰਗ ਆ ਗਿਆ। ਆਖਰ ਜਦ ਅਸੀਂ ਯਾਰਮਊਥ ਲਾਗੇ ਪਹੁੰਚੇ ਤਾਂ ਮੈਂ ਸੁੱਖ ਦਾ ਸਾਹ ਲਿਆ। ਯਾਰਮਊਥ ਦਾ ਇਲਾਕਾ ਬਿਲਕੁਲ ਪੱਧਰਾ ਅਤੇ ਮੈਦਾਨੀ ਸੀ, ਇਸ ਲਈ ਸਮੁੰਦਰ ਘਰਾਂ ਦੇ ਬਿਲਕੁਲ ਲਾਗੇ ਤੱਕ ਫਿਰ ਜਾਂਦਾ ਸੀ। ਇਹ ਦੱਸਣਾ ਔਖਾ ਸੀ ਕਿ ਕਿੱਥੋਂ ਸਮੁੰਦਰ ਸ਼ੁਰੂ ਹੁੰਦਾ ਹੈ ਅਤੇ ਕਿੱਥੋਂ ਵੱਸੋਂ ਸ਼ੁਰੂ ਹੁੰਦੀ ਹੈ। ਸਾਡਾ ਯੱਕਾ ਅਚਾਨਕ ਇੱਕ ਗਲੀ ਵਿੱਚ ਇੱਕ ਸਰਾਂ ਲਾਗੇ ਠਹਿਰ ਗਿਆ। ਇੱਥੇ ਇੱਕ ਲੜਕਾ ਸਾਨੂੰ ਖੜਾ ਉਡੀਕ ਰਿਹਾ ਸੀ, ਜੋ ਉਮਰ ਵਿੱਚ ਤਾਂ ਛੋਟਾ ਹੀ ਸੀ ਪਰ ਕੱਦ ਵਿੱਚ ਬੇਮੁਹਾਰਾ ਵੱਧ ਗਿਆ ਲੱਗਦਾ ਸੀ। ਪੈਗੋਟੀ ਉਹਨੂੰ ਵੇਖ ਕੇ ਕਹਿਣ ਲੱਗੀ, ਹੈਮ, ਬੜਾ ਲੰਮਾ ਹੋ ਗਿਆ ਹੈ ਤੂੰ ਬੇਟਾ। ਹੈਮ ਨੇ ਮੈਨੂੰ ਕੰਧਾੜੇ ਚੁੱਕ ਲਿਆ ਅਤੇ ਮੇਰਾ ਟਰੰਕ ਹੱਥ ਵਿੱਚ ਫੜ ਲਿਆ। ਦੂਜਾ ਟਰੰਕ ਪੈਗੋਟੀ ਨੇ ਚੁੱਕ ਲਿਆ ਅਤੇ ਹੌਲੀ ਰੇਤਲੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਅਸੀਂ ਆਖਰ ਇੱਕ ਖੁੱਲ੍ਹੇ ਰੇਤਲੇ ਮੈਦਾਨ ਵਿੱਚ ਪਹੁੰਚ ਗਏ। ਹੈਮ ਨੇ ਕੁਝ ਦੂਰ ਇਸ਼ਾਰਾ ਕਰਦਿਆਂ ਕਿਹਾ, ਉਹ ਹੀ ਸਾਡਾ ਘਰ ਡੇਵਿਡ। ਮੈਂ ਆਲੇ ਦੁਆਲੇ ਬੜੇ ਗੌਰ ਨਾਲ ਵੇਖਿਆ ਪਰ ਮੈਨੂੰ ਕਿਤੇ ਵੀ ਕੋਈ ਘਰ ਨਾ ਦਿਸਿਆ। ਹਾਂ, ਮੈਨੂੰ ਦੂਰ ਇੱਕ ਵੱਡੀ ਸਾਰੀ ਕਿਸ਼ਤੀ ਜਿਹੀ ਜ਼ਰੂਰ ਦਿਸੀ। ਮੈਂ ਪੁੱਛਿਆ, ਉਹ ਜਿਹੜਾ ਕਿਸ਼ਤੀ ਵਰਗਾ ਲੱਗਦਾ ਹੈ? ਹਾਂ, ਬਿਲਕੁਲ ਉਹੀ, ਹੈਮ ਨੇ ਉੱਤਰ ਦਿੱਤਾ। ਜਦ ਮੈਂ ਕੋਲ ਪਹੁੰਚਿਆ ਤਾਂ ਮੈਂ ਵੇਖਿਆ ਕਿ ਉਹ ਸੱਚਮੁੱਚ ਦੀ ਕਿਸ਼ਤੀ ਸੀ, ਜਿਸ ਦੇ ਉੱਪਰ ਛੱਤ ਪਾ ਕੇ ਇੱਕ ਪਾਸੇ ਬੂਹਾ ਅਤੇ ਬਾਰੀਆਂ ਕੱਢ ਕੇ ਘਰ ਵਾਂਗ ਬਣਾਈ ਹੋਈ ਸੀ। ਅਸੀਂ ਘਰ ਅੰਦਰ ਗਏ। ਅੰਦਰੋਂ ਹਰ ਥਾਂ ਬਿਲਕੁਲ ਸਾਫ਼ ਸੁਥਰੀ ਸੀ। ਕਮਰੇ ਦੇ ਅੰਦਰ ਇੱਕ ਮੇਜ਼ ਤੇ ਇੱਕ ਘੜੀ ਸੀ ਅਤੇ ਕੰਧਾਂ 'ਤੇ ਕੁਝ ਤਸਵੀਰਾਂ ਸਨ।
ਕੁਝ ਬਕਸ ਵੀ ਪਏ ਸਨ ਜੋ ਕੁਰਸੀਆਂ ਦੀ ਥਾਂ ਵਰਤੇ ਜਾਣ ਲਈ ਰੱਖੇ ਹੋਏ ਸਨ। ਪੈਗੋਟੀ ਨੇ ਬੈਠਕ ਦੇ ਪਿਛਲੇ ਪਾਸੇ ਇੱਕ ਬੂਹਾ ਖੋਲ੍ਹਿਆ ਜੋ ਇੱਕ ਨਿੱਕੇ ਜਿਹੇ ਕਮਰੇ ਨੂੰ ਜਾਂਦਾ ਸੀ। ਇਹ ਕਮਰਾ ਮੇਰੇ ਸੌਣ ਲਈ ਨਿਯਤ ਕੀਤਾ ਗਿਆ ਸੀ। ਇੱਕ ਬੀਬੀ ਜਿਹੀ ਇਸਤਰੀ ਨੇ ਸਾਡਾ ਬੜਾ ਨਿੱਘਾ ਸਵਾਗਤ ਕੀਤਾ। ਇਸ ਦਾ ਨਾਮ ਮਿਸਿਸ ਗਾਮੇਜ਼ ਸੀ। ਉੱਥੇ ਉਹ ਇੱਕ ਬੜੀ ਸੋਹਣੀ ਨਿੱਕੀ ਜਿਹੀ ਕੁੜੀ ਵੀ ਸੀ ਜੋ ਮੈਨੂੰ ਵੇਖ ਕੇ ਲੁਕ ਗਈ। ਮੈਨੂੰ ਪੈਗੋਟੀ ਨੇ ਦੱਸਿਆ ਕਿ ਉਹਦਾ ਭਰਾ ਮੱਛੀਆਂ ਫੜਨ ਦਾ ਕੰਮ ਕਰਦਾ ਹੈ। ਕੁਝ ਚਿਰ ਪਿੱਛੋਂ ਸਾਂਵਲੇ ਜਿਹੇ ਰੰਗ ਦਾ ਇੱਕ ਆਦਮੀ ਅੰਦਰ ਆਇਆ। ਇਹ ਪੈਗੋਟੀ ਦਾ ਭਰਾ ਸੀ। ਉਹ ਪੈਗੋਟੀ ਨੂੰ ਬੜੇ ਪਿਆਰ ਨਾਲ ਮਿਲਿਆ ਤੇ ਮੇਰੀ ਵੱਲ ਵੇਖ ਕੇ ਕਹਿਣ ਲੱਗਿਆ, ਕਾਕਾ, ਸਾਨੂੰ ਬੜੀ ਖੁਸ਼ੀ ਹੋਈ ਹੈ ਤੂੰ ਇੱਥੇ ਆਇਆ ਹੈ। ਮੇਰਾ ਖਿਆਲ ਹੈ ਮਿਸਿਸ ਗੈਮਜ਼ ਹੈਮ ਤੇ ਐਮਿਲੀ ਨਾਲ ਤੇਰਾ ਇੱਥੇ ਦਿਲ ਲੱਗ ਜਾਏਗਾ। ਹੈਮ ਉਹਦੇ ਸਵਰਗਵਾਸੀ ਭਰਾ ਦਾ ਲੜਕਾ ਸੀ। ਐਮਿਲੀ ਉਹਦੇ ਸਾਲੇ ਦੀ ਲੜਕੀ ਸੀ ਤੇ ਮਿਸਿਸ ਗਮੇਜ਼ ਉਹਦੇ ਇੱਕ ਮਿੱਤਰ ਦੀ ਵਿਧਵਾ ਪਤਨੀ ਸੀ ਜੋ ਬਹੁਤ ਚਿਰ ਹੋਇਆ ਸਮੁੰਦਰ ਵਿੱਚ ਡੁੱਬ ਗਿਆ ਸੀ। ਜਦ ਰਾਤ ਨੂੰ ਸੌਣ ਵੇਲੇ ਹਵਾ ਦੀ ਛਾਂ-ਛਾਂ ਦੀ ਆਵਾਜ਼ ਆਈ, ਮੈਨੂੰ ਇੰਝ ਜਾਪਿਆ ਕਿ ਮੈਂ ਬੇੜੀ ਵਿੱਚ ਸਮੁੰਦਰ ਦੀ ਸੈਰ ਕਰ ਰਿਹਾ ਹਾਂ। ਅਗਲੇ ਦਿਨ ਮੈਂ ਐਮਿਲੀ ਨਾਲ ਬਾਹਰ ਖੇਡਣ ਚਲਾ ਗਿਆ। ਅਸੀਂ ਦੋਵੇਂ ਉੱਥੇ ਗਏ ਜਿੱਥੇ ਜਹਾਜ਼ ਬਿਲਕੁਲ ਕਿਨਾਰੇ ਨਾਲ ਆ ਕੇ ਲੱਗਦੇ ਸਨ। ਫਿਰ ਆਸ-ਪਾਸ ਦੀਆਂ ਹੋਰ ਥਾਵਾਂ ਵੀ ਵੇਖੀਆਂ। ਐਮਿਲੀ ਬੜੀ ਰੌਣਕੀ ਲੜਕੀ ਸੀ। ਮੈਨੂੰ ਉਹ ਬੜੀ ਚੰਗੀ ਲੱਗੀ। ਅਸੀਂ ਘੰਟਿਆਂ ਬੱਧੀ ਸਮੁੰਦਰ ਦੇ ਕੰਢੇ ਨਾਲ ਰੇਤ 'ਤੇ ਖੇਡਦੇ ਮਲਦੇ ਰਹੇ। ਮਿਸਿਸ ਗਮੇਜ਼ ਬੜੀ ਉਦਾਸ ਚਿੱਤ ਇਸਤਰੀ ਸੀ। ਜਦੋਂ ਵੀ ਉਹ ਘਰ ਇਕੱਲੀ ਰਹਿ ਜਾਂਦੀ ਤਾਂ ਉਹ ਬੜੀ ਦੁਖੀ ਹੁੰਦੀ। ਉਹ ਕਹਿੰਦੀ, ਜਦ ਵੀ ਮੈਂ ਘਰ ਵਿੱਚ ਇਕੱਲੀ ਹੁੰਦੀ ਹਾਂ ਤਾਂ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ। ਕਦੀ-ਕਦੀ ਜਦ ਉਹ ਸਰਦੀ ਬਾਰੇ ਸ਼ਿਕਾਇਤ ਕਰਦੀ ਤਾਂ ਪੈਗੋਟੀ ਦਾ ਭਰਾ ਕਹਿੰਦਾ, ਤੈਨੂੰ ਕੋਈ ਅਨੋਖੀ ਸਰਦੀ ਲੱਗਦੀ ਹੈ? ਸਰਦੀ ਹੈ ਹੀ ਬੜੀ, ਸਭ ਨੂੰ ਤੇਰੇ ਵਾਂਗ ਹੀ ਲੱਗ ਰਹੀ ਹੈ। ਦੁਪਹਿਰ ਵੇਲੇ ਖਾਣੇ ਨਾਲ ਜੋ ਮੱਛੀ ਦਿੱਤੀ ਗਈ ਉਹ ਬੜੀ ਛੋਟੀ ਸੀ ਤੇ ਕੰਡਿਆਂ ਨਾਲ ਭਰੀ ਹੋਈ ਸੀ। ਚਾੜਨ ਵੇਲੇ ਥੋੜ੍ਹੀ ਜਿਹੀ ਸੜ ਵੀ ਗਈ ਸੀ। ਅਸੀਂ ਸਾਰੇ ਇਸ ਬੇਸਵਾਦੇ ਜਿਹੇ ਖਾਣੇ 'ਤੇ ਕੁਝ ਉਦਾਸ ਬੈਠੇ ਸਾਂ। ਮਿਸਿਸ ਗਮੇਜ਼ ਕਹਿਣ ਲੱਗੀ, ਮੈਂ ਤੁਹਾਡੇ ਕੋਲੋਂ ਵੀ ਜ਼ਿਆਦਾ ਉਦਾਸ ਹਾਂ। ਜਦ ਸ਼ਾਮ ਵੇਲੇ ਪੈਗੋਟੀ ਦਾ ਭਰਾ ਕੰਮ-ਕਾਰ ਤੋਂ ਵਾਪਸ ਆਇਆ ਤਾਂ ਮਿਸਿਸ ਗਮੇਜ਼ ਇੱਕ ਨੁੱਕਰੇ ਲੱਗੀ ਰੋ ਰਹੀ ਸੀ। ਉਹਨੇ ਕਿਹਾ, ਤੂੰ ਰੋ ਕਿਉਂ ਰਹੀ ਹੈ? ਕੀ ਗੱਲ ਏ? ਸਿਆਣੇ-ਬਿਆਣੇ ਹੋ ਕੇ ਐਦਾਂ ਕਰਦਿਆਂ ਚੰਗਾ ਲੱਗੀਦਾ? ਮਿਸਿਸ ਗਮੇਜ਼ ਨੇ ਕਿਹਾ, ਮੈਂ ਖਾਣਾ ਬੇਸਵਾਦਾ ਜਿਹਾ ਬਣਾ ਕੇ ਤੈਨੂੰ ਗੁੱਸੇ ਕਰ ਲਿਆ ਜਾਪਦਾ ਹੈ, ਇਸ ਲਈ ਤੂੰ ਅੱਜ ਇੰਨਾ ਚਿਰ ਬਾਹਰ ਰਿਹਾ ਹੈ। ਪੈਗੋਟੀ ਦਾ ਭਰਾ ਇਸ ਗੱਲ 'ਤੇ ਖਿੜਖਿੜਾ ਕੇ ਹੱਸਿਆ ਤੇ ਕਹਿਣ ਲੱਗਾ, ਵਾਹ, ਤੂੰ ਸ਼ੁਦੈਣ ਹੀ ਹੈ। ਮੈਨੂੰ ਤਾਂ ਕੰਮਕਾਰ ਵਿੱਚ ਦੇਰ ਹੋ ਗਈ ਹੈ, ਤੇਰੇ ਕਰਕੇ ਥੋੜ੍ਹਾ ਚਿੜਕਾ ਆਇਆ ਵਾਂ। ਇਹ ਸੁਣ ਕੇ ਉਹ ਚੁੱਪਚਾਪ ਬਿਸਤਰੇ 'ਤੇ ਜਾ ਕੇ ਲੇਟ ਗਈ। ਪੈਗੋਟੀ ਦਾ ਭਰਾ ਕਹਿਣ ਲੱਗਾ, ਉਹ ਆਪਣੇ ਸਵਰਗਵਾਸੀ ਪਤੀ ਦੀ ਯਾਦ ਵਿੱਚ ਉਦਾਸ ਹੋ ਗਈ ਲੱਗਦੀ ਹੈ, ਪਰ ਹਮੇਸ਼ਾ ਵਾਂਗ ਬਹਾਨਾ ਹੋਰ ਕੋਈ ਬਣਾ ਲੈਂਦੀ ਹੈ। ਇਸੇ ਤਰ੍ਹਾਂ 2 ਕੁ ਹਫ਼ਤੇ ਲੰਘ ਗਏ। ਹੁਣ ਮੇਰੀ ਵਾਪਸੀ ਦਾ ਸਮਾਂ ਆ ਗਿਆ ਸੀ। ਮੈਂ ਐਮਿਲੀ ਤੋਂ ਵਿਛੜ ਕੇ ਬੜਾ ਉਦਾਸ ਹੋਇਆ। ਉਹ ਮੈਨੂੰ ਯੱਕੇ ਤੱਕ ਛੱਡਣ ਆਈ। ਮੈਨੂੰ ਜੀਵਨ ਵਿੱਚ ਕੁਝ ਥੋਥਾ ਜਿਹਾ ਲੱਗਣ ਲੱਗ ਪਿਆ, ਪਰ ਆਪਣੀ ਮਾਤਾ ਨੂੰ ਮਿਲਣ ਦਾ ਚਾਅ ਕਰਕੇ ਮੇਰੀ ਉਦਾਸੀ ਕੁਝ ਦੂਰ ਹੋ ਗਈ। ਮੈਂ ਪੈਗੋਟੀ ਨਾਲ ਵੀ ਇਸ ਬਾਰੇ ਗੱਲ ਕੀਤੀ, ਪਰ ਪੈਗੋਟੀ ਨੇ ਸਾਡੀ ਵਾਪਸੀ 'ਤੇ ਕੋਈ ਖੁਸ਼ੀ ਪ੍ਰਗਟ ਨਾ ਕੀਤੀ। ਆਖਰ ਅਸੀਂ ਘਰ ਪਹੁੰਚ ਗਏ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਦਿਨ ਬੜਾ ਉਦਾਸੀ ਭਰਿਆ ਸੀ। ਆਕਾਸ਼ 'ਤੇ ਕਾਲੇ-ਕਾਲੇ ਬੱਦਲ ਛਾਏ ਹੋਏ ਸਨ। ਮੈਂ ਬੜਾ ਖੁਸ਼ੀ ਵਿੱਚ ਭੱਜਾ ਅੰਦਰ ਗਿਆ। ਬੂਹੇ 'ਤੇ ਇੱਕ ਨੌਕਰ ਖੜਾ ਸੀ ਜਿਸ ਨੂੰ ਮੈਂ ਜਾਣਦਾ ਨਹੀਂ ਸਾਂ। ਮੈਂ ਪੈਗੋਟੀ ਨੂੰ ਪੁੱਛਿਆ, ਕਿਉਂ ਪੈਗੋਟੀ, ਕਿ ਉਹ ਹਾਲੇ ਵਾਪਸ ਨਹੀਂ ਆਈ? ਪੈਗੋਟੀ ਕਹਿਣ ਲੱਗੀ, ਹਾਂ, ਆ ਗਈ ਹੈ ਡੇਵਿਡ, ਜ਼ਰਾ ਠਹਿਰ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਹਾਂ। ਮੈਂ ਕੁਝ ਚਿੰਤਾ-ਚੁਰ ਜਿਹਾ ਹੋ ਕੇ ਪੁੱਛਿਆ, ਕਿਉਂ, ਕੀ ਗੱਲ ਹੈ? ਮੇਰੀ ਮਾਤਾ ਮੈਨੂੰ ਬੂਹੇ 'ਤੇ ਲੈਣ ਕਿਉਂ ਨਹੀਂ ਆਈ? ਕੀ ਸੁੱਖ ਸ਼ਾਂਤੀ ਹੈ? ਪੈਗੋਟੀ ਨੇ ਕਿਹਾ, ਨਹੀਂ ਡੇਵਿਡ, ਮੈਨੂੰ ਚਾਹੀਦਾ ਸੀ ਕਿ ਤੈਨੂੰ ਪਹਿਲਾਂ ਹੀ ਸਾਰੀ ਗੱਲ ਦੱਸ ਦਿੰਦੀ। ਤੇਰਾ ਇੱਕ ਨਵਾਂ ਪਿਤਾ ਬਣਿਆ ਹੈ। ਇਹ ਸੁਣ ਕੇ ਮੇਰਾ ਚਿਹਰਾ ਪੀਲਾ ਭੂਖ ਹੋ ਗਿਆ। ਅਸੀਂ ਦੋਵੇਂ ਬੈਠਕ ਵੱਲ ਗਏ। ਪੈਗੋਟੀ ਮੈਨੂੰ ਬੂਹੇ ਲਾਗੇ ਕਰਕੇ ਵਾਪਸ ਚਲੀ ਗਈ। ਅੰਦਰ ਅੰਗੀਠੀ ਦੇ ਇੱਕ ਪਾਸੇ ਮੇਰੀ ਮਾਤਾ, ਦੂਜੇ ਪਾਸੇ ਮਰਡਸਟੋਨ ਬੈਠਾ ਹੋਇਆ ਸੀ। ਮੇਰੀ ਮਾਤਾ ਮੈਨੂੰ ਵੇਖ ਕੇ ਕਾਹਲੀ ਨਾਲ ਉੱਠੀ। ਮਰਡਸਟੋਨ ਇੱਕਦਮ ਬੋਲ ਉੱਠਿਆ, ਕਲਾਰਾ, ਆਪਣੇ ਆਪ ਨੂੰ ਕਾਬੂ ਤੋਂ ਬਾਹਰ ਨਾ ਹੋਣ ਦੇ। ਫਿਰ ਮੇਰੀ ਵੱਲ ਤੱਕ ਕੇ ਕਹਿਣ ਲੱਗਾ, ਸੁਣਾ ਡੇਵੀ, ਕੀ ਹਾਲ ਹੈ? ਮੈਂ ਉਹਦੇ ਨਾਲ ਹੱਥ ਮਿਲਾਇਆ। ਫਿਰ ਮੈਂ ਆਪਣੀ ਮਾਤਾ ਵੱਲ ਗਿਆ। ਉਹਨੇ ਮੈਨੂੰ ਬੜਾ ਪਿਆਰ ਕੀਤਾ। ਉਸ ਤੋਂ ਪਿੱਛੋਂ ਮੈਂ ਜਲਦੀ ਹੀ ਉੱਥੋਂ ਖਿਸਕ ਕੇ ਕੋਠੇ 'ਤੇ ਚਲਾ ਗਿਆ। ਮਕਾਨ ਵਿੱਚ ਹਰ ਥਾਂ ਅਦਲਾ ਬਦਲੀ ਕੀਤੀ ਨਜ਼ਰ ਆ ਰਹੀ ਸੀ ਤੇ ਉਹ ਮੈਨੂੰ ਬਿਲਕੁਲ ਨਵਾਂ ਤੇ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਚੁੱਪਚਾਪ ਆਪਣੇ ਬਿਸਤਰੇ 'ਤੇ ਚਾਦਰ ਵਲੇਟ ਕੇ ਲੇਟ ਗਿਆ। ਲੇਟਦਿਆਂ ਹੀ ਮੇਰਾ ਬਦੋ-ਬਦੀ ਰੋਣਾ ਨਿਕਲ ਗਿਆ ਤੇ ਮੈਂ ਰੋਂਦਾ ਹੀ ਸੌਂ ਗਿਆ। ਮੇਰੀ ਦੁਰਦਸ਼ਾ। ਸਵੇਰੇ ਮੇਰੇ ਕੰਨੀ ਆਵਾਜ਼ ਪਈ, ਇਹ ਜੀ ਡੇਵੀ। ਫਿਰ ਕਿਸੇ ਨੇ ਮੇਰੀ ਚਾਦਰ ਖਿੱਚੀ। ਇਹ ਸੀ ਪੈਗੋਟੀ ਜੋ ਮੇਰੀ ਮਾਤਾ ਨਾਲ ਮੈਨੂੰ ਵੇਖਣ ਆਈ ਸੀ। ਕੀ ਗੱਲ ਹੈ ਡੇਵੀ? ਮੇਰੀ ਮਾਤਾ ਨੇ ਪੁੱਛਿਆ। ਕੁਝ ਨਹੀਂ, ਕਹਿ ਕੇ ਮੈਂ ਮੂੰਹ ਪਰਲੇ ਪਾਸੇ ਫੇਰ ਲਿਆ ਤੇ ਚਾਦਰ ਫਿਰ ਮੂੰਹ ਲਗਾ ਕੇ ਫਿਰ ਰੋਣ ਲੱਗ ਪਿਆ। ਡੇਵੀ ਬੇਟਾ, ਇਹ ਕਿਉਂ? ਪੈਗੋਟੀ, ਇਹ ਸਭ ਤੇਰੀ ਕਾਰਸਤਾਨੀ ਲੱਗਦੀ ਹੈ। ਤੂੰ ਜ਼ਰੂਰ ਇਹਨੂੰ ਮੇਰੇ ਵਿਰੁੱਧ ਸਿਖਾਉਂਦੀ ਰਹੀ ਹੈ। ਵੇਖੋ, ਹੁਣੇ ਮੇਰਾ ਵਿਆਹ ਹੋਇਆ ਹੈ। 2 ਦਿਨ ਸੁੱਖ ਦਾ ਸਾਹ ਨਹੀਂ ਲਿਆ ਤੇ ਮੁਸੀਬਤਾਂ ਦਾ ਪਹਾੜ ਮੇਰੇ ਸਿਰ 'ਤੇ ਆ ਪਿਆ ਹੈ, ਮੇਰੀ ਮਾਤਾ ਨੇ ਦੁਖੀ ਹੋ ਕੇ ਕਿਹਾ। ਫਿਰ ਮੈਂ ਮਹਿਸੂਸ ਕੀਤਾ ਕਿ ਇੱਕ ਹੋਰ ਜਣਾ ਕਮਰੇ ਵਿੱਚ ਆ ਗਿਆ ਹੈ। ਇਹ ਮਰਡਸਟੋਨ ਸੀ। ਉਹਨੇ ਕਿਹਾ, ਕਲਾਰਾ, ਮੈਂ ਤੈਨੂੰ ਕੀ ਸਮਝਾਇਆ ਸੀ? ਤੈਨੂੰ ਹਰ ਔਕੜ ਦਾ ਸਖਤੀ ਨਾਲ ਟਾਕਰਾ ਕਰਨਾ ਚਾਹੀਦਾ ਹੈ।
ਚੰਗਾ ਤੂੰ ਥੱਲੇ ਚਲੀ ਜਾ, ਫਿਕਰ ਨਾ ਕਰ, ਮੈਂ ਡੇਵਿਡ ਨੂੰ ਆਪੇ ਸੰਭਾਲ ਲਵਾਂਗਾ। ਮੇਰੀ ਮਾਤਾ ਤੇ ਪੈਗੋਟੀ ਦੋਵੇਂ ਥੱਲੇ ਚਲੇ ਗਈਆਂ। ਮਰਡਸਟੋਨ ਮੈਨੂੰ ਕਹਿਣ ਲੱਗਾ, ਡੇਵਿਡ ਕੀ ਤੈਨੂੰ ਪਤਾ ਹੈ ਮੈਂ ਕੁੱਤੇ ਜਾਂ ਘੋੜੇ ਨੂੰ ਆਪਣੇ ਆਖੇ ਲੱਗਣਾ ਕਿਵੇਂ ਸਿਖਾਉਂਦਾ ਹੈ? ਨਹੀਂ ਮੈਨੂੰ ਨਹੀਂ ਪਤਾ, ਮੈਂ ਕਿਹਾ। ਇਹ ਸੁਣ ਕੇ ਉਹਨੇ ਮੈਨੂੰ ਕਿਹਾ, ਮੈਂ ਉਹਨਾਂ ਨੂੰ ਕੁੱਟਣਾ ਵਾਂ, ਇਤਨਾ ਕੁੱਟਦਾ ਹਾਂ ਕਿ ਕੁੱਟ ਕੇ ਉਹਨਾਂ ਦਾ ਕਚੂਮਰ ਕੱਢ ਦਿੰਦਾ ਹਾਂ। ਵੈਸੇ ਤਾਂ ਤੂੰ ਮੈਨੂੰ ਸਿਆਣਾ ਲੱਗਦਾ ਹੈ ਤੇ ਮੇਰਾ ਖਿਆਲ ਹੈ ਕਿ ਤੈਨੂੰ ਮੇਰੀ ਗੱਲ ਦੀ ਸਮਝ ਲੱਗ ਗਈ ਹੋਣੀ ਹੈ। ਚੱਲ ਉੱਠ ਜਲਦੀ ਕਰ ਤੇ ਚੱਲ ਥੱਲੇ ਮੇਰੇ ਨਾਲ। ਮੈਨੂੰ ਪਤਾ ਸੀ ਕਿ ਜੇ ਮੈਂ ਝੱਪਦੇ ਉੱਥੋਂ ਨਾ ਉੱਠਿਆ ਤਾਂ ਮੇਰੀ ਖੈਰ ਨਹੀਂ, ਸੋ ਮੈਂ ਇੱਕਦਮ ਉੱਠਿਆ ਤੇ ਮੂੰਹ ਹੱਥ ਧੋ ਕੇ ਉਹਦੇ ਨਾਲ ਥੱਲੇ ਚਲਾ ਗਿਆ। ਮਰਡਸਟੋਨ ਮੇਰੀ ਮਾਤਾ ਨੂੰ ਕਹਿਣ ਲੱਗਾ, ਕੁਲਾਰਾ ਹੁਣ ਤਾਂ ਇਹ ਮੁੰਡਾ ਤੈਨੂੰ ਬਿਲਕੁਲ ਤੰਗ ਨਹੀਂ ਕਰੇਗਾ। ਮੈਂ ਸਹਿਮਿਆ ਜਿਹਾ ਹੋਇਆ ਜਾ ਕੇ ਖਾਣੇ ਵਾਲੀ ਮੇਜ਼ ਤੇ ਬੈਠ ਗਿਆ। ਅਸੀਂ ਤਿੰਨਾਂ ਨੇ ਨਾਸ਼ਤਾ ਕੀਤਾ। ਮੈਨੂੰ ਗੱਲਾਂ ਵਿੱਚ ਪਤਾ ਲੱਗਾ ਕਿ ਮਰਡਸਟੋਨ ਦੀ ਵੱਡੀ ਭੈਣ ਸਾਡੇ ਘਰ ਰਹਿਣ ਆ ਰਹੀ ਹੈ। ਖਾਣੇ ਤੋਂ ਪਿੱਛੋਂ ਜਦ ਮੈਂ ਅੰਗੀਠੀ ਕੋਲ ਬੈਠਾ ਪੈਗੋਟੀ ਵੱਲ ਖਿਸਕਣ ਦੀ ਵਿਉਂਤ ਬਣਾ ਰਿਹਾ ਸਾਂ ਤਾਂ ਬਾਹਰ ਯੱਕੇ ਦੇ ਖੜੋਣ ਦੀ ਆਵਾਜ਼ ਆਈ। ਮਰਡਸਟੋਨ ਬਾਹਰ ਗਿਆ। ਮੈਂ ਅਤੇ ਮੇਰੀ ਮਾਤਾ ਵੀ ਉਹਦੇ ਪਿੱਛੇ ਤੁਰ ਪਏ। ਰਾਹ ਵਿੱਚ ਮੇਰੀ ਮਾਤਾ ਨੇ ਇੱਕ ਪਾਸੇ ਲੁੱਕ ਕੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਿਹਾ, ਡੇਵੀ ਤੂੰ ਆਪਣੇ ਨਵੇਂ ਪਿਤਾ ਦੇ ਆਖੇ ਲੱਗਿਆ ਕਰ ਤੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ। ਬਾਹਰ ਮਰਡਸਟੋਨ ਦੀ ਭੈਣ ਖੜੀ ਸੀ। ਉਹਦਾ ਮੁਹਾਂਦਰਾ ਉਹਦੇ ਭਰਾ ਨਾਲ ਮਿਲਦਾ ਸੀ। ਉਹ ਰੰਗ ਦੀ ਸਾਂਵਲੀ ਤੇ ਸੁਭਾਅ ਦੀ ਸੜੀ ਹੋਈ ਲੱਗਦੀ ਸੀ। ਉਹਦੇ ਨਾਲ 2 ਟਰੰਕ ਸਨ। ਉਹਨੇ ਕੋਚਵਾਨ ਨੂੰ ਕਿਰਾਇਆ ਦਿੱਤਾ ਤੇ ਆਪਣੇ ਲੋਹੇ ਦੇ ਬਟੂਏ ਨੂੰ ਇੱਕ ਥੈਲੇ ਵਿੱਚ ਪਾ ਲਿਆ ਜੋ ਉਸਨੇ ਜੰਜੀਰ ਦੁਆਰਾ ਆਪਣੀ ਬਾਂਹ ਨਾਲ ਲਟਕਾਇਆ ਹੋਇਆ ਸੀ। ਉਹ ਵੀ ਬਟੂਏ ਵਾਂਗ ਲੋਹੇ ਦੀ ਬਣੀ ਹੋਈ ਲੱਗਦੀ ਸੀ। ਉਹਨੇ ਅੰਦਰ ਆ ਕੇ ਪੁੱਛਿਆ, ਲੜਕਾ ਤੇਰਾ ਹੈ ਕੁਲਾਰਾ? ਮੇਰੀ ਮਾਤਾ ਦੇ ਦੱਸਣ ਤੇ ਉਹਨੇ ਫੇਰ ਕਿਹਾ, ਆਮ ਤੌਰ ਤੇ ਮੈਂ ਮੁੰਡਿਆਂ ਨੂੰ ਪਸੰਦ ਨਹੀਂ ਕਰਦੀ। ਸੁਣਾ ਕਾਕਾ, ਠੀਕ ਤਾਂ ਹੈ? ਮੈਂ ਉੱਤਰ ਦਿੱਤਾ, ਮੈਂ ਰਾਜ਼ੀ ਖੁਸ਼ੀ ਹਾਂ, ਦੱਸੋ ਤੁਹਾਡਾ ਕੀ ਹਾਲ ਹੈ? ਇਸ ਤੇ ਉਹਨੇ ਘਿਰਨਾ ਭਰੀ ਆਵਾਜ਼ ਵਿੱਚ ਕਿਹਾ, ਮੁੰਡਾ ਬੜਾ ਬਦਤਮੀਜ਼ ਹੈ। ਇਹਨਾਂ ਸ਼ਬਦਾਂ ਨੇ ਮੇਰੇ ਮਨ ਨੂੰ ਹੋਰ ਵੀ ਡਰ ਬਿਠਾ ਦਿੱਤਾ। ਹੁਣ ਮੈਨੂੰ ਪਤਾ ਲੱਗ ਗਿਆ ਕਿ ਉਹ ਉੱਥੇ ਹਮੇਸ਼ਾ ਠਹਿਰਨ ਲਈ ਆਈ ਹੈ। ਅਗਲੇ ਦਿਨ ਸਵੇਰੇ ਨਾਸ਼ਤੇ ਵੇਲੇ ਫਿਰ ਮੇਰੀ ਉਹਦੇ ਨਾਲ ਮੁਲਾਕਾਤ ਹੋਈ। ਉਹਨੇ ਮੇਰੀ ਮਾਤਾ ਨੂੰ ਕਿਹਾ, ਕੁਲਾਰਾ ਮੈਂ ਤੇਰੀ ਸਹਾਇਤਾ ਲਈ ਇੱਥੇ ਆਈ ਹਾਂ। ਤੂੰ ਬੜੀ ਸਿੱਧੀ ਸਾਦੀ ਹੈ, ਤੇਰੇ ਕੋਲੋਂ ਘਰ ਦਾ ਪ੍ਰਬੰਧ ਠੀਕ ਨਹੀਂ ਚੱਲਣਾ। ਤੂੰ ਇੰਝ ਕਰ, ਘਰ ਦੀਆਂ ਚਾਬੀਆਂ ਮੇਰੇ ਹਵਾਲੇ ਕਰ ਦੇ, ਮੈਂ ਆਪੇ ਘਰ ਦਾ ਸਾਰਾ ਖਿਆਲ ਰੱਖਾਂਗੀ। ਮੇਰੀ ਮਾਤਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਇਹ ਵੇਖ ਕੇ ਮਰਡਸਟੋਨ ਕਹਿਣ ਲੱਗਾ, ਕੁਲਾਰਾ ਮੈਂ ਤੇਰੇ ਇਸ ਵਤੀਰੇ ਤੇ ਬੜਾ ਹੈਰਾਨ ਹਾਂ। ਮੇਰੀ ਮਾਤਾ ਨੇ ਉੱਤਰ ਦਿੱਤਾ, ਤੁਸੀਂ ਸਦਾ ਸਖਤੀ ਦਾ ਰਾਗ ਅਲਾਪਦੇ ਰਹਿੰਦੇ ਹੋ। ਘਰ ਦੀ ਮਾਲਕ ਹੁੰਦਿਆਂ ਹੋਇਆਂ ਮੇਰੇ ਘਰ ਦੀਆਂ ਚਾਬੀਆਂ ਕਿਸੇ ਹੋਰ ਕੋਲ ਹੋਣ, ਇਹ ਕਿਵੇਂ ਹੋ ਸਕਦਾ ਹੈ? ਵਿਆਹ ਤੋਂ ਪਹਿਲਾਂ ਘਰ ਦਾ ਗੁਜ਼ਾਰਾ ਕੌਣ ਤੋਰਦਾ ਸੀ? ਮਰਡਸਟੋਨ ਦੀ ਭੈਣ ਫੌਰਨ ਬੋਲ ਉੱਠੀ, ਭਰਾ ਰਹਿਣ ਦੇ, ਮੈਂ ਕੱਲ੍ਹ ਹੀ ਵਾਪਸ ਚਲੀ ਜਾਵਾਂਗੀ। ਮਰਡਸਟੋਨ ਨੇ ਆਪਣੀ ਭੈਣ ਨੂੰ ਕਿਹਾ, ਜੇਨ ਤੂੰ ਚੁੱਪ ਰਹੋ। ਫਿਰ ਮੇਰੀ ਮਾਤਾ ਨੂੰ ਸੰਬੋਧਨ ਕਰਦਿਆਂ ਕਹਿਣ ਲੱਗਾ, ਕੁਲਾਰਾ ਤੇਰੇ ਨਾਲ ਵਿਆਹ ਕਰਾਉਣ ਸਮੇਂ ਮੇਰਾ ਖਿਆਲ ਸੀ ਕਿ ਮੈਂ ਤੇਰੇ ਸੁਭਾਅ ਵਿੱਚ ਉਹ ਕਰੜਾਈ ਪੈਦਾ ਕਰ ਸਕਾਂਗਾ ਜਿਸ ਦਾ ਤੇਰੇ ਵਿੱਚ ਘਾਟਾ ਹੈ। ਇਹ ਵੀ ਮੇਰਾ ਖਿਆਲ ਸੀ ਕਿ ਜਦ ਮੇਰੀ ਭੈਣ ਜੇਨ ਤੈਨੂੰ ਇਸ ਕੰਮ ਵਿੱਚ ਸਹਾਇਤਾ ਕਰੇਗੀ ਤਾਂ ਤੂੰ ਉਹਦਾ ਧੰਨਵਾਦ ਕਰੇਂਗੀ, ਪਰ ਤੇਰੇ ਇਸ ਰਵੱਈਏ ਤੇ ਮੈਨੂੰ ਬੜਾ ਦੁੱਖ ਹੋਇਆ। ਮੇਰੀ ਮਾਤਾ ਨੇ ਰੋਂਦਿਆਂ ਕਿਹਾ, ਨਹੀਂ ਇਸ ਤਰ੍ਹਾਂ ਨਾ ਕਹੋ, ਮੈਂ ਉਹਨਾਂ ਦੀ ਬੜੀ ਧੰਨਵਾਦੀ ਹਾਂ। ਮੈਂ ਇਸ ਝਗੜੇ ਵਿੱਚੋਂ ਕੀ ਲੈਣਾ ਹੈ? ਇਤਨੇ ਨੂੰ ਮਰਡਸਟੋਨ ਦੀ ਮੇਰੇ ਤੇ ਨਜ਼ਰ ਪਈ। ਉਹ ਬੜੇ ਰੋਹ ਵਿੱਚ ਮੈਨੂੰ ਕਹਿਣ ਲੱਗਾ, ਇਹੋ ਜਿਹੀਆਂ ਗੱਲਾਂ ਛੋਟੇ ਬੱਚਿਆਂ ਦੇ ਸੁਣਨ ਦੇ ਯੋਗ ਨਹੀਂ, ਚੱਲ ਬਾਹਰ ਜਲਦੀ ਕਰ। ਮੈਨੂੰ ਇਹ ਦਿਲ ਥੁੱਕਵਾਂ ਦ੍ਰਿਸ਼ ਵੇਖ ਕੇ ਇਤਨਾ ਰੋਣ ਆ ਰਿਹਾ ਸੀ ਕਿ ਮੈਨੂੰ ਬਾਹਰ ਜਾਣ ਦਾ ਵਾਲਾ ਬੂਹਾ ਹੀ ਬੜੀ ਮੁਸ਼ਕਲ ਨਾਲ ਦਿਸਿਆ। ਇਸ ਘਟਨਾ ਤੋਂ ਪਿੱਛੋਂ ਜੇਨ ਨੇ ਸਾਰੇ ਘਰ ਦਾ ਪ੍ਰਬੰਧ ਸੰਭਾਲਿਆ। ਜਦ ਵੀ ਕਦੀ ਮੇਰੀ ਮਾਤਾ ਘਰ ਦੇ ਪ੍ਰਬੰਧ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੀ ਤਾਂ ਜੇਨ ਇੰਝ ਆਪਣਾ ਥੈਲਾ ਖੋਲ੍ਹਣ ਲੱਗ ਜਾਂਦੀ ਜਿਵੇਂ ਉਹ ਗੁੱਸੇ ਵਿੱਚ ਘਰ ਦੀਆਂ ਚਾਬੀਆਂ ਮੇਰੇ ਮਾਤਾ ਦੇ ਹਵਾਲੇ ਕਰਨ ਲੱਗੀ ਹੈ। ਇਸ ਤੇ ਮੇਰੀ ਮਾਤਾ ਡਰ ਜਾਂਦੀ ਤੇ ਚੁੱਪ ਕਰ ਜਾਂਦੀ। ਮੇਰੀ ਪੜ੍ਹਾਈ ਦੀ ਜ਼ਿੰਮੇਵਾਰੀ ਮੇਰੀ ਮਾਤਾ ਦੇ ਸਿਰ ਸੀ। ਉਹ ਮੈਨੂੰ ਕੋਲ ਬਿਠਾ ਕੇ ਪੜ੍ਹਾਉਂਦੀ ਸੀ, ਪਰ ਉਸ ਸਮੇਂ ਮਰਡਸਟੋਨ ਤੇ ਜੇਨ ਦੋਵੇਂ ਮੇਰੇ ਲਾਗੇ ਹੀ ਬੈਠ ਜਾਂਦੇ ਸਨ ਤੇ ਮੇਰੀ ਪੜ੍ਹਾਈ ਦਾ ਧਿਆਨ ਰੱਖਣ ਦੇ ਬਹਾਨੇ ਮੇਰੇ ਮਾਤਾ ਨੂੰ ਕਰੜਾ ਸੁਭਾਅ ਬਣਾਉਣ ਦਾ ਸਬਕ ਸਿਖਾਉਣ ਦੀ ਕੋਸ਼ਿਸ਼ ਵਿੱਚ ਜੁਟ ਜਾਂਦੇ ਸਨ। ਮਰਡਸਟੋਨ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਵੀ ਮੇਰੀ ਮਾਤਾ ਮੈਨੂੰ ਸਬਕ ਪੜ੍ਹਾਉਂਦੀ ਹੁੰਦੀ ਸੀ ਤੇ ਮੈਂ ਆਪਣਾ ਸਬਕ ਬੜੇ ਚਾਅ ਨਾਲ ਪੜ੍ਹਦਾ ਤੇ ਸਹਿਲੀ ਯਾਦ ਕਰ ਲੈਂਦਾ ਸਾਂ। ਪਰ ਹੁਣ ਪੜ੍ਹਾਈ ਤੋਂ ਮੇਰਾ ਸਾਹ ਇੰਝ ਸੁੱਕਦਾ ਸੀ ਜਿਵੇਂ ਫਾਂਸੀ ਲੱਗਣ ਵਾਲੇ ਫਾਂਸੀ ਦਾ ਤਖਤਾ ਯਾਦ ਕਰਕੇ। ਇਹ ਮੇਰੇ ਤੇ ਮੇਰੀ ਮਾਤਾ ਦੋਹਾਂ ਲਈ ਅਤ ਅਠਨ ਕਠਿਨ ਘੜੀ ਹੁੰਦੀ ਸੀ। ਮੈਂ ਕਮਰੇ ਦੇ ਅੰਦਰ ਆ ਕੇ ਕਿਤਾਬ ਆਪਣੀ ਮਾਤਾ ਦੇ ਹੱਥ ਫੜਾ ਦਿੰਦਾ ਸਾਂ। ਮੈਂ ਸਬਕ ਤਾਜ਼ਾ ਯਾਦ ਕੀਤਾ ਹੁੰਦਾ ਸੀ ਤੇ ਕਾਲੀ ਸੁਣਾਉਣ ਲੱਗ ਪੈਂਦਾ ਸੀ। ਇਸ ਕਾਲ ਵਿੱਚ ਜਦ ਕਦੀ ਮੈਂ ਇੱਕ ਅੱਧਾ ਅੱਖਰ ਵੀ ਭੁੱਲ ਜਾਂਦਾ ਤਾਂ ਮਰਡਸਟੋਨ ਮੇਰੇ ਵੱਲ ਇੰਝ ਘੂਰ ਕੇ ਤੱਕਦਾ ਕਿ ਮੈਂ ਘਬਰਾਹਟ ਵਿੱਚ ਹੋਰ ਕਈ ਸ਼ਬਦ ਗਲਤ ਪੜ੍ਹ ਜਾਂਦਾ। ਮੇਰੀ ਮਾਤਾ ਮੇਰੀ ਗਲਤੀ ਸਮਝਾ ਕੇ ਮੈਨੂੰ ਮੁਸ਼ਕਿਲ ਵਿੱਚੋਂ ਕੱਢਣਾ ਚਾਹੁੰਦੀ, ਪਰ ਉਹਦੀ ਹਿੰਮਤ ਨਾ ਪੈਂਦੀ। ਉਹਦੇ ਮੂੰਹ ਵਿੱਚੋਂ ਬਦਬੋਦੀ ਨਿਕਲ ਜਾਂਦਾ, ਓਹ ਡੇਵਿਡ। ਮਰਡਸਟੋਨ ਉਹਦਾ ਇਰਾਦਾ ਭਾਂਮ ਕੇ ਉਹਨੂੰ ਫੌਰਨ ਰੋਕ ਦਿੰਦਾ ਤੇ ਕਹਿੰਦਾ, ਹੁਣ ਮੁੰਡੇ ਨਾਲ ਕਰੜਾਈ ਕਰਨ ਦਾ ਵੇਲਾ ਹੈ। ਉਹਦੇ ਨਾਲ ਉਹ ਡੇਵਿਡ ਕਹਿ ਕੇ ਬਿਲਕੁਲ ਹਮਦਰਦੀ ਨਾ ਕਰ, ਦੱਸ ਕਿ ਉਹਨੂੰ ਸਬਕ ਯਾਦ ਹੈ। ਲਾਗੇ ਬੈਠੀ ਹੋਈ ਜੇਨ ਉਹਦਾ ਪੱਖ ਕਰਦਿਆਂ ਫੌਰਨ ਬੋਲ ਉੱਠਦੀ, ਬਿਲਕੁਲ ਨਹੀਂ। ਮੇਰੀ ਮਾਤਾ ਵੀ ਮਜਬੂਰਨ ਕਹਿ ਦਿੰਦੀ, ਨਹੀਂ ਵਿਚਾਰੇ ਨੂੰ ਚੰਗੀ ਤਰ੍ਹਾਂ ਯਾਦ ਨਹੀਂ। ਇਸ ਤੇ ਜੇਨ ਫੇਰ ਬੋਲ ਉੱਠਦੀ, ਇਹਨੂੰ ਕਿਤਾਬ ਵਾਪਸ ਕਰ ਦੇ, ਇਹ ਸਬਕ ਯਾਦ ਕਰਵਾ।
ਹਾਂ ਮੈਂ ਇਹੀ ਤਾਂ ਕਰਨ ਲੱਗੀ ਹਾਂ, ਮੇਰੀ ਮਾਤਾ ਉੱਤਰ ਦਿੰਦੀ ਤੇ ਮੈਨੂੰ ਕਹਿੰਦੀ, ਡੇਵਿਡ ਇੱਕ ਵਾਰ ਫੇਰ ਕੋਸ਼ਿਸ਼ ਕਰ, ਵੇਖ ਧਿਆਨ ਨਾਲ ਯਾਦ ਕਰੀ। ਮੈਂ ਫੇਰ ਸਬਕ ਯਾਦ ਕਰਕੇ ਸੁਣਾਉਂਦਾ, ਪਰ ਐਨ ਉਹੀ ਗਲਤੀ ਫੇਰ ਕਰਦਾ। ਮਰਡਸਟੋਨ ਬੇਬਸ ਹੋ ਜਾਂਦਾ ਤੇ ਮੇਰੇ ਤੇ ਬੜਾ ਖਿੱਚਦਾ। ਉਹਦੀ ਭੈਣ ਉਸ ਨੂੰ 2 ਰਤੀਆਂ ਹੋਰ ਜ਼ਿਆਦਾ ਕ੍ਰੋਧਵਾਨ ਹੁੰਦੀ। ਮੇਰੀ ਮਾਤਾ ਉਸ ਅੱਖਰ ਨੂੰ ਉਠਾ ਕੇ ਮੇਰੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੀ। ਇਸ ਤੇ ਜੇਨ ਇੱਕਦਮ ਭੜਕ ਕੇ ਕਹਿੰਦੀ, ਕਲਾਰਾ ਇਹ ਕੀ ਕਰ ਰਹੀ ਹੈ? ਇਤਨੇ ਵਿੱਚ ਜ਼ਬਤ 'ਚ ਬਾਹਰ ਹੋਇਆ ਮਰਡਸਟੋਨ ਵੀ ਆਪਣੀ ਕੁਰਸੀ ਤੋਂ ਉੱਠ ਪੈਂਦਾ, ਮੇਰੇ ਹੱਥੋਂ ਕਿਤਾਬ ਖੋਹ ਕੇ ਮੇਰੇ ਸਿਰ ਵਿੱਚ ਮਾਰਦਾ ਤੇ ਧੱਕਾ ਦੇ ਕੇ ਮੈਨੂੰ ਕਮਰੇ ਵਿੱਚੋਂ ਬਾਹਰ ਪਟਕਾ ਮਾਰਦਾ। ਇਹ ਹਰ ਰੋਜ਼ ਮੇਰਾ ਹਾਲ ਹੁੰਦਾ ਸੀ। ਜਦ ਕਦੀ ਰੱਬ ਸਬੱਬੀ ਮੈਨੂੰ ਸਬਕ ਠੀਕ ਤਰ੍ਹਾਂ ਯਾਦ ਹੁੰਦਾ ਤਾਂ ਮੈਨੂੰ ਅਗਲੇ ਦਿਨ ਲਈ ਦੂਣਾ ਕੰਮ ਦੇ ਦਿੱਤਾ ਜਾਂਦਾ, ਕਿਉਂਕਿ ਮਰਡਸਟੋਨ ਤੇ ਜੇਨ ਮੈਨੂੰ ਇੱਕ ਪਲ ਵੀ ਵਿਹਲਿਆਂ ਬੈਠਾ ਦੇਖ ਕੇ ਰਾਜ਼ੀ ਨਹੀਂ ਸਨ। ਦਿਨ ਬ ਦਿਨ ਮੈਂ ਬੜਾ ਚੁੱਪਚਾਪ ਤੇ ਦੁਖੀ ਰਹਿਣ ਲੱਗ ਪਿਆ। ਕੇਵਲ ਮੇਰੇ ਪਿਤਾ ਦੀਆਂ ਪਈਆਂ ਹੋਈਆਂ ਪੁਸਤਕਾਂ ਤੋਂ ਮੈਨੂੰ ਕੁਝ ਖੁਸ਼ੀ ਮਿਲਦੀ ਸੀ, ਜਿਹੜੀਆਂ ਸੌਣ ਵੇਲੇ ਮੈਂ ਮਰਡਸਟੋਨ ਤੇ ਜੇਨ ਦੀ ਅੱਖ ਬਚਾ ਕੇ ਪੜ੍ਹਦਾ ਰਹਿੰਦਾ ਸੀ, ਖਾਸ ਕਰਕੇ ਰੋਬਿਨਸਨ ਕਰੂਸੋ ਤੇ ਸਿੰਧਬਾਦ ਦਾ ਸਫ਼ਰ। ਇੱਕ ਦਿਨ ਮੈਂ ਹਰ ਰੋਜ਼ ਵਾਂਗ ਆਪਣੀ ਕਿਤਾਬ ਲੈ ਕੇ ਬੈਠਕ ਵਿੱਚ ਗਿਆ। ਮੇਰੀ ਮਾਤਾ ਬੜੀ ਚਿੰਤਾਤੁਰ ਲੱਗਦੀ ਸੀ। ਜੇਨ ਬੜੀ ਕਰੜੀ ਨਜ਼ਰ ਨਾਲ ਤੱਕ ਰਹੀ ਸੀ। ਮਰਡਸਟੋਨ ਨੇ ਹੱਥ ਵਿੱਚ ਸੋਟੀ ਫੜੀ ਹੋਈ ਸੀ। ਮਰਡਸਟੋਨ ਕਹਿ ਰਿਹਾ ਸੀ, ਕਲਾਰਾ ਮੈਂ ਤੈਨੂੰ ਦੱਸਣਾ ਚਾਹੁੰਦਾ ਵਾਂ ਕਿ ਮੈਨੂੰ ਵੀ ਕਈ ਵਾਰ ਮਾਰ ਪਈ ਸੀ। ਹਾਂ ਬਿਲਕੁਲ ਠੀਕ ਹੈ, ਜੇਨ ਨੇ ਹੁੰਗਾਰਾ ਭਰਦਿਆਂ ਕਿਹਾ। ਮੇਰੀ ਮਾਤਾ ਨੇ ਕੁਝ ਖਿੱਚ ਕੇ ਕਿਹਾ, ਠੀਕ ਹੋਏਗਾ, ਪਰ ਕੀ ਇਸ ਨਾਲ ਮਿਸਟਰ ਮਰਡਸਟੋਨ ਲਾਭ ਵੀ ਪਹੁੰਚਿਆ ਸੀ ਕਿ ਨਹੀਂ? ਜੇਨ ਨੇ ਉੱਤਰ ਦਿੱਤਾ, ਜੇ ਲਾਭ ਨਹੀਂ ਤਾਂ ਉਹਨੂੰ ਨੁਕਸਾਨ ਵੀ ਤਾਂ ਨਹੀਂ ਨਾ ਹੋਇਆ। ਮਰਡਸਟੋਨ ਨੇ ਮੈਨੂੰ ਸੋਟੀ ਵਿਖਾਉਂਦਿਆਂ ਕਿਹਾ, ਵੇਖੀ ਡੇਵਿਡ ਅੱਜ ਹੋਸ਼ ਨਾਲ ਸਬਕ ਪੜ੍ਹੀ। ਇਸ ਚੇਤਾਵਨੀ ਦਾ ਅਸਰ ਇਹ ਹੋਇਆ ਕਿ ਮੈਂ ਅੱਗੇ ਨਾਲੋਂ ਵੀ ਜ਼ਿਆਦਾ ਘਬਰਾ ਗਿਆ ਤੇ ਗਲਤੀਆਂ ਕਰਦਾ ਗਿਆ। ਮੈਨੂੰ ਸਬਕ ਬਿਲਕੁਲ ਹੀ ਭੁੱਲ ਗਿਆ। ਮੇਰੀ ਹਾਲਤ ਤੇ ਤਰਸ ਖਾ ਕੇ ਮੇਰੀ ਮਾਤਾ ਰੋਣ ਲੱਗ ਪਈ। ਜੇਨ ਨੇ ਕਿਹਾ, ਕਲਾਰਾ ਇਹ ਕੀ ਕਰ ਰਹੀ ਹੈ? ਮੇਰੀ ਮਾਤਾ ਨੇ ਉੱਤਰ ਦਿੱਤਾ, ਮੇਰੀ ਤਬੀਅਤ ਅੱਜ ਕੁਝ ਠੀਕ ਨਹੀਂ। ਇਸ ਤੇ ਮਰਡਸਟੋਨ ਨੇ ਕਿਹਾ, ਕਲਾਰਾ ਹਾਲੀ ਤੱਕ ਤੇਰਾ ਸੁਭਾਅ ਇੰਨਾ ਕਰੜਾ ਨਹੀਂ ਹੋਇਆ ਕਿ ਤੂੰ ਇਸ ਲੜਕੇ ਵੱਲੋਂ ਦਿੱਤੇ ਗਏ ਕਸ਼ਟ ਨੂੰ ਠੀਕ ਤਰ੍ਹਾਂ ਚੱਲ ਸਕੇ। ਡੇਵਿਡ ਤੂੰ ਤੇ ਮੈਂ ਕੋਠੇ ਤੇ ਚੱਲਦੇ ਹਾਂ। ਜਿਵੇਂ ਹੀ ਉਹ ਮੈਨੂੰ ਬੂਹੇ ਵਿੱਚੋਂ ਬਾਹਰ ਲੈ ਜਾਣ ਲੱਗਾ, ਮੇਰੀ ਮਾਤਾ ਭੱਜ ਕੇ ਮੇਰੇ ਵੱਲ ਆਈ। ਜੇਨ ਨੇ ਮੇਰੀ ਮਾਤਾ ਨੂੰ ਰੋਕਦਿਆਂ ਕਿਹਾ, ਕਲਾਰਾ ਤੂੰ ਬੇਵਕੂਫ ਤਾਂ ਨਹੀਂ ਹੋ ਗਈ? ਜਦ ਮੈਂ ਕੋਠੇ ਤੇ ਜਾ ਰਿਹਾ ਸੀ ਤਾਂ ਮੈਨੂੰ ਮੇਰੀ ਮਾਤਾ ਦੇ ਰੋਣ ਦੀ ਆਵਾਜ਼ ਆਈ। ਮੈਂ ਮਰਡਸਟੋਨ ਨੂੰ ਡਰ ਨਾਲ ਚਾਂਗਰਾ ਮਾਰਦਿਆਂ ਕਿਹਾ, ਮੈਨੂੰ ਮਾਰਿਓ ਨਾ, ਮੈਂ ਸਬਕ ਯਾਦ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ, ਪਰ ਜਦ ਤੁਸੀਂ ਤੇ ਮਿਸ ਜੇਨ ਉੱਥੇ ਹੋਵੋ ਮੈਨੂੰ ਸਭ ਕੁਝ ਭੁੱਲ ਜਾਂਦਾ ਹੈ। ਉਹਨੇ ਮੇਰਾ ਸਿਰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਮੈਥੋਂ ਡਰ ਤੇ ਘਬਰਾਹਟ ਕਾਰਨ ਉਹਦੇ ਹੱਥ ਤੇ ਦੰਦੀ ਵੱਢੀ ਗਈ। ਇਸ ਤੇ ਉਸਨੇ ਮੈਨੂੰ ਇਤਨਾ ਕੁੱਟਿਆ ਕਿ ਉਹ ਕੁੱਟ ਕੇ ਹੱਫ ਗਿਆ। ਮੈਂ ਚਾਂਗਰਾ ਮਾਰ ਕੇ ਸਾਰਾ ਘਰ ਸਿਰ ਤੇ ਚੁੱਕ ਲਿਆ। ਰੌਲੇ ਦੀ ਆਵਾਜ਼ ਸੁਣ ਕੇ ਘਰ ਦੇ ਸਾਰੇ ਜਣਿਆਂ ਦੀ ਪੌੜੀਆਂ ਰਾਹੀਂ ਉੱਪਰ ਵੱਲ ਨੂੰ ਚੜ੍ਹਨ ਦੀ ਆਵਾਜ਼ ਆਈ। ਪੈਗੋਟੀ ਤੇ ਮੇਰੀ ਮਾਤਾ ਦੇ ਰੋਣ ਦੀ ਆਵਾਜ਼ ਵੀ ਮੇਰੇ ਕੰਨੀ ਪਈ। ਉਹ ਆਪਣਾ ਸਾਰਾ ਗੁੱਸਾ ਕੱਢ ਕੇ ਹੱਫਦਾ ਹੋਇਆ ਉੱਥੋਂ ਚਲਾ ਗਿਆ ਤੇ ਬਾਹਰੋਂ ਤਾਲਾ ਲਾ ਗਿਆ। ਮੈਂ ਫਰਸ਼ ਤੇ ਨਿਢਾਲ ਜਿਹਾ ਹੋ ਕੇ ਡਿੱਗ ਪਿਆ। ਕੁਝ ਚਿਰ ਪਿੱਛੋਂ ਮੈਂ ਚੁੱਪ ਕਰ ਗਿਆ। ਮੈਂ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ। ਇਹ ਇਤਨਾ ਸੂਹਾ ਲਾਲ ਤੇ ਸੁੱਜਿਆ ਹੋਇਆ ਸੀ ਕਿ ਮੈਂ ਆਪਣੀ ਹੀ ਸ਼ਕਲ ਵੇਖ ਕੇ ਡਰ ਗਿਆ। ਮੇਰਾ ਹਾਲ ਉਸ ਦੋਸ਼ੀ ਵਾਂਗ ਸੀ ਜਿਸ ਨੇ ਕੋਈ ਭਾਰੀ ਕਸੂਰ ਕੀਤਾ ਹੈ। ਮੈਨੂੰ ਪਤਾ ਨਹੀਂ ਸੀ ਕਿ ਹੁਣ ਮੈਨੂੰ ਕੀ ਸਜ਼ਾ ਮਿਲੇਗੀ। ਕੁਝ ਚਿਰ ਪਿੱਛੋਂ ਬੂਹਾ ਖੁੱਲ੍ਹਿਆ। ਜੇਨ ਮੇਰੇ ਲਈ ਕੁਝ ਦੁੱਧ ਤੇ ਰੋਟੀ ਲਿਆਈ ਜੋ ਉਹਨੇ ਮੇਜ਼ ਤੇ ਰੱਖ ਦਿੱਤੀ। ਫਿਰ ਉਹਨੇ ਮੇਰੀ ਵੱਲ ਇਸ ਤਰ੍ਹਾਂ ਤੱਕਿਆ ਕਿ ਉਹ ਮੈਨੂੰ ਖਾ ਜਾਣਾ ਹੁੰਦਾ ਹੈ। ਇਸ ਪਿੱਛੋਂ ਬੂਹੇ ਨੂੰ ਬਾਹਰੋਂ ਤਾਲਾ ਲਾ ਕੇ ਚਲੀ ਗਈ। ਮੈਨੂੰ ਅਗਲੇ ਦਿਨ ਸਵੇਰ ਵੇਲੇ ਜਦ ਜਾਗ ਆਈ ਤਾਂ ਮੇਰਾ ਮਨ ਬਿਲਕੁਲ ਹਲਕਾ ਸੀ। ਅਚਾਨਕ ਕੁਝ ਚਿਰ ਪਿੱਛੋਂ ਪਿਛਲੀ ਰਾਤ ਦਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਇਸ ਕੈਦ ਵਿੱਚੋਂ ਮੈਨੂੰ 5 ਦਿਨ ਲੰਘ ਗਏ। ਮੈਨੂੰ ਇੰਝ ਲੱਗਾ ਕਿ ਉਹ 5 ਦਿਨ ਨਹੀਂ ਸਨ, 5 ਸਾਲ ਸਨ। ਇੱਕ ਦਿਨ ਬੂਹਰਲੇ ਬੂਹੇ ਲਾਗਿਓਂ ਮੈਨੂੰ ਇੱਕ ਹੌਲੀ ਜਿਹੀ ਆਵਾਜ਼ ਸੁਣਾਈ ਦਿੱਤੀ। ਮੈਂ ਬੂਹੇ ਕੋਲ ਗਿਆ ਤੇ ਇੱਕਦਮ ਤੜ ਗਿਆ ਕਿ ਇਹ ਪੈਗੋਟੀ ਦੀ ਆਵਾਜ਼ ਹੈ। ਮੈਂ ਪੁੱਛਿਆ, ਪੈਗੋਟੀ ਕਿ ਬੂਹੇ ਕੋਲ ਤੂੰ ਹੈ? ਉਹਨੇ ਉੱਤਰ ਦਿੱਤਾ, ਹਾਂ ਮੈਂ ਹੀ ਹਾਂ, ਜ਼ਰਾ ਹੌਲੀ ਬੋਲ ਕਿਤੇ ਜੇਨ ਸੁਣ ਨਾ ਲਏ। ਮੈਂ ਫਿਰ ਪੁੱਛਿਆ, ਮੇਰੀ ਮਾਤਾ ਦਾ ਕੀ ਹਾਲ ਹੈ? ਕੀ ਉਹ ਨਾਰਾਜ਼ ਤਾਂ ਨਹੀਂ? ਮੈਨੂੰ ਪੈਗੋਟੀ ਦੇ ਰੋਣ ਦੀ ਆਵਾਜ਼ ਆਈ। ਉਹ ਰੋਂਦੇ ਰੋਂਦੇ ਕਹਿਣ ਲੱਗੀ, ਨਹੀਂ ਨਾਰਾਜ਼ ਕੀ ਹੋਣਾ ਹੈ। ਮੈਂ ਫਿਰ ਪੁੱਛਿਆ, ਪੈਗੋਟੀ ਤੈਨੂੰ ਕੁਝ ਪਤਾ ਹੈ ਕਿ ਉਹ ਮੇਰੇ ਬਾਰੇ ਕੀ ਸੋਚ ਰਹੇ ਨੇ? ਉਹਨੇ ਹੌਲੀ ਜਿਹੀ ਕਿਹਾ, ਉਹ ਤੈਨੂੰ ਲੰਡਨ ਲਾਗੇ ਇੱਕ ਸਕੂਲ ਵਿੱਚ ਭੇਜਣ ਲੱਗੇ ਨੇ। ਕਦੋਂ? ਮੈਂ ਖੁਸ਼ ਹੋ ਕੇ ਕਿਹਾ। ਉਹਨੇ ਕਿਹਾ, ਕੱਲ੍ਹ। ਫਿਰ ਉਹਨੇ ਆਪਣਾ ਮੂੰਹ ਬੂਹੇ ਵਿਚਲੇ ਛੇਕ ਲਾਗੇ ਕਰਕੇ ਕਿਹਾ, ਮੈਂ ਤੈਨੂੰ ਕੁਝ ਦਿਨਾਂ ਤੋਂ ਮਿਲਣ ਨਹੀਂ ਆਈ। ਇਸ ਤੋਂ ਇਹ ਨਾ ਸਮਝੀ ਕਿ ਮੈਂ ਤੇਰੇ ਨਾਲ ਪਿਆਰ ਨਹੀਂ ਕਰਦੀ। ਮੈਂ ਤੈਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੀ ਹਾਂ, ਪਰ ਤੇਰੇ ਤੇ ਤੇਰੀ ਮਾਤਾ ਦੇ ਭਲੇ ਲਈ ਤੈਨੂੰ ਮਿਲਣਾ ਛੱਡ ਦਿੱਤਾ ਹੈ। ਜੇ ਮੈਂ ਤੈਨੂੰ ਮਿਲਾਂ ਤਾਂ ਉਹ ਗੁੱਸਾ ਕਰਦੇ ਨੇ। ਮੈਨੂੰ ਪਤਾ ਹੈ ਉਹ ਦਿਨ ਦੂਰ ਨਹੀਂ ਜਦੋਂ ਤੇਰੀ ਮਾਤਾ ਨੂੰ ਮੁੜ ਮੇਰਾ ਸਹਾਰਾ ਲੈਣਾ ਪੈਣਾ ਹੈ। ਮੈਂ ਜ਼ਿਆਦਾ ਗੱਲਾਂ ਕਰਨੀਆਂ ਠੀਕ ਨਹੀਂ ਸਮਝਦੀ। ਜੇ ਮੌਕਾ ਮਿਲਿਆ ਤਾਂ ਸਭ ਹਾਲ ਖਤ ਦੁਆਰਾ ਲਿਖਾਂਗੀ। ਅਗਲੇ ਦਿਨ ਮਰਡਸਟੋਨ ਸਵੇਰੇ ਮੇਰੇ ਪਾਸ ਆਇਆ ਤੇ ਉਹਨੇ ਮੈਨੂੰ ਸਕੂਲ ਭੇਜਣ ਬਾਰੇ ਦੱਸਿਆ। ਮੇਰੀ ਮਾਤਾ ਖਾਣੇ ਵਾਲੀ ਮੇਜ਼ ਲਾਗੇ ਬੈਠੀ ਸੀ। ਉਹਦਾ ਮੂੰਹ ਰੋ ਕੇ ਲਾਲ ਹੋਇਆ ਸੀ। ਉਹ ਕਹਿਣ ਲੱਗੀ, ਤੂੰ ਚੰਗਾ ਬਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ? ਮਰਡਸਟੋਨ ਤੇ ਜੇਨ ਦੋਹਾਂ ਨੇ ਉਹਨੂੰ ਯਕੀਨ ਦਿਵਾ ਦਿੱਤਾ ਸੀ ਕਿ ਮੈਂ ਬੜਾ ਭੈੜਾ ਲੜਕਾ ਹਾਂ।
ਮੈਂ ਕੁਝ ਖਾਣ ਪੀਣ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਖਾਣ ਨੂੰ ਜੀ ਨਾ ਕੀਤਾ। ਇਤਨੇ ਚਿਰ ਵਿੱਚ ਯੱਕਾ ਬੂਹੇ ਕੋਲ ਆ ਕੇ ਰੁਕ ਗਿਆ। ਮੇਰਾ ਟਰੰਕ ਉਸ ਵਿੱਚ ਰੱਖਿਆ ਗਿਆ। ਪੈਗੋਟੀ ਤੋਂ ਸਿਵਾ ਸਭ ਜਣੇ ਉੱਥੇ ਖੜੇ ਸਨ। ਜੇਨ ਨੇ ਮੇਰੀ ਮਾਤਾ ਨੂੰ ਕਿਹਾ, ਕਲਾਰਾ ਵੇਖੀ ਆਪਣੇ ਮਨ ਨੂੰ ਕਰੜਾ ਕਰ ਲਈ। ਮੇਰੀ ਮਾਤਾ ਨੇ ਮੁਰਝਾਈ ਹੋਈ ਆਵਾਜ਼ ਵਿੱਚ ਕਿਹਾ, ਅੱਛਾ ਜੇਨ। ਫਿਰ ਮੈਨੂੰ ਕਹਿਣ ਲੱਗੀ, ਤੇਰੇ ਭਲੇ ਲਈ ਅਸੀਂ ਤੈਨੂੰ ਸਕੂਲ ਭੇਜ ਰਹੇ ਹਾਂ ਡੇਵੀ। ਸਾਡਾ ਖਿਆਲ ਹੈ ਕਿ ਤੂੰ ਉੱਥੇ ਜਾ ਕੇ ਸੁਧਰ ਜਾਏਗਾ। ਮੇਰੀ ਮਾਤਾ ਦੀਆਂ ਅੱਖਾਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ। ਇਹ ਵੇਖ ਕੇ ਜੇਨ ਨੇ ਫਿਰ ਮੇਰੀ ਮਾਤਾ ਨੂੰ ਕਿਹਾ, ਕਲਾਰਾ ਇਹ ਕੀ ਕਰਦੀ ਹੈ, ਕੁਝ ਹੋਸ਼ ਕਰ। ਅੱਛਾ ਅੱਛਾ, ਮੇਰੀ ਮਾਤਾ ਨੇ ਉੱਤਰ ਦਿੱਤਾ ਤੇ ਮੈਨੂੰ ਕਹਿਣ ਲੱਗੀ, ਡੇਵਿਡ ਰੱਬ ਰੱਖਾ। ਜੇਨ ਨੇ ਮੈਨੂੰ ਜੱਕੇ ਵਿੱਚ ਬਿਠਾ ਦਿੱਤਾ ਤੇ ਕੋਚਵਾਨ ਨੇ ਘੋੜਿਆਂ ਦੀ ਲਗਾਮ ਢਿੱਲੀ ਛੱਡ ਦਿੱਤੀ। ਸਫ਼ਰ ਯੱਕੇ ਦੇ ਚਲਦਿਆਂ ਹੀ ਮੈਂ ਰੋਣਾ ਸ਼ੁਰੂ ਕਰ ਦਿੱਤਾ। ਹਾਲੀ ਅੱਧ ਕੁ ਮੀਲ ਹੀ ਗਏ ਹੋਵਾਂਗੇ ਕਿ ਯੱਕਾ ਇੱਕਦਮ ਰੁਕ ਗਿਆ। ਮੇਰਾ ਰੁਮਾਲ ਮੇਰੇ ਅੱਥਰੂਆਂ ਨਾਲ ਬਿਲਕੁਲ ਗਿੱਲਾ ਹੋ ਗਿਆ ਸੀ। ਮੈਂ ਮੂੰਹ ਤਾਂ ਚੁੱਕ ਕੇ ਵੇਖਿਆ ਤੇ ਪੈਗੋਟੀ ਇੱਕ ਵਾੜ ਪਿੱਛੋਂ ਨਿਕਲ ਰਹੇ ਕੇ ਯੱਕੇ ਤੇ ਚੜ੍ਹ ਰਹੀ ਸੀ। ਉਹ ਮੈਨੂੰ ਬੜੇ ਪਿਆਰ ਨਾਲ ਮਿਲੀ। ਉਹਨੇ ਮਠਿਆਈ ਨਾਲ ਭਰੇ ਲਿਫਾਫੇ ਮੇਰੀਆਂ ਜੇਬਾਂ ਵਿੱਚ ਪਾ ਦਿੱਤੇ ਤੇ ਇੱਕ ਬਟੂਆ ਮੇਰੇ ਹੱਥ ਫੜਾ ਦਿੱਤਾ ਜਿਸ ਵਿੱਚ ਪੈਸੇ ਸਨ। ਫਿਰ ਉਹ ਉਤਰ ਕੇ ਚਲੀ ਗਈ ਤੇ ਯੱਕਾ ਅਗਾਂਹ ਤੁਰ ਪਿਆ। ਕੁਝ ਚਿਰ ਪਿੱਛੋਂ ਮੈਂ ਰੋਣਾ ਬੰਦ ਕਰ ਦਿੱਤਾ। ਕੋਚਵਾਨ ਨੇ ਮੇਰਾ ਰੁਮਾਲ ਘੋੜੇ ਦੀ ਪਿੱਠ ਤੇ ਸੁੱਕਣੇ ਪਾ ਦਿੱਤਾ। ਮੈਂ ਬਟੂਏ ਨੂੰ ਖੋਲ੍ਹ ਕੇ ਵੇਖਿਆ। ਉਸ ਵਿੱਚ 3 ਨਵੇਂ ਨਕੋਰ ਸ਼ਿਲਿੰਗ ਪਏ ਸਨ। ਉਸ ਵਿੱਚ ਇੱਕ ਕਾਗਜ਼ ਦਾ ਵੀ ਸੀ ਜਿਸ 'ਤੇ ਲਿਖਿਆ ਸੀ, ਡੇਵਿਡ ਨੂੰ ਪਿਆਰ ਸਹਿਤ। ਮੈਂ ਉਹਨੂੰ ਲਿਫਾਫੇ ਵਿੱਚੋਂ ਇੱਕ ਕੇਕ ਕੱਢ ਕੇ ਦਿੱਤਾ ਜੋ ਵੇਖਦਿਆਂ ਵੇਖਦਿਆਂ ਹੀ ਹੜੱਪ ਕਰ ਗਿਆ। ਵਰਕਿਸ ਨੇ ਪੁੱਛਿਆ ਕਿ ਉਹਨੇ ਆਪ ਬਣਾਇਆ? ਮੈਂ ਕਿਹਾ, ਤੇਰਾ ਭਾਅ ਪੈਗੋਟੀ ਤੋਂ ਹੈ। ਹਾਂ, ਉਹਨੇ ਆਪ ਹੀ ਬਣਾਇਆ। ਖਾਣਾ ਪਕਾਉਣ ਦਾ ਸਾਰਾ ਕੰਮ ਉਹ ਆਪ ਹੀ ਕਰਦੀ ਹੈ। ਵਰਕਿਸ ਘੋੜੇ ਦੇ ਕੰਨਾਂ ਵੱਲ ਵੇਖਦਾ ਰਿਹਾ ਤੇ ਬੜਾ ਕੁਝ ਸੋਚਦਾ ਰਿਹਾ। ਫਿਰ ਆਖਣ ਲੱਗਾ ਕਿ ਉਹਦਾ ਵਿਆਹ ਹੋ ਗਿਆ ਹੈ। ਮੈਂ ਕਿਹਾ, ਨਹੀਂ, ਉਹ ਤਾਂ ਹਾਲੀ ਕੁਆਰੀ ਹੈ। ਅੱਛਾ, ਉਹ ਕੁਆਰੀ ਹੈ? ਵਰਕਿਸ ਨੇ ਕੁਝ ਸੋਚ ਕੇ ਕਿਹਾ। ਇਸ ਪਿੱਛੋਂ ਉਹ ਕਿਤਨਾ ਚਿਰ ਘੋੜੇ ਦੀ ਪੂਛ ਵੱਲ ਤੱਕਦਾ ਰਿਹਾ ਤੇ ਫਿਰ ਕਹਿਣ ਲੱਗਾ, ਅੱਛਾ, ਤੇ ਉਹ ਖਾਣਾ ਆਪ ਬਣਾਉਂਦੀ ਹੈ? ਮੈਂ ਉੱਤਰ ਦਿੱਤਾ, ਹਾਂ, ਉਹ ਖਾਣਾ ਬਣਾਉਣ ਵਿੱਚ ਬੜੀ ਹੁਸ਼ਿਆਰ ਹੈ। ਅੱਛਾ, ਤੇ ਤੂੰ ਉਹਨੂੰ ਕਦੀ ਨਾ ਕਦੀ ਚਿੱਠੀ ਜ਼ਰੂਰ ਲਿਖੇਗਾ? ਉਹਨੇ ਪੁੱਛਿਆ। ਹਾਂ, ਜ਼ਰੂਰ ਲਿਖਾਂਗਾ, ਮੈਂ ਉੱਤਰ ਦਿੱਤਾ। ਫਿਰ ਉਹ ਹੌਲੀ ਜਿਹੀ ਮੇਰੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗਾ, ਅੱਛਾ, ਤੇ ਲਿਖਣ ਲੱਗਿਆ ਇਹ ਲਿਖਣਾ ਨਾ ਭੁੱਲੀ ਕਿ ਵਰਕਿਸ ਰਾਜੀ ਹੈ। ਮੈਂ ਪੁੱਛਿਆ, ਬਸ ਇੰਨਾ ਹੀ ਲਿਖਣਾ, ਵਰਕਿਸ ਰਾਜੀ ਹੈ? ਹਾਂ ਹਾਂ, ਇਹੀ ਬਸ, ਵਰਕਿਸ ਰਾਜੀ ਹੈ। ਮੈਂ ਕੁਝ ਸੋਚ ਕੇ ਕਿਹਾ, ਪਰ ਕੱਲ੍ਹ ਨੂੰ ਬਲੰਡਰਸਟੋਨ ਵੱਲ ਵਾਪਸ ਮੁੜਨਾ ਹੀ ਹੈ। ਇਹ ਗੱਲ ਉਹਨੂੰ ਆਪ ਹੀ ਕਹਿ ਦੇਈ। ਉਹਨੇ ਇਸ ਤਜਵੀਜ਼ ਨੂੰ ਪੈਂਦਿਆਂ ਹੀ ਸਿਰ ਫੇਰ ਕੇ ਰੱਦ ਕਰ ਦਿੱਤਾ ਤੇ ਕਹਿਣ ਲੱਗਾ, ਬਸ ਇਹੀ ਲਿਖਣਾ ਹੈ, ਵਰਕਿਸ ਰਾਜੀ ਹੈ। ਇਸ ਪਿੱਛੋਂ ਵਰਕਿਸ ਬਿਲਕੁਲ ਚੁੱਪਚਾਪ ਬੈਠਾ ਰਿਹਾ। ਮੈਂ ਵੀ ਪਿਛਲੀਆਂ ਘਟਨਾਵਾਂ ਕਾਰਨ ਥੱਕਾ ਟੁੱਟਾ ਹੋਇਆ ਸੀ। ਇਸ ਲਈ ਮੈਂ ਯੱਕੇ ਤੇ ਇੱਕ ਫੱਟੇ ਤੇ ਲੇਟ ਗਿਆ ਤੇ ਮੇਰੀ ਅੱਖ ਉਦੋਂ ਤੱਕ ਨਾ ਖੁੱਲੀ ਜਦ ਤੱਕ ਅਸੀਂ ਯਾਰਮਥਾਨ ਪਹੁੰਚ ਨਾ ਗਏ। ਵਰਕਿਸ ਨੇ ਇੱਕ ਯੱਕਾ ਵੱਡੀ ਸਾਰੀ ਸਰਾਂ ਸਾਹਮਣੇ ਖੜਾ ਕੀਤਾ ਤੇ ਮੇਰਾ ਟਰੰਕ ਲਾ ਕੇ ਥੱਲੇ ਰੱਖ ਦਿੱਤਾ। ਅਗਲੇ ਪੜਾਅ ਤੱਕ ਸਫ਼ਰ ਕਰਨ ਲਈ ਦੂਜਾ ਯੱਕਾ ਤਿਆਰ ਨਹੀਂ ਸੀ। ਮੈਂ ਪਰੇਸ਼ਾਨ ਹੋਇਆ ਖੜਾ ਸੋਚ ਹੀ ਰਿਹਾ ਸਾਂ ਕਿ ਮੈਂ ਰਾਤ ਕਿੱਥੇ ਕੱਟਾਂਗਾ ਕਿ ਸਰਾਂ ਦੀ ਮਾਲਕਣ ਨੇ ਉੱਪਰੋਂ ਬਾਰੀ ਵਿੱਚੋਂ ਮੈਨੂੰ ਖੜਿਆ ਵੇਖ ਕੇ ਪੁੱਛਿਆ, ਕਾਕਾ, ਕੀ ਤੂੰ ਹੈ ਜਿਹਨੇ ਬਲੰਡਰਸਟੋਨ ਤੋਂ ਆਉਣਾ ਸੀ? ਮੈਂ ਉੱਤਰ ਦਿੱਤਾ, ਜੀ ਹਾਂ। ਤੇਰਾ ਨਾਂ ਕੀ ਹੈ? ਉਹਨੇ ਪੁੱਛਿਆ। ਮੈਂ ਦਿੱਤਾ, ਕਾਪਰਫੀਲਡ। ਇਸ 'ਤੇ ਉਹਨੇ ਘੰਟੀ ਵਜਾਈ ਤੇ ਸਾਹਮਣੇ ਰਸੋਈ ਵਿੱਚੋਂ ਇੱਕ ਨੌਕਰ ਭੱਜਾ ਆਇਆ ਤੇ ਮੈਨੂੰ ਇੱਕ ਵੱਡੇ ਸਾਰੇ ਕਮਰੇ ਅੰਦਰ ਲੈ ਗਿਆ। ਮੇਜ਼ 'ਤੇ ਮੇਰੇ ਸਾਹਮਣੇ ਖਾਣਾ ਸਜਾ ਕੇ ਰੱਖ ਦਿੱਤਾ। ਉਹ ਇਤਨਾ ਜ਼ਿਆਦਾ ਸੀ ਕਿ 2 ਗੱਡੇ ਆਦਮੀ ਵੀ ਉਸ ਨੂੰ ਮੁਸ਼ਕਲ ਨਾਲ ਖ਼ਤਮ ਕਰ ਸਕਦੇ ਸਨ। ਉਹਨੇ ਇੱਕ ਕੁਰਸੀ ਮੇਜ਼ ਕੋਲ ਢਾਹ ਦਿੱਤੀ ਤੇ ਮੈਨੂੰ ਕਹਿਣ ਲੱਗਾ, ਚੱਲ ਆ ਬਈ, ਗਿੱਠ ਮੁੱਠੀਏ ਕਰ ਫਿਰ ਸ਼ੁਰੂ। ਉਹ ਕੁਝ ਚਿਰ ਪਿੱਛੋਂ ਫਿਰ ਕਹਿਣ ਲੱਗਾ, ਤੇਰੇ ਲਈ ਅੱਧੀ ਕੁ ਬੋਤਲ ਏਲ ਦੀ ਵੀ ਪਈ ਏ, ਉਹ ਬੜੀ ਤੇਜ਼ ਏ। ਕੱਲ੍ਹ ਵੀ ਇੱਕ ਆਦਮੀ ਨੇ 2 ਕੁ ਘੁੱਟ ਪੀਤੀ ਸੀ ਤੇ ਉਹ ਪੁੱਠਾ ਹੋ ਕੇ ਜਾ ਪਿਆ ਸੀ। ਨਾ ਬਾਬਾ, ਮੈਂ ਨਹੀਂ ਪੀਣੀ, ਤੂੰ ਮੈਨੂੰ ਪਾਣੀ ਪਿਆ ਦੇ, ਮੈਂ ਕਿਹਾ। ਇਸ 'ਤੇ ਉਹ ਕਹਿਣ ਲੱਗਾ, ਸਾਡੇ ਹੋਟਲ ਵਾਲੇ ਪਸੰਦ ਨਹੀਂ ਕਰਦੇ ਕਿ ਕੋਈ ਚੀਜ਼ ਮੰਗਵਾ ਕੇ ਫਿਰ ਵਾਪਸ ਕਰ ਦੇਵੇ, ਇਸ ਲਈ ਔਖਾ ਸੌਖਾ ਹੋ ਕੇ ਮੈਨੂੰ ਹੀ ਪੀਣੀ ਪੈਣੀ ਹੈ। ਚੰਗਾ, ਮੈਂ ਹੀ ਇਹ ਕੋੜਾ ਕੁੱਟ ਕਰਕੇ ਪੀ ਲਵਾਂ, ਨਾਲੇ ਸਾਨੂੰ ਤਾਂ ਆਦਤ ਪਈ ਹੋਈ ਹੈ, ਇਸ ਲਈ ਸਾਨੂੰ ਨੁਕਸਾਨ ਨਹੀਂ ਕਰਦੀ। ਮੇਰੀ ਆਗਿਆ ਮਿਲਣ 'ਤੇ ਉਹ ਸਾਰਾ ਗਲਾਸ ਗਟਾਗਟ ਚਾੜ ਗਿਆ। ਮੈਨੂੰ ਡਰ ਸੀ ਕਿ ਇਹ ਵੀ ਕਿਤੇ ਮੁੱਧਾ ਹੋ ਕੇ ਨਾ ਜਾ ਪਵੇ, ਪਰ ਉਹ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਚੁਸਤ ਹੋ ਗਿਆ ਤੇ ਕਹਿਣ ਲੱਗਾ, ਦੇਖੀਏ ਭਲਾ ਮੇਜ਼ 'ਤੇ ਖਾਣ ਨੂੰ ਕੀ ਹੈ? ਇਹ ਤਾਂ ਕੁੱਕੜ ਦੀ ਭੁੱਜੀ ਹੋਈ ਲੱਤ ਏ, ਮੈਨੂੰ ਤਾਂ ਚੰਗੀ ਨਹੀਂ ਲੱਗਦੀ। ਇਹਦਾ ਏਲ ਦਾ ਭੈੜਾ ਅਸਰ ਫੌਰਨ ਜ਼ਰੂਰ ਕਰਦੀ ਏ। ਤੇ ਬਿਨਾਂ ਪੁੱਛੇ ਹੀ ਕੁੱਕੜੀ ਚਬਾ ਗਿਆ। ਫਿਰ ਉਹਨੇ ਕੁੱਕੜ ਦੀ ਇੱਕ ਹੋਰ ਲੱਤ ਲਈ ਤੇ ਉਹ ਵੀ ਦਬਾ ਦਬ ਖਾ ਗਿਆ। ਉਦੋਂ ਤੱਕ ਉਹਨੇ ਸਾਹ ਨਾ ਲਿਆ ਜਿੰਨਾ ਚਿਰ ਤੱਕ ਸਾਡੀ ਮੇਜ਼ ਖਾਲੀ ਨਾ ਹੋ ਗਈ। ਫਿਰ ਉਹਨੇ ਦਲੀਆ ਲਿਆ ਕੇ ਮੇਰੇ ਸਾਹਮਣੇ ਰੱਖ ਦਿੱਤਾ ਤੇ ਕਹਿਣ ਲੱਗਾ, ਹਲਵੇ ਦਾ ਕੀ ਸਵਾਦ ਏ? ਮੈਂ ਕਿਹਾ, ਹਲਵਾ ਨਹੀਂ, ਇਹ ਤਾਂ ਦਲੀਆ ਹੈ। ਦਲੀਆ ਹੱਦ ਹੋ ਗਈ। ਉਹਨੇ ਓਪਰੀ ਜਿਹੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ਇਹ ਤਾਂ ਮੈਨੂੰ ਬੜਾ ਹੀ ਸਵਾਦ ਲੱਗਦਾ ਹੈ। ਆਹ ਵੇਖੀਏ ਪਹਿਲਾਂ ਕੌਣ ਖਾਂਦਾ ਹੈ। ਜਿੰਨਾ ਉਹਦਾ ਮੂੰਹ ਤੇ ਪੇਟ ਵੱਡਾ ਸੀ ਉਤਨਾ ਹੀ ਉਹਦਾ ਚਿਮਚਾ ਵੀ ਵੱਡਾ ਸੀ। ਮੇਰਾ ਉਹਦਾ ਮੁਕਾਬਲਾ ਕੀ ਸੀ? ਮੈਂ ਹਾਲੀ 1 ਚਿਮਚਾ ਭਰ ਹੀ ਖਾਧਾ ਸੀ ਕਿ ਉਹਨੇ ਪਲੇਟ ਸਫਾ ਚੱਟ ਕਰ ਦਿੱਤੀ ਤੇ ਆਪਣੇ ਕਾਰਨਾਮੇ ਤੇ ਖੁਸ਼ੀ ਪ੍ਰਗਟ ਕਰਦਿਆਂ ਉੱਚੀ ਸਾਰੀ ਡਕਾਰ ਮਾਰਨ ਲੱਗਾ। ਉਹਨੂੰ ਖੁਸ਼ ਵੇਖ ਕੇ ਮੈਂ ਉਸ ਪਾਸ ਕਲਮ ਦਵਾ ਤੇ ਖਾਲੀ ਕਾਗਜ਼ ਮੰਗਿਆ ਜੋ ਉਹ ਅੱਖ ਦੇ ਫੋਰ ਵਿੱਚ ਲੈ ਆਇਆ ਤੇ ਮੈਂ ਇੱਕ ਪਾਸੇ ਹੋ ਕੇ ਪੈਗੋਟੀ ਨੂੰ ਖਤ ਲਿਖਿਆ, ਪਿਆਰੀ ਪੈਗੋਟੀ, ਮੈਂ ਰਾਜੀ ਖੁਸ਼ੀ ਇੱਥੇ ਪਹੁੰਚ ਗਿਆ ਹਾਂ। ਵਰਕਿਸ ਰਾਜੀ ਏ,
ਮਾਤਾ ਜੀ ਨੂੰ ਨਮਸਕਾਰ, ਪਿਆਰ ਸਾਹਿਬ, ਤੁਹਾਡਾ ਡੇਵਿਡ। ਨੋਟ ਉਹ ਕਹਿੰਦਾ ਸੀ ਕਿ ਉਹ ਇਹ ਗੱਲ ਤੈਨੂੰ ਖਾਸ ਦੱਸਣਾ ਚਾਹੁੰਦਾ ਹੈ ਕਿ ਬਰਕਿਸ ਰਾਜੀ ਏ। ਹੋਟਲ ਦੇ ਨੌਕਰ ਨੇ ਪੁੱਛਿਆ, ਕਾਕਾ ਕੀ ਤੂੰ ਸਕੂਲ ਦਾਖਲ ਹੋਣ ਲਈ ਜਾ ਰਿਹਾ ਹੈ? ਮੇਰੇ ਹਾਂ ਵਿੱਚ ਉੱਤਰ ਦੇਣ 'ਤੇ ਉਹਨੇ ਫਿਰ ਪੁੱਛਿਆ, ਕਿਸ ਸਕੂਲ ਵਿੱਚ? ਮੈਂ ਦੱਸਿਆ, ਮੈਨੂੰ ਤਾਂ ਬਸ ਇਤਨਾ ਪਤਾ ਹੈ ਕਿ ਉਹ ਲੰਡਨ ਲੱਗੇ ਹੈ। ਇਸ 'ਤੇ ਉਹਨੇ ਕਿਹਾ, ਤਾਂ ਤੇ ਤੇਰਾ ਰੱਬ ਹੀ ਰੱਖਾ ਹੈ। ਮੈਂ ਪੁੱਛਿਆ, ਕਿਉਂ? ਉਹ ਕਹਿਣ ਲੱਗਾ, ਪਿੱਛੇ ਜੇ ਉਹਨਾਂ ਉੱਥੇ ਮਾਰ ਮਾਰ ਕੇ ਇੱਕ ਮੁੰਡੇ ਦੀਆਂ 2 ਹੱਡੀਆਂ ਤੋੜ ਦਿੱਤੀਆਂ ਸਨ। ਇਹ ਸੁਣ ਕੇ ਮੈਂ ਕੰਬ ਜਿਹਾ ਗਿਆ। ਇਤਨੇ ਨੂੰ ਯੱਕਾ ਬੂਹੇ ਅੱਗੇ ਆ ਖੜਾ ਹੋਇਆ। ਹੋਟਲ ਦੀ ਮਾਲਕਣ ਨੇ ਮੈਨੂੰ ਯੱਕੇ ਵਾਲੇ ਦੇ ਹਵਾਲੇ ਕਰ ਦਿੱਤਾ। ਆਖਰ ਯੱਕਾ ਤੁਰ ਪਿਆ ਅਤੇ ਸਾਰੀ ਰਾਤ ਹਚਕੋਲੇ ਖਾਂਦੇ, ਕੁਰਾੜੇ ਮਾਰਦੇ ਅਤੇ ਇੱਕ ਦੂਜੇ 'ਤੇ ਡਿੱਗਦੇ ਅਸੀਂ ਧੁੱਪ ਚੜ੍ਹਨ ਵੇਲੇ ਲੰਡਨ ਲਾਗੇ ਪਹੁੰਚ ਗਏ। ਸਾਡਾ ਯੱਕਾ ਇੱਕ ਸਰਾਂ ਸਾਹਮਣੇ ਜਾ ਕੇ ਰੁਕ ਗਿਆ। ਇੱਥੇ ਉਸ ਸਕੂਲ ਦਾ ਇੱਕ ਅਧਿਆਪਕ ਖੜ੍ਹਾ ਸੀ ਜਿਸ ਵਿੱਚ ਮੈਂ ਦਾਖਲ ਹੋਣ ਲਈ ਆਇਆ ਸਾਂ। ਇਸ ਦਾ ਨਾਮ ਮਿਸਟਰ ਮੈਲ ਸੀ। ਮੈਨੂੰ ਬੜੀ ਭੁੱਖ ਲੱਗੀ ਹੋਈ ਸੀ। ਜਦ ਮੈਂ ਬਹੁਤ ਮਜਬੂਰ ਹੋ ਕੇ ਉਸ ਨਾਲ ਇਸ ਬਾਰੇ ਜ਼ਿਕਰ ਕੀਤਾ ਤਾਂ ਉਹ ਕਹਿਣ ਲੱਗਾ, ਮੈਂ ਰਾਹ ਵਿੱਚ ਇੱਕ ਬੁੱਢੀ ਔਰਤ ਨੂੰ ਮਿਲਣ ਜਾਣਾ ਹੈ, ਤੂੰ ਖਾਣਾ ਉੱਥੇ ਹੀ ਖਾ ਲਵੇਂ। ਅਸੀਂ ਦੋਵੇਂ ਬੜੀ ਦੂਰ ਜਾ ਕੇ ਉਸ ਥਾਂ ਪਹੁੰਚੇ ਜਿੱਥੇ ਪਬਲਿਕ ਵੱਲੋਂ ਆਪਾਜਾਂ ਲਈ ਬਣੇ ਹੋਏ ਘਰ ਸਨ। ਮਿਸਟਰ ਮੈਲ ਉਹਨਾਂ ਘਰਾਂ ਵਿੱਚੋਂ ਇੱਕ ਵਿੱਚ ਚਲਾ ਗਿਆ। ਉੱਥੇ ਇੱਕ ਬੁੱਢੀ ਔਰਤ ਸੀ। ਉਹ ਅਸਲ ਵਿੱਚ ਮਿਸਟਰ ਮੈਲ ਦੀ ਮਾਤਾ ਸੀ। ਅਸੀਂ ਦੋਹਾਂ ਨੇ ਉੱਥੇ ਨਾਸ਼ਤਾ ਕੀਤਾ। ਫਿਰ ਉਹਦੀ ਮਾਤਾ ਕਹਿਣ ਲੱਗੀ, ਬੇਟਾ ਤੇਰੀ ਸੀਟੀ ਕਿੱਥੇ ਹੈ? ਇਸ 'ਤੇ ਮਿਸਟਰ ਮੈਲ ਨੇ ਇੱਕ ਸੀਟੀ ਕੱਢੀ ਅਤੇ ਇੱਕ ਐਸੀ ਦਿਲ ਦੁਖਵੀਂ ਸੁਰ ਕੱਢੀ ਕਿ ਮੈਂ ਸਾਰੀ ਉਮਰ ਨਹੀਂ ਸੁਣੀ ਹੋਣੀ। ਇਸ ਪਿੱਛੋਂ ਅਸੀਂ ਇੱਕ ਯੱਕੇ 'ਤੇ ਚੜ੍ਹ ਗਏ ਜੋ ਸਾਨੂੰ ਬਲੈਕ ਹੀਥ ਵੱਲ ਲੈ ਗਿਆ। ਫਿਰ ਕੁਝ ਪੈਂਡਾ ਪੈਦਲ ਸਫ਼ਰ ਕਰਨ ਪਿੱਛੋਂ ਅਸੀਂ ਇੱਕ ਵੱਡੀ ਸਾਰੀ ਇਮਾਰਤ ਕੋਲ ਪਹੁੰਚੇ ਜਿਸ ਦੀਆਂ ਦੀਵਾਰਾਂ ਬੜੀਆਂ ਉੱਚੀਆਂ ਸਨ। ਉਸ ਬੂਹੇ 'ਤੇ ਇੱਕ ਫੱਟਾ ਲੱਗਾ ਹੋਇਆ ਸੀ ਜਿਸ 'ਤੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਸੈਲੇਮ ਹਾਊਸ। ਲੱਕੜ ਦੀ ਲੱਤ ਵਾਲੇ ਇੱਕ ਚਪੜਾਸੀ ਨੇ ਬੂਹਾ ਖੋਲ੍ਹਿਆ ਅਤੇ ਅਸੀਂ ਅੰਦਰ ਦਾਖਲ ਹੋਏ। ਮਿਸਟਰ ਮੈਲ ਨੇ ਉਹਨੂੰ ਇਤਲਾਹ ਦਿੱਤੀ, ਦਾਖਲ ਹੋਣ ਲਈ ਆਇਆ ਨਵਾਂ ਲੜਕਾ। ਸੈਲਮ ਹਾਊਸ ਇੱਕ ਚੌਰਸ ਸ਼ਕਲ ਦੀ ਇਮਾਰਤ ਸੀ ਜਿਸ ਵਿੱਚ ਚਾਰੇ ਪਾਸੇ ਉਦਾਸੀ ਹੀ ਉਦਾਸੀ ਛਾਈ ਹੋਈ ਸੀ। ਚਪੜਾਸੀ ਮੈਨੂੰ ਸਕੂਲ ਦੇ ਇੱਕ ਵੱਡੇ ਸਾਰੇ ਕਮਰੇ ਵਿੱਚ ਲੈ ਗਿਆ ਜਿਸ ਵਿੱਚ ਇੱਕ ਪਾਸੇ ਡੈਸਕਾਂ ਦੀਆਂ 3 ਪਾਲਾਂ ਲੱਗੀਆਂ ਹੋਈਆਂ ਸਨ ਅਤੇ ਦੂਜੇ ਪਾਸੇ ਮੰਜੇ ਹੀ ਮੰਜੇ ਸਨ ਅਤੇ ਥਾਂ ਥਾਂ 'ਤੇ ਫਟੇ ਹੋਏ ਕਾਗਜ਼ ਖਿਲਰੇ ਪਏ ਸਨ। ਕੰਧਾਂ 'ਤੇ ਥਾਂ ਥਾਂ ਸਿਆਹੀ ਦੇ ਛਿੱਟੇ ਪਏ ਹੋਏ ਸਨ ਜਿਵੇਂ ਉੱਥੇ ਸਿਆਹੀ ਦਾ ਮੀਂਹ ਪਿਆ ਹੁੰਦਾ ਹੈ। ਹਵਾ ਵਿੱਚ ਖਾਸ ਕਿਸਮ ਦੀ ਦੁਰਗੰਧ ਸੀ। ਕੁਝ ਦਿਨ ਮੈਨੂੰ ਉਸ ਵਿੱਚ ਮਿਸਟਰ ਮੈਲ ਨਾਲ ਇਕੱਲਿਆਂ ਹੀ ਰਹਿਣਾ ਪਿਆ ਕਿਉਂਕਿ ਛੁੱਟੀਆਂ ਖਤਮ ਹੋਣ ਵਿੱਚ ਕੁਝ ਦਿਨ ਰਹਿੰਦੇ ਸਨ ਅਤੇ ਲੜਕੇ ਹਾਲੀ ਘਰਾਂ ਤੋਂ ਵਾਪਸ ਨਹੀਂ ਸਨ ਆਏ। ਮੁੱਖ ਅਧਿਆਪਕ ਮਿਸਟਰ ਕ੍ਰੀਕਲ ਵੀ ਕਿਧਰੇ ਬਾਹਰ ਗਿਆ ਹੋਇਆ ਸੀ। ਉਸ ਕਮਰੇ ਵਿੱਚ ਮੈਂ ਅਤੇ ਮਿਸਟਰ ਮੈਲ ਖਾਣਾ ਖਾਂਦੇ ਅਤੇ ਸਾਰਾ ਦਿਨ ਉਬਾਸੀਆਂ ਲੈਂਦੇ ਰਹਿੰਦੇ ਸਾਂ। ਉਹ ਸਾਰਾ ਦਿਨ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ ਅਤੇ ਜਦ ਕਦੀ ਵੀ ਲਿਖਣ ਤੋਂ ਵਿਹਲਾ ਹੁੰਦਾ ਸੀ ਤਾਂ ਉਸੇ ਹੀ ਦੁੱਖ ਭਰੀ ਸੁਰ ਵਿੱਚ ਸੀਟੀ ਵਜਾਉਣ ਲੱਗ ਪੈਂਦਾ ਸੀ ਜਿਸ ਨਾਲ ਮੈਨੂੰ ਰੋਣ ਆ ਜਾਂਦਾ ਅਤੇ ਮੈਂ ਰੋਂਦਾ ਰੋਂਦਾ ਹੀ ਲਾਗੇ ਹੀ ਇੱਕ ਟੁੱਟੇ ਭੱਜੇ ਮੰਜੇ 'ਤੇ ਸੌਂ ਜਾਂਦਾ। ਨਵੀਂ ਦੁਨੀਆ। ਸਵੇਰੇ ਸਵੇਰੇ ਲੱਕੜ ਦੀ ਲੱਤ ਵਾਲਾ ਚਪੜਾਸੀ ਕਮਰਿਆਂ ਨੂੰ ਸਾਫ਼ ਕਰਨ ਲੱਗ ਪਿਆ। ਉਹਨੇ ਦੱਸਿਆ ਕਿ ਮੁੱਖ ਅਧਿਆਪਕ ਮਿਸਟਰ ਕ੍ਰੀਕਲ ਉਸ ਦਿਨ ਸ਼ਾਮ ਨੂੰ ਆ ਰਿਹਾ ਹੈ। ਸ਼ਾਮ ਨੂੰ ਕ੍ਰੀਕਲ ਨੇ ਮੈਨੂੰ ਸੱਦ ਭੇਜਿਆ। ਉਹ ਇੱਕ ਆਰਾਮ ਕੁਰਸੀ 'ਤੇ ਬੈਠਾ ਹੋਇਆ ਸੀ। ਉਹਦੀ ਪਤਨੀ ਅਤੇ ਲੜਕੀ ਵੀ ਲਾਗੇ ਹੀ ਬੈਠੀਆਂ ਸਨ। ਮਿਸਟਰ ਕ੍ਰੀਕਲ ਨੇ ਮੈਨੂੰ ਵੇਖ ਕੇ ਕਿਹਾ, ਅੱਛਾ ਤੂੰ ਉਹੀ ਲੜਕਾ ਹੈ ਜਿਸ ਦੀਆਂ ਦੰਦੀਆਂ ਬੜੀਆਂ ਤਿੱਖੀਆਂ ਨੇ। ਮਰਡਸਟੋਨ ਨੇ ਮੈਨੂੰ ਇਸ ਬਾਰੇ ਜ਼ਿਕਰ ਕੀਤਾ ਸੀ। ਮੈਂ ਮਰਡਸਟੋਨ ਨੂੰ ਜਾਣਦਾ ਹਾਂ। ਉਹ ਬੜੇ ਦ੍ਰਿੜ ਆਚਰਣ ਦਾ ਬੰਦਾ ਹੈ। ਮੈਂ ਵੀ ਉਸੇ ਵਰਗਾ ਹੀ ਹਾਂ। ਇਹ ਸੁਣ ਕੇ ਮੈਨੂੰ ਡਰ ਨਾਲ ਕੰਬਣੀ ਛਿੜ ਪਈ। ਅਗਲੇ ਦਿਨ ਦੂਜਾ ਅਧਿਆਪਕ ਵੀ ਆ ਗਿਆ। ਇਸ ਦਾ ਨਾਂ ਸ਼ਾਰਪ ਸੀ। ਇਸ ਪਿੱਛੋਂ ਹੋਰ ਮੁੰਡੇ ਵੀ ਆਉਣੇ ਸ਼ੁਰੂ ਹੋ ਗਏ। ਇਹਨਾਂ ਵਿੱਚ ਇੱਕ ਦਾ ਨਾਂ ਟੌਮੀ ਟ੍ਰੈਡਲਸ ਅਤੇ ਦੂਜੇ ਦਾ ਨਾਂ ਸਟੀਅਰਫੋਰਡ ਸੀ। ਮੈਨੂੰ ਸਟੀਅਰਫੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਵੇਂ ਕਿ ਉਹ ਜੱਜ ਲੱਗਾ ਹੁੰਦਾ ਹੈ। ਉਹ ਖੇਡ ਦੇ ਮੈਦਾਨ ਵਿੱਚ ਇੱਕ ਬੈਂਚ 'ਤੇ ਬੈਠਾ ਸੀ। ਉਹ ਜਮਾਤ ਦਾ ਮੋਨੀਟਰ ਸੀ ਅਤੇ ਸ਼ਕਲ ਦਾ ਬੜਾ ਪ੍ਰਭਾਵਕ ਅਤੇ ਸੋਹਣਾ ਸੀ। ਉਹਨੇ ਮੈਨੂੰ ਪੈਂਦਿਆਂ ਹੀ ਪੁੱਛਿਆ, ਕਿੰਨੇ ਪੈਸੇ ਨੇ ਤੇਰੇ ਕੋਲ? ਮੈਂ ਉੱਤਰ ਦਿੱਤਾ, 7 ਸ਼ਿਲਿੰਗ। ਤੂੰ ਐਵੇਂ ਕਿਤੇ ਗਵਾ ਬੈਠੇਂਗਾ, ਲਿਆ ਮੇਰੇ ਹਵਾਲੇ ਕਰ। ਉਹਨੇ ਬੜੇ ਰੂਬ ਨਾਲ ਕਿਹਾ। ਮੈਂ ਬਿਨਾਂ ਹੀਲ ਹੁਜਤ ਦੇ ਆਪਣੀ ਸਾਰੀ ਪੂੰਜੀ ਉਹਦੇ ਹਵਾਲੇ ਕਰ ਦਿੱਤੀ। ਉਹ ਫਿਰ ਕਹਿਣ ਲੱਗਾ, ਮੇਰਾ ਵਿਚਾਰ ਏ ਅੱਜ ਰਾਤ ਜਦ ਸੌਣ ਵਾਲੇ ਕਮਰੇ ਵਿੱਚ ਸਭ ਮੁੰਡੇ ਇਕੱਠੇ ਹੋਣ ਤਾਂ ਇਹਨਾਂ ਪੈਸਿਆਂ ਦੀ ਮਹਿਫਿਲ ਉਡਾਈ ਜਾਏ। ਤੇਰਾ ਕੀ ਵਿਚਾਰ ਏ? ਮੈਂ ਕਿਹਾ, ਜਿਵੇਂ ਠੀਕ ਸਮਝੋ, ਮੈਨੂੰ ਕੋਈ ਉਜਰ ਨਹੀਂ। ਸੋ ਉਸ ਰਾਤ ਖੂਬ ਮਹਿਫਿਲ ਉਡਾਈ ਗਈ। ਅਸੀਂ ਸਾਰੇ ਇੱਕ ਗੋਲ ਦਾਇਰੇ ਵਿੱਚ ਬੈਠ ਗਏ ਅਤੇ ਆਪਸ ਵਿੱਚ ਇਸ ਤਰ੍ਹਾਂ ਹੌਲੀ ਹੌਲੀ ਗੱਲਾਂ ਕਰਦੇ ਰਹੇ ਕਿ ਆਵਾਜ਼ ਕਮਰੇ ਵਿੱਚੋਂ ਬਾਹਰ ਨਾ ਜਾਏ। ਗੱਲਾਂ ਵਿੱਚ ਸਕੂਲ ਅਤੇ ਮਿਸਟਰ ਕ੍ਰੀਕਲ ਬਾਰੇ ਮੈਨੂੰ ਬਹੁਤ ਕੁਝ ਪਤਾ ਲੱਗਾ। ਮੈਨੂੰ ਦੱਸਿਆ ਗਿਆ ਕਿ ਮਿਸਟਰ ਕ੍ਰੀਕਲ ਮੁੰਡਿਆਂ ਨੂੰ ਬੜਾ ਕੁੱਟਦਾ ਹੈ। ਉਹਨੂੰ ਆਉਂਦਾ ਜਾਂਦਾ ਕੁਝ ਨਹੀਂ ਅਤੇ ਸਕੂਲ ਚਲਾਉਣ ਤੋਂ ਪਹਿਲਾਂ ਉਹ ਦੁਕਾਨਦਾਰੀ ਕਰਦਾ ਸੀ ਅਤੇ ਉਹਨੂੰ ਸਟੀਅਰਫੋਰਡ ਤੋਂ ਕੁਝ ਕਹਿਣ ਦੀ ਹਿੰਮਤ ਨਹੀਂ ਪੈਂਦੀ ਸੀ। ਖਾਣ ਪੀਣ ਪਿੱਛੋਂ ਸਟੀਅਰਫੋਰਡ ਨੇ ਕਿਹਾ, ਕਾਪਰਫੀਲਡ, ਮੈਂ ਤੇਰੇ 'ਤੇ ਬੜਾ ਖੁਸ਼ ਹਾਂ। ਜੇ ਇੱਥੇ ਤੈਨੂੰ ਕਿਸੇ ਕਿਸਮ ਦੀ ਤਕਲੀਫ ਹੋਏ ਤਾਂ ਮੈਨੂੰ ਦੱਸੀ, ਮੈਂ ਤੇਰਾ ਹਰ ਤਰ੍ਹਾਂ ਖਿਆਲ ਰੱਖਾਂਗਾ। ਸੋ ਮੈਂ ਉੱਤਰ ਦਿੱਤਾ, ਸਟੀਅਰਫੋਰਡ, ਮੈਂ ਤੇਰਾ ਬੜਾ ਧੰਨਵਾਦੀ ਹਾਂ। ਅਗਲੇ ਦਿਨ ਸਕੂਲ ਲੱਗ ਗਿਆ। ਕਮਰੇ ਵਿੱਚ ਇਤਨਾ ਰੌਲਾ ਸੀ ਕਿ ਕੰਨ ਦੇ ਪੜਦੇ ਪਾਟ ਰਹੇ ਸਨ। ਪਰ ਜਿਵੇਂ ਹੀ ਮਿਸਟਰ ਕ੍ਰੀਕਲ ਅੰਦਰ ਪਹੁੰਚਿਆ, ਐਸੀ ਚੁੱਪ ਵਰਤ ਗਈ ਕਿ ਜਿਵੇਂ ਕਮਰੇ ਵਿੱਚ ਕੋਈ ਬੰਦਾ ਹੀ ਨਹੀਂ ਹੁੰਦਾ। ਮਿਸਟਰ ਕ੍ਰੀਕਲ ਮੁੰਡਿਆਂ ਨੂੰ ਕੁੱਟਣ ਵਿੱਚ ਖਾਸ ਮੁਹਾਰਤ ਰੱਖਦਾ ਸੀ ਅਤੇ ਕੁੱਟ ਦਾ ਸਭ ਤੋਂ ਵੱਡਾ ਹਿੱਸਾ
ਟ੍ਰੈਡਲਸ ਦੇ ਵੰਡੇ ਆਉਂਦਾ ਸੀ। ਸਟੀਅਰਫੋਰਥ ਹਰ ਔਕੜ ਵਿੱਚ ਮੇਰੀ ਸਹਾਇਤਾ ਕਰਦਾ ਸੀ। ਮੈਂ ਰਾਤ ਵੇਲੇ ਉਹਨੂੰ ਕਹਾਣੀਆਂ ਸੁਣਾਉਂਦਾ ਰਹਿੰਦਾ ਸਾਂ ਤੇ ਉਹ ਮੈਨੂੰ ਸਬਕ ਯਾਦ ਕਰਵਾ ਦਿੰਦਾ ਸੀ। ਮਿਸਟਰ ਮੈਲ ਵੀ ਮੇਰੀ ਗਾਏ ਬਗਾਏ ਮਦਦ ਲਈ ਕਰਦਾ ਰਹਿੰਦਾ ਸੀ। ਉਹ ਮੈਨੂੰ ਪਸੰਦ ਵੀ ਬੜਾ ਕਰਦਾ ਸੀ। ਮਿਸਟਰ ਮੈਲ ਨਾਲ ਸਟੀਅਰਫੋਰਥ ਬੜੀ ਬਦਸਲੂਕੀ ਨਾਲ ਪੇਸ਼ ਆਉਂਦਾ ਸੀ। ਇਸ ਗੱਲ ਦਾ ਮੈਨੂੰ ਬੜਾ ਦੁੱਖ ਸੀ, ਪਰ ਮੈਂ ਕਹਿ ਕੁਝ ਨਹੀਂ ਸੀ ਸਕਦਾ। ਇਸ ਤਰ੍ਹਾਂ ਦਿਨ ਲੰਘਦੇ ਰਹੇ, ਪਰ ਇੱਕ ਦਿਨ ਅਚਾਨਕ ਇੱਕ ਐਸੀ ਘਟਨਾ ਹੋਈ ਜਿਹੜੀ ਮੈਨੂੰ ਸਾਰੀ ਉਮਰ ਯਾਦ ਰਹੇਗੀ। ਸ਼ਨਿਚਰਵਾਰ ਦਾ ਦਿਨ ਸੀ। ਸਾਰਾ ਦਿਨ ਮੀਂਹ ਪੈਂਦਾ ਰਿਹਾ, ਇਸ ਲਈ ਸਾਨੂੰ ਦੁਪਹਿਰ ਸਕੂਲ ਦੇ ਕਮਰੇ ਵਿੱਚ ਹੀ ਕੱਟਣੀ ਪਈ। ਮਿਸਟਰ ਸ਼ਾਰਪ ਕਿਤੇ ਬਾਹਰ ਗਿਆ ਹੋਇਆ ਸੀ, ਇਸ ਲਈ ਅਸੀਂ ਸਭ ਜਣੇ ਮਿਸਟਰ ਮੈਲ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸਾਂ। ਲੜਕਿਆਂ ਨੇ ਬੜੀ ਖੱਪ ਪਾਉਣੀ ਸ਼ੁਰੂ ਕਰ ਦਿੱਤੀ। ਉਹ ਇੱਧਰ ਉੱਧਰ ਨੱਚਦੇ ਹੱਸਦੇ ਰੌਲਾ ਪਾਉਂਦੇ ਤੇ ਚੱਟ ਨੱਚਦੇ ਟੱਪਦੇ ਸਨ। ਕਈ ਮਿਸਟਰ ਮੈਲ ਦੇ ਇਰਦ ਗਿਰਦ ਘੇਰਾ ਕੱਤ ਕੇ ਉਹਦਾ ਮੂੰਹ ਚੜਾਉਂਦੇ ਸਨ ਤੇ ਉਹਦੇ ਫਟੇ ਪੁਰਾਣੇ ਕੱਪੜਿਆਂ ਤੇ ਟੁੱਟੇ ਹੋਏ ਬੂਟਾਂ ਤੇ ਉਹਦੀ ਮਾਤਾ ਬਾਰੇ ਮਖੌਲ ਉਡਾਉਂਦੇ ਸਨ। ਉਹਨੇ ਕਿਤਾਬ ਪੜ੍ਹਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਤਨੇ ਰੌਲੇ ਵਿੱਚ ਉਹ ਆਵਾਜ਼ ਜ਼ਰਾ ਵੀ ਸੁਣਾਈ ਨਹੀਂ ਸੀ ਦਿੰਦੀ। ਆਖਰ ਉਹਨੇ ਬੜੇ ਗੁੱਸੇ ਵਿੱਚ ਕਿਤਾਬ ਨੂੰ ਡੈਸਕ 'ਤੇ ਜ਼ੋਰ ਦੀ ਮਾਰਦਿਆਂ ਕਿਹਾ, ਖਾਮੋਸ਼! ਤੁਸੀਂ ਇੰਨੀ ਉਧੜ ਤੁਮੀ ਕਿਉਂ ਚੁੱਕੀ ਹੋਈ ਏ? ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ। ਤੁਸੀਂ ਇਸ ਤਰ੍ਹਾਂ ਮੈਨੂੰ ਪਾਗਲ ਬਣਾ ਦਿਓਗੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਈ ਮੁੰਡੇ ਤਾਂ ਚੁੱਪ ਕਰ ਗਏ, ਪਰ ਸਟੀਅਰਫੋਰਥ ਖੜਾ ਹੋ ਕੇ ਸੀਟੀ ਮਾਰਨ ਲੱਗ ਪਿਆ। ਮਿਸਟਰ ਮੈਲ ਨੇ ਕਿਹਾ, ਸ਼ੋਰ ਬੰਦ ਕਰ ਸਟੀਅਰਫੋਰਥ। ਸਟੀਅਰਫੋਰਥ ਨੇ ਅੱਗੋਂ ਜਵਾਬ ਦਿੱਤਾ, ਸ਼ੋਰ ਤੂੰ ਬੰਦ ਕਰ। ਬੈਠ ਜਾ। ਮਿਸਟਰ ਮੈਲ ਨੇ ਫਿਰ ਕਿਹਾ, ਬੈਠ ਤੂੰ। ਮੈਂ ਕਿਉਂ ਬੈਠਾਂ? ਸਟੀਅਰਫੋਰਥ ਨੇ ਅੱਗੋਂ ਆਕੜ ਕੇ ਜਵਾਬ ਦਿੱਤਾ। ਕਈ ਮੁੰਡੇ ਖਿੜਖਿੜਾ ਕੇ ਹੱਸ ਪਏ। ਇਸ 'ਤੇ ਮਿਸਟਰ ਮੈਲ ਦਾ ਚਿਹਰਾ ਪੀਲਾ ਭੂਖ ਹੋ ਗਿਆ ਤੇ ਉਹ ਕਹਿਣ ਲੱਗਾ, ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਸਾਰੇ ਮੁੰਡਿਆਂ ਨੂੰ ਮੇਰੇ ਵਿਰੁੱਧ ਭੜਕਾਉਂਦਾ ਰਹਿੰਦਾ ਹੈ। ਤੂੰ ਮੁੱਖ ਅਧਿਆਪਕ ਦਾ ਹੇਜਲਾ ਬਣਿਆ ਹੋਇਆ ਹੈ। ਤੂੰ ਇਸ ਗੱਲ ਦਾ ਲਾਭ ਉਠਾ ਕੇ ਇੱਕ ਸ਼ਰੀਫ ਆਦਮੀ ਦੀ ਬੇਇੱਜ਼ਤੀ ਕਰਨਾ ਚਾਹੁੰਦਾ ਹੈ। ਤੂੰ ਆਪਣੇ ਆਪ ਨੂੰ ਸ਼ਰੀਫ ਸਮਝਦਾ ਹੈ? ਸਟੀਅਰਫੋਰਥ ਨੇ ਕਿਹਾ, ਪਰ ਤੂੰ ਕਮੀਨਾ ਤੇ ਕੰਗਾਲ ਹੈ। ਐਨ ਇਸ ਵੇਲੇ ਮਿਸਟਰ ਕ੍ਰੀਕਲ ਕਮਰੇ ਅੰਦਰ ਦਾਖਲ ਹੋਇਆ। ਉਹਨੇ ਬੜੇ ਰੋਹਬ ਵਿੱਚ ਕਿਹਾ, ਇਹ ਕੀ ਤਮਾਸ਼ਾ ਹੈ? ਸਟੀਅਰਫੋਰਥ ਬੋਲਿਆ, ਇਹਨੇ ਇਹ ਕਿਉਂ ਕਿਹਾ ਸੀ ਕਿ ਮੈਂ ਮੁੱਖ ਅਧਿਆਪਕ ਦਾ ਹੇਜਲਾ ਹਾਂ? ਮਿਸਟਰ ਮੈਲ ਨੇ ਅੱਗੋਂ ਕਿਹਾ, ਠੀਕ ਹੈ, ਇਹਨੇ ਤੁਹਾਡੀ ਸ਼ਹਿ 'ਤੇ ਮੇਰੀ ਬੇਇੱਜ਼ਤੀ ਕੀਤੀ ਹੈ। ਮੈਂ ਇਹਨੂੰ ਮੰਗਤਾ ਤੇ ਕੰਗਾਲ ਕਿਹਾ ਸੀ। ਸਟੀਅਰਫੋਰਥ ਨੇ ਕਿਹਾ, ਤੇ ਇਸ ਵਿੱਚ ਝੂਠ ਕੀ ਹੈ? ਇਹ ਤਾਂ ਹੈ ਹੀ ਇੱਕ ਮੰਗਤੀ ਦਾ ਲੜਕਾ। ਮਿਸਟਰ ਕ੍ਰੀਕਲ ਨੇ ਮਿਸਟਰ ਮੈਲ ਨੂੰ ਕਿਹਾ, ਮਿਸਟਰ ਮੈਲ, ਕੀ ਤੂੰ ਸਾਬਤ ਕਰ ਸਕਦਾ ਹੈ ਕਿ ਜੋ ਸਟੀਅਰਫੋਰਥ ਨੇ ਕਿਹਾ ਹੈ ਗਲਤ ਹੈ? ਮਿਸਟਰ ਮੈਲ ਨੇ ਉੱਤਰ ਦਿੱਤਾ, ਜੋ ਕੁਝ ਉਸਨੇ ਕਿਹਾ ਹੈ ਬਿਲਕੁਲ ਠੀਕ ਹੈ। ਇਸ 'ਤੇ ਮਿਸਟਰ ਕ੍ਰੀਕਲ ਨੇ ਬੜੇ ਕ੍ਰੋਧ ਵਿੱਚ ਕਿਹਾ, ਤੂੰ ਸਮਝਦਾ ਸੀ ਕਿ ਇੱਕ ਸਕੂਲ ਗਰੀਬਾਂ ਕੰਗਾਲਾਂ ਰਹੀ ਹੈ, ਪਰ ਤੇਰਾ ਇਹ ਖਿਆਲ ਗਲਤ ਹੈ। ਤੂੰ ਮਿਹਰਬਾਨੀ ਕਰ ਤੇ ਇੱਥੋਂ ਇਸੇ ਵੇਲੇ ਚੱਲਦਾ ਬਣ। ਇਸ 'ਤੇ ਮਿਸਟਰ ਮੈਲ ਨੇ ਆਪਣੀਆਂ ਕਿਤਾਬਾਂ ਤੇ ਸੀਟੀ ਚੁੱਕੀ ਤੇ ਚੁੱਪਚਾਪ ਉੱਥੋਂ ਚਲਾ ਗਿਆ। ਇਸ ਤਰ੍ਹਾਂ ਸਕੂਲ ਵਿੱਚ ਦਿਨ ਲੰਘਦੇ ਗਏ। ਆਖਰ ਛੁੱਟੀਆਂ ਆ ਗਈਆਂ। ਮੈਂ ਇੱਕ ਯੱਕੇ 'ਤੇ ਚੜ੍ਹ ਕੇ ਯਾਰਮਾਊਥ ਪਹੁੰਚਿਆ। ਉੱਥੇ ਬਰਕਿਸ ਦਾ ਯੱਕਾ ਖੜਾ ਸੀ। ਮੈਂ ਉਸ ਵਿੱਚ ਬੈਠ ਗਿਆ। ਮੈਂ ਬਰਕਿਸ ਨੂੰ ਕਿਹਾ, ਬਰਕਿਸ, ਮੈਂ ਤੇਰਾ ਸੁਨੇਹਾ ਭੇਜ ਦਿੱਤਾ ਸੀ। ਉਹਨੇ ਉੱਤਰ ਦਿੱਤਾ, ਪਰ ਉਹਦੇ ਵੱਲੋਂ ਤਾਂ ਕੋਈ ਉੱਤਰ ਨਹੀਂ ਆਇਆ। ਮੈਂ ਕਿਹਾ ਸੀ, ਉਹਨੂੰ ਉੱਤਰ ਦੇਣ ਵੱਲੋਂ ਲਿਖਿਆ ਹੀ ਕਦੋਂ ਹੈ? ਬਰਕਿਸ ਨੇ ਦੱਸਿਆ, ਜੋ ਗੱਲ ਤੂੰ ਲਿਖੀ ਹੈ ਉਹਦਾ ਭਾਵ ਇਹ ਹੈ ਕਿ ਅਸੀਂ ਉੱਤਰ ਉਡੀਕ ਰਹੇ ਹਾਂ। ਮੈਂ ਫਿਰ ਕਿਹਾ, ਅੱਛਾ, ਇਹ ਗੱਲ ਤਾਂ ਹੋਈ। ਤੂੰ ਆਪ ਉਹਦੇ ਨਾਲ ਕੋਈ ਗੱਲ ਕੀਤੀ ਹੈ? ਬਰਕਿਸ ਨੇ ਸਿਰ ਫੇਰਦਿਆਂ ਕਿਹਾ, ਨਹੀਂ, ਮੈਂ ਉਹਨੂੰ ਬਿਲਕੁਲ ਨਹੀਂ ਕਹਿਣਾ। ਮੈਂ ਪੁੱਛਿਆ, ਤਾਂ ਫਿਰ ਮੈਂ ਹੀ ਉਹਨੂੰ ਕਿਉਂ ਆਖਾਂ? ਉਹਨੇ ਉੱਤਰ ਦਿੱਤਾ, ਜੇ ਤੇਰਾ ਵਿਚਾਰ ਹੈ ਕਿ ਤੂੰ ਹੀ ਆਖ ਵੇਖੀ। ਕਹੀਂ ਕਿ ਬਰਕਿਸ ਉਹਦਾ ਜਵਾਬ ਉਡੀਕ ਰਿਹਾ ਹੈ। ਅੱਛਾ, ਤੇ ਉਹਦਾ ਛੋਟਾ ਨਾਂ ਕੀ ਹੈ? ਮੈਂ ਦੱਸਿਆ, ਕਲਾਰਾ ਫੈਗੋਟੀ। ਇਸ 'ਤੇ ਫਿਰ ਕੁਝ ਚਿਰ ਸੋਚਦਾ ਰਿਹਾ ਤੇ ਮੂੰਹ ਨਾਲ ਸੀਟੀ ਮਾਰਦਾ ਰਿਹਾ। ਕੁਝ ਸੋਚ ਕਰਕੇ ਉਹ ਫਿਰ ਕਹਿਣ ਲੱਗਾ, ਤੂੰ ਕਿ ਫੈਗੋਟੀ, ਬਰਕਿਸ ਜਵਾਬ ਉਡੀਕ ਰਿਹਾ ਹੈ ਤਾਂ ਉਹ ਆਪੇ ਪੁੱਛੇਗੀ ਕਾਹਦਾ ਜਵਾਬ? ਤਾਂ ਤੂੰ ਕਹੀ ਉਹੀ ਗੱਲ ਜੋ ਮੈਂ ਤੈਨੂੰ ਲਿਖੀ ਹੈ। ਉਹ ਪੁੱਛੇਗੀ ਕਿਹੜੀ? ਤਾਂ ਤੂੰ ਉੱਤਰ ਦੇਈ, ਬਰਕਿਸ ਰਾਜੀ ਹੈ। ਸਫ਼ਰ ਖਤਮ ਹੋਣ 'ਤੇ ਉਹ ਮੈਨੂੰ ਮੇਰੇ ਘਰ ਸਾਹਮਣੇ ਉਤਾਰ ਕੇ ਚਲਾ ਗਿਆ। ਮੈਂ ਸਿੱਧਾ ਬੈਠਕ ਵੱਲ ਗਿਆ। ਮੇਰੀ ਮਾਤਾ ਅੰਗੀਠੀ ਕੋਲ ਬੈਠੀ ਸੀ ਤੇ ਉਹਦੀ ਗੋਦ ਵਿੱਚ ਇੱਕ ਬੱਚਾ ਸੀ। ਮੈਨੂੰ ਵੇਖ ਕੇ ਉਹਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਤੇ ਕਹਿਣ ਲੱਗੀ, ਡੇਵਿਡ ਬੇਟਾ, ਇਹ ਤੇਰਾ ਨਿੱਕਾ ਵੀਰ ਹੈ। ਇਸ ਪਿੱਛੋਂ ਨੇ ਮੈਨੂੰ ਕੁੱਟ ਕੇ ਪਿਆਰ ਕੀਤਾ। ਇਹ ਤੇਰੇ ਨੂੰ ਫੈਗੋਟੀ ਵੀ ਅੰਦਰ ਆ ਗਈ। ਉਸ ਵਕਤ ਮਰਡਸਟੋਨ ਤੇ ਜੇਨ ਦੋਵੇਂ ਕਿਤੇ ਬਾਹਰ ਗਏ ਹੋਏ ਸਨ, ਸੋ ਅਸੀਂ ਤਿੰਨਾਂ ਨੇ ਅੰਗੀਠੀ ਲਾਗੇ ਬੈਠ ਕੇ ਖਾਣਾ ਖਾਧਾ। ਖਾਂਦਿਆਂ ਮੈਂ ਫੈਗੋਟੀ ਨੂੰ ਬਰਕਿਸ ਬਾਰੇ ਗੱਲ ਕੀਤੀ। ਉਹ ਸੁਣ ਕੇ ਖੂਬ ਹੱਸੀ। ਮੇਰੀ ਮਾਤਾ ਨੇ ਪੁੱਛਿਆ, ਕਿਉਂ ਫੈਗੋਟੀ, ਹੱਸੀ ਕਿਉਂ ਹੈ? ਫੈਗੋਟੀ ਨੇ ਉੱਤਰ ਦਿੱਤਾ, ਬਰਕਿਸ ਮੇਰੇ ਨਾਲ ਵਿਆਹ ਕਰਾਉਣ ਲਈ ਮਗਰ ਪਿਆ ਹੋਇਆ ਹੈ। ਜੋੜੀ ਤਾਂ ਚੰਗੀ ਹੈ, ਮੇਰੀ ਮਾਤਾ ਨੇ ਕਿਹਾ। ਅੱਗੋਂ ਫੈਗੋਟੀ ਕਹਿਣ ਲੱਗੀ, ਮੈਂ ਤਾਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ, ਭਾਵੇਂ ਸੋਨੇ ਦਾ ਕਿਉਂ ਨਾ ਬਣਿਆ ਹੋਵੇ। ਫਿਰ ਮੇਰੇ ਵੱਲ ਵੇਖਦਿਆਂ ਕਹਿਣ ਲੱਗੀ, ਮੇਰੇ ਨਾਲ ਤਾਂ ਉਹਨੇ ਇਸ ਬਾਰੇ ਕਦੇ ਗੱਲ ਨਹੀਂ ਕੀਤੀ, ਪਰ ਜੇ ਕਰੇ ਵੀ ਤਾਂ ਮੈਂ ਉਹਨੂੰ ਸਿੱਧਿਆਂ ਕਰ ਦੇਵਾਂ। ਖਾਣਾ ਖਤਮ ਹੋ ਗਿਆ। ਅਸੀਂ ਅੱਗ ਸੇਕਣ ਲੱਗ ਪਏ। ਮੇਰੀ ਮਾਤਾ ਨੇ ਫਿਰ ਪੁੱਛਿਆ, ਫੈਗੋਟੀ, ਕੀ ਤੂੰ ਵਿਆਹ ਕਰਾਉਣ ਲੱਗੀ ਹੈ? ਮੈਂ ਨਹੀਂ, ਬਿਲਕੁਲ ਨਹੀਂ, ਫੈਗੋਟੀ ਨੇ ਕਿਹਾ। ਮੇਰੀ ਮਾਤਾ ਨੇ ਫਿਰ ਦੁਹਰਾਇਆ, ਫੈਗੋਟੀ, ਤੂੰ ਮੈਨੂੰ ਇਕੱਲਿਆਂ ਛੱਡ ਕੇ ਨਾ ਜਾਈਂ, ਮੇਰੇ ਕੋਲ ਹੀ ਰਹੀਂ। ਫੈਗੋਟੀ ਨੇ ਕਿਹਾ, ਕਦੀ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂ? ਮੈਂ ਬੁੱਢੀ ਵੀ ਹੋ ਜਾਵਾਂ, ਪਰ ਜਿੰਨਾ ਚਿਰ ਤੱਕ ਮੇਰੇ ਅੰਗ ਕੰਮ ਕਰਨਗੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗੀ। ਇਸ ਗੱਲ ਦਾ ਫਿਕਰ ਨਾ ਕਰੋ। ਇਤਨੇ ਨੂੰ ਬਾਹਰੋਂ ਯੱਕੇ ਦੇ ਖੜੇ ਹੋਣ ਦੀ ਆਵਾਜ਼ ਆਈ। ਮਰਡਸਟੋਨ ਤੇ ਜੇਨ ਦੋਵੇਂ ਅੰਦਰ ਆਏ। ਮਰਡਸਟੋਨ ਨੇ ਮੈਨੂੰ ਹੱਥ ਦਿੱਤਾ। ਉਹ ਹੱਥ ਜਿਸ 'ਤੇ ਮੈਂ ਦੰਦੀ ਵੱਢੀ ਸੀ।
ਦੰਦੀਆਂ ਦਾ ਨਿਸ਼ਾਨ ਹਾਲੀ ਵੀ ਹੱਥ 'ਤੇ ਵਿਖਾਈ ਦਿੰਦਾ ਸੀ। ਜੇਨ ਨੇ ਮੈਥੋਂ ਪੁੱਛਿਆ, ਛੁੱਟੀਆਂ ਕਿੰਨੀਆਂ ਨੇ? 1 ਮਹੀਨਾ, ਮੈਂ ਉੱਤਰ ਦਿੱਤਾ। ਉਹਨੇ ਸਭ ਦਿਨ ਇੱਕ ਕਾਗਜ਼ 'ਤੇ ਲਿਖ ਲਏ। ਉਹ ਹਰ ਰੋਜ਼ ਸਵੇਰੇ ਉੱਠ ਕੇ ਉਹਨਾਂ ਵਿੱਚ ਇੱਕ ਦਿਨ 'ਤੇ ਕਾਂਟਾ ਪਾ ਦਿੰਦੀ ਸੀ। ਇਹ ਛੁੱਟੀਆਂ ਦੇ ਦਿਨ ਬੜੇ ਬੇਸਵਾਦੇ ਸਨ। ਮਰਡਸਟੋਨ ਤੇ ਜੇਨ ਦੋਵੇਂ ਮੈਨੂੰ ਚੰਗਾ ਨਹੀਂ ਸਨ ਸਮਝਦੇ। ਮੇਰੀ ਮਾਤਾ ਵੀ ਮੇਰੇ ਨਾਲ ਪਿਆਰ ਦਾ ਵਿਖਾਵਾ ਕਰਨ ਤੋਂ ਡਰਦੀ ਸੀ। ਉਹਨੂੰ ਇਹ ਡਰ ਸੀ ਕਿ ਜੇ ਮੇਰੇ ਵੱਲੋਂ ਕੋਈ ਐਸੀ ਵੈਸੀ ਗੱਲ ਨਾ ਹੋ ਜਾਏ ਜਿਸ 'ਤੇ ਉਹ ਇਤਰਾਜ਼ ਕਰਨ, ਇਸ ਲਈ ਮੈਂ ਆਪ ਉਹਨਾਂ ਤੋਂ ਪਰੇ ਰਹਿੰਦਾ ਸਾਂ। ਜਾਂ ਤਾਂ ਮੈਂ ਆਪਣੇ ਸੌਣ ਵਾਲੇ ਕਮਰੇ ਵਿੱਚ ਬੈਠਾ ਕਿਤਾਬਾਂ ਪੜ੍ਹਦਾ ਰਹਿੰਦਾ ਸਾਂ, ਜਾਂ ਰਸੋਈ ਵਿੱਚ ਪੈਗੋਟੀ ਕੋਲ ਬੈਠਾ ਗੱਪਾਂ ਮਾਰਦਾ ਰਹਿੰਦਾ ਸਾਂ। ਮੈਨੂੰ ਪਰੇ ਪਰੇ ਰਹਿੰਦਾ ਵੇਖ ਕੇ ਇੱਕ ਦਿਨ ਮਰਡਸਟੋਨ ਨੇ ਕਿਹਾ, ਇਹਦਾ ਸੁਭਾਅ ਬੜਾ ਸੜੀਅਲ ਜਿਹਾ ਬਣ ਗਿਆ ਹੈ, ਇਹਨੂੰ ਜ਼ਰੂਰ ਸੁਧਾਰਨਾ ਚਾਹੀਦਾ ਹੈ। ਹੁਣ ਮੈਨੂੰ ਸਾਰਾ ਦਿਨ ਬੈਠਕ ਵਿੱਚ ਹੀ ਚੁੱਪਚਾਪ ਬੱਝ ਕੇ ਬੈਠਣਾ ਪੈਂਦਾ। ਮੈਂ ਸਾਰਾ ਦਿਨ ਇਹੋ ਹੀ ਉਡੀਕਦਾ ਰਹਿੰਦਾ ਕਿ ਕਦੋਂ ਰਾਤ ਪਵੇ ਤੇ ਕਦੋਂ ਮੈਂ ਸੌਣ ਲਈ ਆਪਣੇ ਕਮਰੇ ਵਿੱਚ ਜਾਵਾਂ। ਦਿਨ ਬੀਤਦੇ ਗਏ। ਆਖਰ ਮਿਸ ਜੇਨ ਨੇ ਆਪਣੇ ਕਾਗਜ਼ ਦੇ ਪੁਰਜ਼ੇ ਨੂੰ ਵੇਖ ਕੇ ਦੱਸਿਆ, ਅੱਜ ਡੇਵਿਡ ਦੀ ਆਖਰੀ ਛੁੱਟੀ ਹੈ। ਬਰਕਿਸ ਨੇ ਅੱਗੇ ਵਾਂਗ ਬੂਹੇ ਸਾਹਮਣੇ ਆਪਣਾ ਯੱਕਾ ਲਿਆ ਕੇ ਖੜਾ ਕਰ ਦਿੱਤਾ। ਮੇਰੀ ਮਾਤਾ ਨੇ ਮੈਨੂੰ ਪਿਆਰ ਕੀਤਾ ਤੇ ਮਿਸ ਜੇਨ ਨੇ ਕਿਹਾ, ਕਲਾਰਾ ਤਕੜੀ ਹੋ। ਫਿਰ ਯੱਕਾ ਉੱਥੋਂ ਤੁਰ ਪਿਆ। ਮੇਰੀ ਮਾਤਾ ਮੇਰੇ ਛੋਟੇ ਭਰਾ ਨੂੰ ਕੁੱਛੜ ਚੁੱਕੀ ਬੂਹੇ ਕੋਲ ਖੜੀ ਸੀ। ਇਹ ਮੇਰੀ ਮਾਤਾ ਦੀ ਮੇਰੇ ਨਾਲ ਆਖਰੀ ਮੁਲਾਕਾਤ ਸੀ। ਮੇਰੇ ਸਕੂਲ ਜਾਣ ਤੋਂ 2 ਮਹੀਨੇ ਬਾਅਦ ਦੀ ਗੱਲ ਹੈ ਕਿ ਇੱਕ ਦਿਨ ਮਿਸਟਰ ਕ੍ਰੀਕਲ ਨੇ ਮੈਨੂੰ ਬੁਲਾ ਭੇਜਿਆ। ਮਿਸਟਰ ਕ੍ਰੀਕਲ ਬੈਠਾ ਸਵੇਰ ਦਾ ਨਾਸ਼ਤਾ ਕਰ ਰਿਹਾ ਸੀ। ਉਹਦੀ ਪਤਨੀ ਦੇ ਹੱਥ ਵਿੱਚ ਇੱਕ ਖੁੱਲ੍ਹਾ ਹੋਇਆ ਖੱਤ ਸੀ। ਉਹਨੇ ਮੈਨੂੰ ਬੈਠਣ ਲਈ ਇਸ਼ਾਰਾ ਕੀਤਾ। ਉਹ ਕਹਿਣ ਲੱਗੀ, ਬੇਟਾ ਮੈਂ ਤੈਨੂੰ ਇੱਕ ਜ਼ਰੂਰੀ ਗੱਲ ਦੱਸਣੀ ਚਾਹੁੰਦੀ ਹਾਂ ਕਿ ਤੇਰੀ ਮਾਤਾ ਬਿਮਾਰ ਏ। ਇਹ ਸੁਣ ਕੇ ਮੈਂ ਰੋਣ ਲੱਗ ਪਿਆ। ਉਹਨੇ ਫਿਰ ਕਿਹਾ, ਉਹ ਬੜੀ ਸਖਤ ਬਿਮਾਰ ਏ। ਮੈਨੂੰ ਪਤਾ ਲੱਗ ਗਿਆ ਕਿ ਉਹ ਅਗਾਂਹ ਕੀ ਕਹਿਣ ਵਾਲੀ ਹੈ। ਉਹਨੇ ਫਿਰ ਕਿਹਾ, ਉਹ ਗੁਜ਼ਰ ਗਈ ਏ। ਅਗਲੇ ਦਿਨ ਦੁਪਹਿਰ ਵੇਲੇ ਮੈਂ ਆਪਣਾ ਸਾਰਾ ਸਮਾਨ ਬੰਨ੍ਹ ਕੇ ਘਰ ਵੱਲ ਤੁਰ ਪਿਆ। ਪੈਗੋਟੀ ਮੈਨੂੰ ਘਰ ਦੇ ਬੂਹੇ 'ਤੇ ਮਿਲੀ ਤੇ ਅੰਦਰ ਲੈ ਗਈ। ਉਹ ਫਰਨ ਰੋ ਰਹੀ ਸੀ। ਅੰਦਰ ਮਰਡਸਟੋਨ ਵੀ ਅੰਗੀਠੀ ਕੋਲ ਬੈਠਾ ਰੋ ਰਿਹਾ ਸੀ। ਜੇਨ ਕੁਝ ਲਿਖਣ ਵਿੱਚ ਰੁੱਝੀ ਹੋਈ ਸੀ। ਉਹ ਬਿਨਾਂ ਮੇਰੇ ਵੱਲ ਤੱਕਿਆਂ ਪੁੱਛਣ ਲੱਗੀ, ਸਭ ਚੀਜ਼ਾਂ ਲੈ ਆਂਦੀਆਂ ਨਹੀਂ? ਮੈਂ ਹਾਂ ਵਿੱਚ ਉੱਤਰ ਦੇਣ 'ਤੇ ਉਹ ਫਿਰ ਲਿਖਣ ਵਿੱਚ ਰੁੱਝ ਗਈ। ਅਗਲੇ ਦਿਨ ਮੇਰੀ ਮਾਤਾ ਨੂੰ ਲਾਗੇ ਦੇ ਗਿਰਜੇ ਘਰ ਵਿੱਚ ਦਬਾ ਦਿੱਤਾ ਗਿਆ, ਜਿੱਥੇ ਛੋਟਿਆਂ ਹੁੰਦਿਆਂ ਮੈਂ ਕਈ ਵਾਰੀ ਖੇਡਦਾ ਹੁੰਦਾ ਸਾਂ। ਉਸ ਸ਼ਾਮ ਪੈਗੋਟੀ ਮੇਰੇ ਕਮਰੇ ਵਿੱਚ ਆਈ ਤੇ ਮੇਰੇ ਮੰਜੇ ਲਾਗੇ ਬੈਠ ਕੇ ਦੱਸਣ ਲੱਗੀ, ਤੇਰੀ ਮਾਤਾ ਕੁਝ ਚਿਰ ਤੋਂ ਬਿਮਾਰ ਸੀ। ਵੈਸੇ ਵੀ ਉਹ ਕੁਝ ਉਦਾਸ ਜਿਹੀ ਰਹਿੰਦੀ ਸੀ। ਉਹ ਤੇਰੇ ਛੋਟੇ ਭਰਾ ਨੂੰ ਲੋਰੀਆਂ ਸੁਣਾਉਂਦੀ ਰਹਿੰਦੀ ਸੀ। ਇੰਝ ਲੱਗਦਾ ਸੀ ਕਿ ਉਹਦੇ ਮਨ ਵਿੱਚ ਇੱਕ ਬਹਿਸ ਜਿਹੀ ਬੈਠੀ ਹੋਈ ਹੈ। ਉੱਚਾ ਸ਼ਬਦ ਵੀ ਉਹਦੇ ਮਨ 'ਤੇ ਹਥੌੜੇ ਵਾਂਗ ਵੱਜਦਾ ਜਾਪਦਾ ਸੀ। ਇੱਕ ਦਿਨ ਉਹ ਮੈਨੂੰ ਕੋਲ ਸੱਦ ਕੇ ਕਹਿਣ ਲੱਗੀ, ਪੈਗੋਟੀ ਮੇਰਾ ਖਿਆਲ ਹੈ ਕਿ ਮੈਂ ਕੁਝ ਦਿਨਾਂ ਦੀ ਪ੍ਰਾਹੁਣੀ ਹਾਂ। ਮੈਂ ਬੜੀ ਥੱਕੀ ਹੋਈ ਲੱਗਦੀ ਹਾਂ। ਤੂੰ ਮੇਰੇ ਲਾਗੇ ਹੋ ਕੇ ਬੈਠ ਤੇ ਮੇਰੀ ਬਾਂਹ ਮੇਰੇ ਸਿਰ ਥੱਲੇ ਰੱਖ। ਇਸ ਪਿੱਛੋਂ ਸੌਂ ਗਈ ਤੇ ਫਿਰ ਨਹੀਂ ਉੱਠੀ। ਮੇਰੀ ਮਾਤਾ ਦੇ ਗੁਜ਼ਰ ਜਾਣ ਦੇ ਜਲਦੀ ਹੀ ਪਿੱਛੋਂ ਜੇਨ ਨੇ ਪੈਗੋਟੀ ਨੂੰ ਨੌਕਰੀਆਂ ਜਵਾਬ ਦਿੱਤਾ। ਕਿਸੇ ਹੋਰ ਨੌਕਰੀ ਦੇ ਲੱਭਣ ਤੱਕ ਪੈਗੋਟੀ ਨੇ ਯਾਰਮਾਊਥ ਵਿੱਚ ਆਪਣੇ ਭਰਾ ਪਾਸ ਰਹਿ ਕੇ ਰਹਿਣ ਦਾ ਫੈਸਲਾ ਕਰ ਲਿਆ। ਪੈਗੋਟੀ ਨੇ ਮਰਡਸਟੋਨ ਤੋਂ ਵੀ ਮੈਨੂੰ ਆਪਣੇ ਨਾਲ ਹੀ ਲੈ ਜਾਣ ਦੀ ਆਗਿਆ ਲੈ ਲਈ। ਅਗਲੇ ਦਿਨ ਬਰਕਿਸ ਸਮੇਂ ਸਿਰ ਆਪਣਾ ਯੱਕਾ ਲੈ ਕੇ ਆ ਗਿਆ। ਉਹਨੇ ਸਾਡਾ ਸਮਾਨ ਯੱਕੇ ਵਿੱਚ ਲੱਦ ਲਿਆ। ਉਹ ਮੂੰਹੋਂ ਤਾਂ ਕੁਝ ਨਹੀਂ ਸੀ ਬੋਲਦਾ, ਪਰ ਉਹ ਪੈਗੋਟੀ ਨਾਲ ਬੜੀ ਚੰਗੀ ਤਰ੍ਹਾਂ ਪੇਸ਼ ਆਉਂਦਾ ਸੀ। ਜਦ ਅਸੀਂ ਯਾਰਮਾਊਥ ਲਾਗੇ ਪਹੁੰਚੇ ਤਾਂ ਬਰਕਿਸ ਨੇ ਮੈਨੂੰ ਕਿਹਾ, ਪਤਾ ਹੀ ਬਰਕਿਸ ਰਾਜੀ ਏ। ਜਦੋਂ ਅਸੀਂ ਜੱਕੇ ਤੋਂ ਉੱਤਰ ਕੇ ਘਰ ਵੱਲ ਜਾ ਰਹੇ ਸਾਂ ਤਾਂ ਪੈਗੋਟੀ ਨੇ ਮੈਥੋਂ ਪੁੱਛਿਆ, ਡੇਵਿਡ ਤੇਰਾ ਕੀ ਵਿਚਾਰ ਹੈ ਜੇ ਮੈਂ ਵਿਆਹ ਕਰਵਾ ਲਵਾਂ? ਮੈਂ ਪੁੱਛਿਆ, ਬਰਕਿਸ ਨਾਲ? ਬੜੀ ਵਧੀਆ ਗੱਲ ਹੈ। ਹੋਰ ਕੁਝ ਨਹੀਂ ਤੇ ਕਮ ਅਜ਼ ਕਮ ਤੇਰੇ ਕੋਲ ਯੱਕਾ ਹੋਏਗਾ ਤੇ ਮੈਨੂੰ ਮਿਲਣ ਗਿਲਣ ਲਈ ਤੂੰ ਆ ਜਾਇਆ ਕਰੇਂਗੀ। ਬਰਕਿਸ ਹਰ ਰੋਜ਼ ਪੈਗੋਟੀ ਦੇ ਘਰ ਆਉਂਦਾ ਸੀ ਤੇ ਪੈਗੋਟੀ ਲਈ ਕੋਈ ਨਾ ਕੋਈ ਸੁਗਾਤ ਛੱਡ ਜਾਂਦਾ ਸੀ। ਕਦੀ ਕੋਈ ਫਲ, ਕਦੀ ਪਿੰਜਰੇ ਵਿੱਚ ਮੈਣਾ ਤੇ ਇਹੋ ਜਿਹੀਆਂ ਕਈ ਹੋਰ ਅਨੋਖੀਆਂ ਚੀਜ਼ਾਂ। ਕਦੀ ਕਦੀ ਉਹ ਪੈਗੋਟੀ ਨੂੰ ਸੈਰ ਲਈ ਬਾਹਰ ਲੈ ਜਾਂਦਾ ਸੀ। ਜਦ ਪੈਗੋਟੀ ਸੈਰ ਤੋਂ ਮੁੜਦੀ ਤਾਂ ਹੱਸ ਕੇ ਦੂਰੀ ਹੁੰਦੀ ਰਹਿੰਦੀ। ਇੱਕ ਦਿਨ ਉਹ ਮੈਨੂੰ, ਐਮਿਲੀ ਤੇ ਪੈਗੋਟੀ ਤਿੰਨਾਂ ਨੂੰ ਯੱਕੇ 'ਤੇ ਬਿਠਾ ਕੇ ਗਿਰਜੇ ਘਰ ਵੱਲ ਲੈ ਗਿਆ। ਸਾਨੂੰ ਦੋਹਾਂ ਨੂੰ ਬਾਹਰ ਛੱਡ ਕੇ ਉਹ ਦੋਵੇਂ ਗਿਰਜੇ ਘਰ ਅੰਦਰ ਚਲੇ ਗਏ। ਜਦੋਂ ਬਾਹਰ ਆਏ ਤਾਂ ਬਰਕਿਸ ਨੇ ਮੈਨੂੰ ਕਿਹਾ, ਮੈਨੂੰ ਯਾਦ ਹੈ ਆਪਣੇ ਯੱਕੇ 'ਤੇ ਮੈਂ ਕਿਸ ਦਾ ਨਾਂ ਲਿਖਿਆ ਸੀ, ਕਲਾਰਾ ਪੈਗੋਟੀ ਦਾ। ਹੁਣ ਤਾਂ ਉਸ ਦਾ ਨਾਂ ਬਰਕਿਸ ਪੈਗੋਟੀ ਹੈ। ਉਸ ਦਾ ਗਿਰਜੇ ਘਰ ਵਿੱਚ ਵਿਆਹ ਹੋ ਗਿਆ ਸੀ। ਇਸ ਘਟਨਾ ਦੇ ਜਲਦੀ ਹੀ ਪਿੱਛੋਂ ਮੈਨੂੰ ਘਰ ਜਾਣਾ ਪਿਆ। ਇਹ ਦਿਨ ਮੇਰੇ ਲਈ ਜੀਵਨ ਦੇ ਅਤੀ ਦੁਖਦਾਈ ਦਿਨ ਸਨ। ਮਰਡਸਟੋਨ ਤੇ ਉਹਦੀ ਭੈਣ ਮੇਰੇ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ ਸਨ। ਮੈਂ ਆਪਣੇ ਘਰ ਵਿੱਚ ਹੀ ਓਪਰਿਆਂ ਵਾਂਗ ਰਹਿੰਦਾ ਸਾਂ। ਅਚਾਨਕ ਇੱਕ ਦਿਨ ਇੱਕ ਅਜਨਬੀ ਮਰਡਸਟੋਨ ਨੂੰ ਮਿਲਣ ਲਈ ਆਇਆ। ਇਹਦਾ ਨਾਂ ਕਵੀਨੀਅਨ ਸੀ। ਮਰਡਸਟੋਨ ਨੇ ਮੈਨੂੰ ਸੱਦ ਕੇ ਕਿਹਾ, ਇਹ ਸਾਹਿਬ ਮਰਡਸਟੋਨ ਐਂਡ ਕੰਪਨੀ ਤੋਂ ਆਏ ਨੇ। ਇਹ ਲੰਡਨ ਤੈਨੂੰ ਆਪਣੇ ਦਫ਼ਤਰ ਵਿੱਚ ਕਿਸੇ ਕੰਮ 'ਤੇ ਲਾ ਦੇਣਗੇ। ਅਗਲੇ ਦਿਨ ਮੈਂ ਨਿੱਕਾ ਜਿਹਾ ਲੜਕਾ ਦੁਨੀਆ ਵਿੱਚ ਪਹਿਲੀ ਵਾਰ ਕਮਾਉਣ ਲਈ ਮਿਸਟਰ ਕਵੀਨੀਅਨ ਨਾਲ ਘਰੋਂ ਤੁਰ ਪਿਆ। ਜਿਸ ਕਾਰਖਾਨੇ ਵਿੱਚ ਮੈਨੂੰ ਕੰਮ 'ਤੇ ਲਾਇਆ ਗਿਆ ਉਸ ਵਿੱਚ ਮੇਰੇ ਹਾਨ ਦੇ 3 ਹੋਰ ਲੜਕੇ ਵੀ ਕੰਮ ਕਰਦੇ ਸਨ। ਮੈਂ ਇੱਥੇ ਆ ਕੇ ਬੜਾ ਖੁਸ਼ ਹੋਇਆ। ਦੁਪਹਿਰ ਵੇਲੇ ਮਿਸਟਰ ਕਵੀਨੀਅਨ ਨੇ ਮੈਨੂੰ ਆਪਣੇ ਕਮਰੇ ਵਿੱਚ ਸੱਦਿਆ ਤੇ ਮੇਰੇ ਇੱਕ ਮੋਟੇ ਜਿਹੇ ਆਦਮੀ ਨਾਲ, ਜਿਸ ਦਾ ਨਾਂ ਮਿਸਟਰ ਮਿਕਾਬਰ ਸੀ, ਮੁਲਾਕਾਤ ਕਰਾਉਂਦਿਆਂ ਕਹਿਣ ਲੱਗਾ, ਇਹ ਜੀ ਉਹ ਲੜਕਾ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ। ਮਿਸਟਰ ਮਿਕਾਬਰ ਬੜੇ ਨਰਮ ਲਹਿਜ਼ੇ ਵਿੱਚ ਕਹਿਣ ਲੱਗਾ, ਅੱਛਾ ਇਹ ਹੈ ਕੋਪਰਫੀਲਡ। ਸੁਣਾ ਵੀ ਕਾਕਾ, ਕੀ ਹਾਲ ਹੈ ਤੇਰਾ?
ਮੇਰਾ ਆਪਣੇ ਰਾਜ਼ੀ ਖੁਸ਼ੀ ਬਾਰੇ ਦੱਸਣ ਪਿੱਛੋਂ ਕਹਿਣ ਲੱਗਾ, ਮੈਨੂੰ ਮਰਡਸਟੋਨ ਨੇ ਲਿਖਿਆ ਹੈ ਕਿ ਤੈਨੂੰ ਮੈਂ ਆਪਣੇ ਘਰ ਵਿੱਚ ਇੱਕ ਖਾਲੀ ਕਮਰਾ ਕਿਰਾਏ 'ਤੇ ਦੇ ਦੇਵਾਂ। ਸ਼ਹਿਰ ਵਿੱਚ ਉਪਰਾ ਹੋਣ ਕਰਕੇ ਸ਼ਾਇਦ ਤੈਨੂੰ ਮੇਰਾ ਘਰ ਨਾ ਲੱਭੇ, ਇਸ ਲਈ ਅੱਜ ਮੈਂ ਤੈਨੂੰ ਆਪੇ ਆ ਕੇ ਲੈ ਜਾਵਾਂਗਾ। ਸ਼ਾਮ ਨੂੰ ਮੈਂ ਮਿਸਟਰ ਮਿਕਾਬਰ ਨਾਲ ਉਹਦੇ ਘਰ ਗਿਆ। ਉੱਥੇ ਉਹਦੀ ਵਹੁਟੀ ਅਤੇ 4 ਬੱਚੇ ਵੀ ਸਨ। ਉਹਦੀ ਵਹੁਟੀ ਕਹਿਣ ਲੱਗੀ, ਮੇਰਾ ਖਿਆਲ ਤਾਂ ਨਹੀਂ ਸੀ ਕਿ ਮੈਂ ਕਿਸੇ ਓਪਰੇ ਨੂੰ ਆਪਣੇ ਘਰ ਵਿੱਚ ਰੱਖਾਂ, ਪਰ ਮਿਸਟਰ ਮਿਕਾਬਰ ਕਰਜ਼ੇ ਵਿੱਚ ਫਸਿਆ ਹੋਇਆ ਹੈ ਅਤੇ ਲੈਣਦਾਰ ਉਹਨੂੰ ਇੱਕ ਪਲ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ। ਮਿਕਾਬਰ ਦੀ ਵਹੁਟੀ ਵਿਚਾਰੀ ਘਰ ਦਾ ਗੁਜ਼ਾਰਾ ਤੁਰਨ ਲਈ ਬੜੇ ਹੱਥ ਪੈਰ ਮਾਰਦੀ ਸੀ। ਉਹਨੇ ਆਪਣੇ ਘਰ ਅੱਗੇ ਇੱਕ ਬੋਰਡ ਵੀ ਲਾਇਆ ਹੋਇਆ ਸੀ ਜਿਸ 'ਤੇ ਲਿਖਿਆ ਸੀ ਕੁੜੀਆਂ ਦਾ ਸਕੂਲ, ਪਰ ਉਹਦੇ ਸਕੂਲ ਵਿੱਚ ਹਾਲੇ ਤੱਕ ਇੱਕ ਵੀ ਲੜਕੀ ਨਹੀਂ ਸੀ ਦਾਖਲ ਹੋਈ। ਉਹਦੇ ਘਰ ਲੈਣਦਾਰਾਂ ਤੋਂ ਸਿਵਾਏ ਹੋਰ ਕੋਈ ਨਹੀਂ ਸੀ ਆਉਂਦਾ। ਸਾਰਾ ਦਿਨ ਬੂਹੇ 'ਤੇ ਉਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਔਰ ਰੌਲਾ ਪਾ ਕੇ ਸਾਰਾ ਦਿਨ ਬਾਜ਼ਾਰ ਸਿਰ 'ਤੇ ਚੁੱਕ ਛੱਡਦੇ ਸਨ। ਇਸ ਸਮੇਂ ਮਿਸਟਰ ਮੁਕਾਬਰ ਬੜਾ ਉਦਾਸ ਹੋ ਜਾਂਦਾ ਸੀ। ਉਹ ਕਹਿੰਦਾ ਕਿ ਉਹ ਇਸ ਮੁਸੀਬਤ ਤੋਂ ਤੰਗ ਆ ਕੇ ਆਤਮਘਾਤ ਕਰ ਲਵੇਗਾ, ਪਰ ਅੱਧ ਘੰਟੇ ਪਿੱਛੋਂ ਉਹ ਆਪਣੇ ਬੂਟਾਂ ਨੂੰ ਖੂਬ ਲਿਸ਼ਕਾ ਕੇ ਅਤੇ ਹੱਥ ਵਿੱਚ ਸੋਟੀ ਫੜ ਕੇ ਇਹ ਬੜੀ ਮੌਜ ਵਿੱਚ ਸੀਟੀ ਮਾਰਦਾ ਅਤੇ ਬਾਹਰ ਸੈਰ ਸਪਾਟੇ ਲਈ ਚਲਾ ਜਾਂਦਾ ਸੀ। ਮਿਸਟਰ ਮੁਕਾਬਰ ਜਿਸ ਵੇਲੇ ਸ਼ਾਮ ਨੂੰ ਘਰ ਮੁੜਦਾ ਤਾਂ ਕਹਿੰਦਾ, ਮੈਂ ਬਿਲਕੁਲ ਤਬਾਹ ਹੋ ਗਿਆ ਹਾਂ। ਮੇਰਾ ਦਿਵਾਲਾ ਨਿਕਲ ਜਾਣਾ ਹੈ ਅਤੇ ਹੁਣ ਮੈਨੂੰ ਕੈਦ ਦਾ ਮੂੰਹ ਵੇਖਣਾ ਪਵੇਗਾ। ਪਰ ਸੌਣ ਤੋਂ ਪਹਿਲਾਂ ਉਹ ਆਪਣੇ ਮਕਾਨ ਵਿੱਚ ਨਵੀਆਂ ਅਤੇ ਵੱਡੀਆਂ ਬਾਰੀਆਂ ਲਾਉਣ ਦੇ ਖਰਚ ਦਾ ਹਿਸਾਬ ਲਾਉਂਦਾ। ਉਹਨੂੰ ਸਦਾ ਆਸ ਹੁੰਦੀ ਕਿ ਰਾਤ ਤੋਂ ਉਰੇ ਉਹਦੀ ਕਿਸਮਤ ਜ਼ਰੂਰ ਪਲਟਾ ਖਾਏਗੀ। ਹੌਲੀ ਉਹ ਘਰ ਦੀਆਂ ਸਭ ਚੀਜ਼ਾਂ ਵੇਚ ਕੇ ਗੁਜ਼ਾਰਾ ਤੋੜਨ ਲੱਗੇ। ਬਾਹਰ ਲੈਣ-ਦੇਣ ਬੜੀ ਨਿਗਰਾਨੀ ਰੱਖਦੇ ਸਨ, ਇਸ ਲਈ ਸਾਰਾ ਸਮਾਨ ਵੇਚਣ ਦਾ ਕੰਮ ਉਹਨਾਂ ਦੀ ਅੱਖ ਬਚਾ ਕੇ ਮੈਨੂੰ ਹੀ ਕਰਨਾ ਪੈਂਦਾ ਸੀ। ਆਖਰ ਘਰ ਵਿੱਚ ਖਾਣ ਨੂੰ ਕੁਝ ਵੀ ਨਾ ਰਿਹਾ ਅਤੇ ਮਿਸਟਰ ਮੁਕਾਬਰ ਕੈਦ ਹੋ ਗਿਆ। ਘਰ ਵਿੱਚ ਕੁਝ ਮੇਜ਼ ਕੁਰਸੀਆਂ ਤੋਂ ਸਿਵਾ ਸਭ ਚੀਜ਼ਾਂ ਦੀ ਨਿਲਾਮੀ ਹੋ ਗਈ। ਕੁਝ ਦਿਨ ਅਸੀਂ ਉਹਨਾਂ ਕੁਰਸੀਆਂ ਮੇਜ਼ਾਂ ਨੂੰ ਵੇਚ ਕੇ ਗੁਜ਼ਾਰਾ ਤੋੜਦੇ ਰਹੇ। ਜਦ ਇਹ ਸਾਧਨ ਵੀ ਖਤਮ ਹੋ ਗਿਆ ਤਾਂ ਮਿਸਟਰ ਮੁਕਾਬਰ ਦੀ ਵਹੁਟੀ ਵੀ ਜੇਲ੍ਹ ਵਿੱਚ ਜਾ ਕੇ ਆਪਣੇ ਪਤੀ ਪਾਸ ਰਹਿਣ ਲੱਗ ਪਈ। ਮੈਂ ਹੁਣ ਇਕੱਲਾ ਰਹਿ ਗਿਆ ਸਾਂ, ਇਸ ਲਈ ਮੈਂ ਬਿਹਤਰ ਸਮਝਿਆ ਕਿ ਮੈਂ ਆਪਣੀ ਉਸ ਦਾਦੀ ਕੋਲ ਹੀ ਚਲਿਆ ਜਾਵਾਂ ਜਿਸ ਬਾਰੇ ਮੈਂ ਸੁਣਿਆ ਹੋਇਆ ਸੀ ਕਿ ਉਹ ਡੋਵਰ ਵਿੱਚ ਰਹਿੰਦੀ ਹੈ। ਮੈਨੂੰ ਆਸ ਸੀ ਕਿ ਉਹ ਮੇਰੇ 'ਤੇ ਤਰਸ ਕਰਕੇ ਮੈਨੂੰ ਜ਼ਰੂਰ ਆਪਣੇ ਕੋਲ ਰੱਖ ਲਵੇਗੀ ਅਤੇ ਮੇਰੀਆਂ ਮੁਸੀਬਤਾਂ ਦੇ ਦਿਨ ਖਤਮ ਹੋ ਜਾਣਗੇ। ਜਦੋਂ ਕੋਈ ਵੀ ਕਵੀ, ਲੇਖਕ ਜਾਂ ਨਾਵਲਕਾਰ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਜਾਂਦਾ ਹੈ ਤਾਂ ਉਸ ਦੁਆਰਾ ਕਹੀਆਂ ਗਈਆਂ ਗੱਲਾਂ ਅਸਰਦਾਰ ਅਤੇ ਲੋਕਾਂ ਦੀ ਜ਼ੁਬਾਨ 'ਤੇ ਆ ਜਾਂਦੀਆਂ ਹਨ। ਇਸੇ ਤਰ੍ਹਾਂ ਚਾਰਲਸ ਡਿਕਨਸ ਦੀਆਂ ਕੁਝ ਗੱਲਾਂ ਅੱਜ ਵੀ ਮੁਹਾਵਰਿਆਂ ਵਾਂਗ ਮਸ਼ਹੂਰ ਹਨ। ਜੋ ਵਕਤ ਤੁਸੀਂ ਦੂਜਿਆਂ 'ਤੇ ਬਰਬਾਦ ਕਰਦੇ ਹੋ, ਉਹ ਵਕਤ ਤੁਸੀਂ ਆਪਣੇ 'ਤੇ ਨਹੀਂ ਲਾਉਂਦੇ। ਆਪਣਾ ਦਿਲ ਅਜਿਹਾ ਰੱਖੋ ਜਿਹੜਾ ਕਦੇ ਸਖਤ ਨਾ ਹੋਵੇ ਅਤੇ ਸੁਭਾਅ ਕਦੇ ਨਾ ਥੱਕਣ ਵਾਲਾ ਹੋਵੇ ਅਤੇ ਤੁਹਾਡੀ ਛੂਹ ਕਿਸੇ ਨੂੰ ਦੁਖੀ ਨਾ ਕਰੇ। ਵਿਛੜਨ ਦਾ ਦਰਦ ਦੁਬਾਰਾ ਮਿਲਣ ਦੀ ਖੁਸ਼ੀ ਦੇ ਸਾਹਮਣੇ ਕੁਝ ਵੀ ਨਹੀਂ ਹੈ। ਧੰਨਵਾਦ।